ਸਤਿ ਸ਼੍ਰੀ ਅਕਾਲ ਉਸਮਾਨ ਚਾਲੀ ਹਮੇਸ਼ਾ ਦੀ ਤਰ੍ਹਾਂ ਐਵਰੀ ਟਿਊਜ਼ਡੇ ਸਪੈਸ਼ਲ ਸ਼ੋਅ ਲੈ ਕੇ ਆਉਂਦੇ ਤੁਹਾਡੇ ਲਈ ਲਾਈਫ ਸਟਾਈਲ ਐਂਡ ਹੈਲਥ ਕੇਅਰ ਦੇ ਬਾਰੇ ਡਾਕਟਰ ਬੈਂਸ ਦੇ ਨਾਲ ਮੈਂ ਇਹ ਵੀ ਹਮੇਸ਼ਾ ਕਹਿੰਦਾ ਹੁੰਦਾ ਐਵਰੀ ਟਾਈਮ ਕਿ ਮੈਂ ਬਹੁਤ ਟਾਈਮ ਜ਼ਾਹਿਰ ਨਹੀਂ ਕਰੇਗਾ ਸਟ੍ਰੇਟ ਆਪਾਂ ਡਾਕਟਰ ਬੈਂਸ ਨੂੰ ਸਵਾਗਤ ਕਰਦੇ ਉਹਨਾਂ ਦਾ ਫਿਰ ਅਸੀਂ ਗੱਲਬਾਤ ਜਾਰੀ ਕਰਦੇ ਹਾਂ ਡਾਕਟਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਭਾਜੀ ਥੈਂਕ ਯੂ ਕਿਦਾ ਜਰਨੀ ਕਿੱਦਾਂ ਰਹੀ ਅੱਜ ਹੁਣ ਪਤਾ ਕੱਲ ਤੋਂ ਲਾਕਡਾਊਨ ਸ਼ੁਰੂ ਹੋ ਜਾਣਾ ਮੈਨੂੰ ਲੱਗਦਾ ਟ੍ਰੈਫਿਕ ਘੱਟ ਹੋਣਾ ਅੱਜ ਕੇ ਨਹੀਂ ਹਾਂ ਨਹੀਂ ਕਾਫੀ ਟ੍ਰੈਫਿਕ ਸੀ ਅੱਜ ਭਾਜੀ Really? ਕਾਫੀ ਰਸ਼ ਪਿਆ ਸੀ ਅੱਜ ਹਾਂਜੀ ਇਹ ਤਾਂ ਪਤਾ ਸਾਡੇ ਲੋਕਾਂ ਦੀ ਆਦਤ ਹੈ ਕਿ ਉਹ ਰਸ਼ ਪੈ ਜਾਣਾ ਤੇ ਸ਼ਾਪਿੰਗ ਕਰ ਲਓ ਇਹ ਕਰ ਲਓ ਉਹ ਕਰ ਲਓ ਹੈ ਹਾਂਜੀ ਸ਼ਾਪਿੰਗ ਕਰ ਲਓ ਦਵਾ ਦਾ ਟਾਇਲਟ ਪੇਪਰ ਲੈ ਆਓ ਉਹ ਪਹਿਲਾਂ ਟਾਇਲਟ ਪੇਪਰ ਖਤਮ ਕਰ ਦਿੰਦੇ ਸੁਪਰਮਾਰਕਟ ਤੁਸੀਂ ਐਕਸਪਰਟ ਹੈ ਕਿ ਮੈਨੂੰ ਦੱਸੋ ਉਹਦਾ ਕੀ ਲੈਣਾ ਦੇਣਾ ਬਿਮਾਰੀ ਨਾਲ ਪਲੀਜ਼ ਮੈਨੂੰ ਸਮਝਾਓ ਕੁਝ ਵੀ ਨਹੀਂ ਐਵੇਂ ਬਸ ਪੈਨਿਕ ਹੋ ਜਾਂਦੇ ਲੋਕੀ ਉਹ honestly this is bad ਤੇ ਡਾਕਟਰ ਸਾਹਿਬ ਅੱਜ ਦਾ ਮੁੱਦਾ ਕਰਨ ਤੋਂ ਪਹਿਲਾਂ ਤਾਂ ਇੱਕ ਮੇਰੇ ਨਾ ਬੈਠੇ ਬੈਠੇ ਦਿਮਾਗ 'ਚ ਗੱਲ ਆਈ ਕਿ ਮੈਂ ਤੁਹਾਨੂੰ ਪੁੱਛਾਂਗਾ ਕਿ ਜਦੋਂ ਇਨਸਾਨ ਪਹਿਲਾਂ ਸਵੇਰ ਉੱਠਦਾ ਨਾ ਫਸਟ ਥਿੰਗ ਇਨ ਦ ਮਾਰਨਿੰਗ ਤੁਸੀਂ ਯੂ ਡੋਂਟ ਲੁੱਕ ਯੂਰ ਬੈਸਟ ਐਟ ਦੈਟ ਟਾਈਮ ਬੰਦਾ ਨਾ ਉਧਲਾ ਜਿਹਾ ਹੁੰਦਾ ਹੈ ਤੁਸੀਂ ਸੌਂ ਕੇ ਉੱਠਿਓ ਏਦਾਂ ਦੀ ਫੀਲਿੰਗ ਕਿਉਂ ਹੁੰਦੀ ਹੈ ਦੂਜੀ ਗੱਲ ਤੁਹਾਡੀ ਆਵਾਜ਼ ਕਿਉਂ ਹੈਵੀ ਹੋ ਜਾਂਦੀ ਹੈ ਹਾਂਜੀ ਐਦਾਂ ਜਦੋਂ ਤੁਸੀਂ ਸੌਂ ਜਾਂਦੇ ਹੋ ਨਾ ਤੁਹਾਡਾ ਮੈਟਾਬੋਲਿਕ ਰੇਟ ਜਿਹੜਾ ਹੈ ਸਾਰੇ ਤੁਹਾਡੇ ਬੋਡੀ 'ਚ ਰਿਐਕਸ਼ਨ ਆ ਉਹ ਸਲੋ ਹੋ ਜਾਂਦੇ ਭਾਜੀ ਕਿਉਂਕਿ ਤੁਸੀਂ ਰੈਸਟਿੰਗ ਫੇਜ਼ ਵਿੱਚ ਹੁੰਦੀ ਹੈ ਬੋਡੀ ਹੈ ਨਾ ਜਦੋਂ ਰੈਸਟ ਕਰਦੀ ਹੈ ਸਭ ਕੁਝ ਸਲੋ ਹੋ ਜਾਂਦਾ ਹੈ ਤੁਹਾਡੀ ਬੋਡੀ ਸਲੋ ਹੋ ਜਾਂਦੀ ਹੈ ਹਾਂਜੀ ਜਦੋਂ ਜਾਗ ਆਉਂਦੀ ਆ ਉਹ ਫਿਰ ਹੌਲੀ ਹੌਲੀ ਬੋਡੀ ਗੇਅਰ ਵਿੱਚ ਪੈਂਦੀ ਹੈ ਦੈਟਸ ਦ ਰੀਜ਼ਨ ਤੇ ਉਹ ਅੱਛਾ ਬੜਾ ਫਰਕ ਹੁੰਦਾ ਉਹ ਵੱਡੀ ਗੱਲ ਜਦੋਂ ਤੁਸੀਂ ਗੱਲ ਕਰਦੇ ਹੋ ਇਮੀਡੀਏਟਲੀ ਪਤਾ ਲੱਗ ਜਾਂਦਾ ਉਹਨਾਂ ਨੂੰ ਕਿ ਸੁੱਤਾ ਪਿਆ ਸੀਗਾ ਮੈਂ ਤੁਹਾਨੂੰ ਜਗਾ ਦਿੱਤਾ ਦੈਟਸ ਰਾਈਟ ਉਹ ਆਵਾਜ਼ ਭਾਰੀ ਹੋ ਜਾਂਦੀ ਕਿਉਂਕਿ ਤੁਸੀਂ ਵਰਤੀ ਨਹੀਂ 8 ਘੰਟੇ ਆਵਾਜ਼ ਵਰਤੀ ਨਹੀਂ ਗਈ ਫਿਰ ਉਹ ਭਾਰੀ ਹੋ ਜਾਂਦੀ ਹੈ ਪਰ ਡਾਕਟਰ ਸਾਹਿਬ ਇੱਕ ਗੱਲ ਨਾ ਅਸੀਂ ਜਦੋਂ ਕਹਿੰਦੇ ਨਾ ਬੜੀ ਇੰਪੋਰਟੈਂਟ ਗੱਲ ਹੈ ਤੁਸੀਂ 8 ਘੰਟੇ 7-8 ਘੰਟੇ ਤੁਹਾਨੂੰ ਸੌਣਾ ਚਾਹੀਦਾ ਬਿਕੋਜ਼ ਉਸ ਦਰਮਿਆਨ ਬੋਡੀ ਬੜਾ ਕੁਝ ਕਰਦੀ ਹੈ ਆਪਣਾ ਕੰਮ ਕਰਦੀ ਹੈ ਜੋ ਵੀ ਉਹਨੇ ਕਰਨਾ ਹੋਟੀ ਖਾਣਾ ਖਾਦਾ ਉਹ ਹਜ਼ਮ ਕਰਨਾ ਸੋ ਦੇਰ ਲੋਟ ਆਫ ਥਿੰਗਸ ਹੈਪਨਿੰਗ ਐਟ ਦੈਟ ਟਾਈਮ ਬਹੁਤ ਕੁਝ ਹੋ ਰਿਹਾ ਭਾਜੀ ਤੁਹਾਡਾ ਇਹ ਜਿਹੜਾ ਪੈਰਾਸਿੰਪੈਥਿਕ ਨਰਵਸ ਸਿਸਟਮ ਆ ਇਹ ਇੰਨੇ ਆਰਗਨਸ ਨੂੰ ਕੰਟਰੋਲ ਕਰਦਾ ਆ ਤੇ ਇਹ ਆਪਣੇ ਆਪ ਆਟੋਮੈਟਿਕ ਸਭ ਕੁਝ ਚੱਲਦਾ ਰਹਿੰਦਾ ਸਾਰਾ ਕੁਝ ਚੱਲਦਾ ਰਹਿੰਦਾ ਤੁਹਾਡਾ ਦਿਲ ਦੇਖੋ ਤੁਸੀਂ ਕਦੇ ਸੋਚਦੇ ਤਾਂ ਨਹੀਂ ਵੀ ਮੇਰਾ ਦਿਲ ਚੱਲਦਾ ਉਹ ਆਟੋਮੈਟਿਕ 24 ਘੰਟੇ ਚੱਲੀ ਜਾਂਦਾ ਲਿਵਰ ਤੁਹਾਡਾ 24 ਘੰਟੇ ਕੰਮ ਕਰੀ ਜਾਂਦਾ ਹੈ ਕਿਡਨੀਜ਼ ਤੁਹਾਡੀਆਂ 24 ਘੰਟੇ ਆਪਣੇ ਆਪ ਕੰਮ ਕਰੀ ਜਾਂਦੀਆਂ ਜਦੋਂ ਤੁਸੀਂ ਸੌਂਦੇ ਹੋ ਉਹੀ ਤਾਂ ਉਹਨਾਂ ਨੂੰ ਟਾਈਮ ਮਿਲਦਾ ਜੋ ਉਹਨਾਂ ਨੇ ਆਪਣਾ ਕੰਮ ਕਰਨਾ ਡੀਟੌਕਸ ਹੋਣੀ ਬੋਡੀ ਬਿਲਕੁਲ ਤੁਸੀਂ ਕੋਈ ਬੈਟਰੀ ਵਾਲਾ ਕੋਈ ਆਈਟਮ ਵਰਤਦੇ ਆ ਉਹ ਬੈਟਰੀ ਫਿਨਿਸ਼ ਹੋ ਜਾਂਦੀ ਕਿਸੇ ਵੇਲੇ ਫਿਰ ਰੀਚਾਰਜ ਕਰਨੀ ਪੈਂਦੀ ਹੈ ਨਾ ਮੇਰੇ ਦਿਮਾਗ 'ਚ ਗੱਲ ਇਹ ਮੈਂ ਕਿ ਯਾਰ ਆਵਾਜ਼ 'ਚ ਸੁੱਤੇ ਪਏ ਤਾਂ ਕਿਉਂ ਫਰਕ ਪੈਣਾ ਚਾਹੀਦਾ I was just wondering ਕਿ ਕਈ ਬੜੀ ਹੈਵੀ ਹੋ ਜਾਂਦੀ ਹੈ ਹਾਂਜੀ ਦੈਟਸ ਦ ਰੀਜ਼ਨ ਕਰਕੇ ਤੁਸੀਂ ਵਰਤਿਆ ਨਹੀਂ ਬੋਲ ਹੈ ਨਾ ਉਹ ਫਿਰ ਜਦੋਂ ਤੁਸੀਂ ਸ਼ੁਰੂ ਕਰਦੇ ਬੋਲਣਾ ਫਿਰ ਥੋੜਾ ਜਿਹਾ ਭਾਰਾ ਆਉਂਦਾ ਹੀ ਆਵਾਜ਼ ਪਹਿਲਾਂ ਭਾਜੀ ਜਦੋਂ ਇੰਜਨ ਬੁੜਾ ਹੋ ਜਾਂਦਾ ਉਹਨੂੰ ਹੌਲੀ ਹੌਲੀ ਟਾਈਮ ਲੱਗਦਾ ਤੁਰਨ ਨੂੰ ਹੈ ਜਦੋਂ ਉੱਠਦੇ ਹੋ ਤੁਸੀਂ ਇਸ਼ਨਾਨ ਕਰਦੇ ਹੋ ਤੁਰਦੇ ਫਿਰਦੇ ਵੀ ਥੋੜੀ ਬੋਡੀ ਚੱਲਣੀ ਸ਼ੁਰੂ ਹੋ ਜਾਂਦੀ ਹੈ ਕਈ ਵਾਰ ਲੋਕਾਂ ਦੇ ਭਾਈ ਜੁਆਇੰਟਸ ਵੀ ਇਸੇ ਤਰ੍ਹਾਂ ਆ ਜਦੋਂ ਪਹਿਲਾਂ ਉੱਠਦੇ ਆ ਨਾ ਉਹਨਾਂ ਦੇ ਜੁਆਇੰਟਸ ਬੜੇ ਸਟਿਫ ਹੁੰਦੇ ਆ ਬਿਲਕੁਲ ਹਾਂ ਫਿਰ ਉਹ ਥੋੜਾ ਜਿਹਾ ਤੁਰਦੇ ਫਿਰਦੇ ਆ ਫਿਰ ਮੱਗ ਜਾਂਦੇ ਆ ਉਹ ਫਿਰ ਜੋੜ ਠੀਕ ਹੋ ਜਾਂਦੀ ਸਟਿਫਨੈਸ ਹਟ ਜਾਂਦੀ ਆ ਮੇਰੇ ਦੋਸਤ ਹੈਗੇ ਉਹ ਕਹਿੰਦੇ ਜਿਹੜਾ ਬੁਢਾਪਾ ਨਾ ਉਹ ਬਿਮਾਰੀ ਹੈ ਤੇ ਮੈਂ ਕਹਿੰਦੀ ਏਦਾਂ ਨਾ ਸੋਚੋ ਕਈ ਬੜੇ ਇੰਜੋਏ ਕਰਦੇ ਨੇ ਆਪਣਾ ਮੈਚੁਰਡਲੀ ਅੱਛੀ ਤਰ੍ਹਾਂ ਇੰਜੋਏ ਕਰਦੇ ਨੇ ਗੈਟਿੰਗ 올ਡਰ ਹਾਂਜੀ ਹਰੇਕ ਤਾਂ ਨਹੀਂ ਬਿਮਾਰ ਹੋ ਜਾਂਦਾ ਜ਼ਰੂਰੀ ਤਾਂ ਨਹੀਂ ਹੈਗਾ ਕਿ ਜੇ ਤੁਸੀਂ ਸਿਆਣੇ ਹੋ ਜਾਣਾ ਤੇ ਤੁਹਾਨੂੰ ਕੋਈ ਬਿਮਾਰੀ ਲੱਗ ਜਾਣੀ ਹੈ ਨਾਟ ਨੈਸੈਸਰੀਲੀ ਫਿਰ ਇਹ ਤਾਂ ਫਿਰ ਨੈਗੇਟਿਵ ਥਿੰਕਿੰਗ ਹੋ ਗਈ ਨਾ ਜੇ ਤੁਸੀਂ ਪਹਿਲਾਂ ਸੋਚ ਲਿਆ ਤੇ ਫਿਰ ਤਾਂ ਕੁਝ ਹੋਣਾ ਹੀ ਹੋਣਾ ਇਹ ਤਾਂ ਹੋਣਾ ਹੀ ਹੋਣਾ ਜੇ ਅਸੀਂ ਪਹਿਲਾਂ ਹੀ ਸੋਚ ਲਿਆ ਵੀ ਅਸੀਂ ਹੁਣ ਬੁੱਢੇ ਹੋ ਗਏ ਆ ਤੇ ਹੁਣ ਸਾਨੂੰ ਬਿਮਾਰੀਆਂ ਲੱਗ ਜਾਣੀਆਂ ਉਹ ਲੱਗਣੀਆਂ ਫਿਰ ਤੁਸੀਂ ਕਿਉਂਕਿ ਨੈਗੇਟਿਵਲੀ ਪ੍ਰੋਜੈਕਸ਼ਨ ਕਰ ਰਹੇ ਆ ਬਿਲਕੁਲ ਆਪਾਂ ਸ਼ੁਰੂ ਪਹਿਲਾਂ ਮੈਂ ਟੈਲੀਫੋਨ ਜੋ ਸਕਰੀਨ ਤੇ ਆ ਰਿਹਾ ਪਲੀਜ਼ ਤੁਸੀਂ ਕਾਲ ਕਰ ਸਕਦੇ ਹੋ ਹਮੇਸ਼ਾ ਦੀ ਤਰ੍ਹਾਂ ਕੋਸ਼ਿਸ਼ ਕਰੋ ਤੇ ਸ਼ੋਅ ਦੇ ਦਰਮਿਆਨ ਕਾਲ ਕਰਿਆ ਕਰੋ ਵਧ ਤੁਸੀਂ ਸ਼ੋਅ 'ਚ ਗੱਲ ਕਰਨੀ ਹੈ ਜਾਂ ਤੁਸੀਂ ਡਾਕਟਰ ਜੀ ਨਾਲ ਬਾਅਦ 'ਚ ਗੱਲ ਕਰਨੀ ਹੈ ਤੁਸੀਂ ਹੁਣ ਕਾਲ ਕਰਨਾ ਸ਼ੁਰੂ ਕਰੋ 0121 551 1001 ਤੇ ਪਲੀਜ਼ ਕੀਪ ਕਾਲਿੰਗ ਸ਼ਾਮ ਤੱਕ ਸਾਡਾ ਕਾਲ ਸੈਂਟਰ ਖੁੱਲ੍ਹਾ ਪਰ ਕੋਸ਼ਿਸ਼ ਕਰੋ ਤੁਸੀਂ ਸ਼ੋਅ ਦੇ ਦਰਮਿਆਨ ਕਾਲ ਕਰਿਆ ਕਰੋ ਡਾਕਟਰ ਸਾਹਿਬ ਅੱਜ ਕੀ ਮੁੱਦਾ ਹੈਗਾ ਦੱਸੋ ਅੱਜ ਕਿਹੜੀ ਸਰਪ੍ਰਾਈਜ਼ ਹੈ ਹਾਂਜੀ ਅੱਜ ਦਾ ਮੁੱਦਾ ਹੈਗਾ ਜੀ ਕਿਡਨੀਜ਼ ਕੀ ਬਾਤ ਹੈ ਪੰਜਾਬੀ 'ਚ ਗੁਰਦੇ ਕਹਿੰਦੇ ਆ ਹਾਂ ਤੇ ਇਹਦੇ ਬਾਰੇ ਆਪਾਂ ਛੋਟਾ ਜਿਹਾ ਕਲਿੱਪ ਵੀ ਪ੍ਰਿਪੇਅਰ ਕੀਤਾ ਹੈਗਾ ਤੇ ਉਹ ਤੋਂ ਥੋੜੀ ਜਿਹੀ ਜਾਣਕਾਰੀ ਲੱਗ ਜਾਊਗੀ ਵੀ ਕਿੱਥੇ ਹੁੰਦੇ ਕਿਡਨੀਜ਼ ਬਿਲਕੁਲ ਤੇ ਆਪਾਂ ਦੇਖ ਲਈਏ ਪਹਿਲਾਂ ਉਹਨੂੰ ਹਾਂਜੀ ਦੇਖ ਲੈਂਦੇ ਪਹਿਲਾਂ ਕਲਿੱਪ ਮੈਂ ਸੁਖਦੇਵ ਨੂੰ ਕਹਾਂਗਾ ਕਲਿੱਪ ਲਗਾ ਦੇ ਤੇ ਫਿਰ ਥੋੜੀ ਬਹੁਤੀ ਗੱਲ ਕਰਦੇ ਉਹਦੇ ਬਾਰੇ ਤੇ ਕਿਡਨੀਸ ਦਾ ਹੈ ਤੇ ਦੋ ਕਿਡਨੀ ਸੁਣੀਆਂ ਇੱਕ ਖੱਬੇ ਪਾਸੇ ਤੇ ਇੱਕ ਸੱਜੇ ਪਾਸੇ
ਤੇ ਇਹ ਪਿਛਲੇ ਪਾਸੇ ਹੁੰਦੀਆਂ ਪਸਲੀਆਂ ਦੇ ਨੀਚੇ। ਤੇ ਇਹ ਦੇਖ ਇਹ ਖੂਨ ਸਪਲਾਈ ਹੁੰਦਾ ਹੈ ਕਿਡਨੀ ਨੂੰ, ਤੇ ਫਿਲਟਰ ਹੋ ਕੇ ਖੂਨ ਵਾਪਸ ਨੀਲੀ ਨਾੜੀ ਦੇ ਵਿੱਚ ਜਾਂਦਾ, ਤੇ ਜੋ ਵੇਸਟ ਹੁੰਦਾ ਹੈ ਫਿਲਟਰ ਹੋ ਕੇ ਤੇ ਉਹ ਯੂਰੀਟਰ ਦੇ ਵਿੱਚ ਹੀ ਪਾਸ ਕੀਤਾ ਜਾਂਦਾ ਹੈ ਬਲੈਡਰ ਤੱਕ। ਤੇ ਇਹ ਤੁਸੀਂ ਦੇਖ ਸਕਦੇ ਹਾਂ, ਇਹ ਨਾੜੀ ਹੈ ਕਿਡਨੀ ਤੋਂ ਆਉਂਦੀ, ਥੱਲੇ ਨੂੰ ਜਾਂਦੀ ਬਲੈਡਰ ਤੱਕ। ਇੱਥੇ ਫਿਰ ਯੂਰਿਨ ਸਟੋਰ ਹੋ ਕੇ ਐਕਸਪੈਲ ਕੀਤਾ ਜਾਂਦਾ। ਤੇ ਕਈ ਵਾਰੀ ਪੱਥਰੀ ਬਣ ਜਾਂਦੀ ਕਿਡਨੀ ਦੇ ਵਿੱਚ, ਤੇ ਉਹ ਤੁਸੀਂ ਦੇਖ ਸਕਦੇ ਹੈ। ਇਹ ਜਿਹੜਾ ਅੰਦਰਲਾ ਡਾਇਗਰਾਮ ਹੈ ਕਿਡਨੀ ਦਾ, ਤੇ ਇੱਥੇ ਕਿਤੇ ਵੀ ਕਿਡਨੀ ਸਟੋਨ ਰੁਕ ਸਕਦਾ ਹੈ। ਤੇ ਕਈ ਵਾਰੀ ਇਹ ਕਿਡਨੀ ਸਟੋਨ ਇੱਥੇ ਯੂਰੀਟਰ ਦੀ ਨਾਲੀ ਜਿਹੜੀ ਹੈ ਜਿਹਦੇ ਵਿੱਚ ਹੀ ਵੇਸਟ ਜਾਂਦਾ ਹੈ, ਇੱਥੇ ਵੀ ਰੁਕ ਸਕਦਾ ਹੈ। ਤੇ ਹਮੇਸ਼ਾ ਜਦੋਂ ਵੀ ਪੱਥਰੀ ਬਣ ਜਾਂਦੀ ਹੈ ਤੇ ਉਹਦੇ ਨਾਲ ਦਰਦ ਬਹੁਤ ਹੁੰਦਾ ਹੈ। क्या कमाल दी गल है, रब ने ये किस तरह डायग्राम चीज़ां ਤੁਸੀਂ ਦੇਖ बनाईਆਂ ਸਕਦੇ ਤੁਹਾਡੇ ਹੋ। ਜਿਸਮ ਦੇ ਅੰਦਰ ਹੈ। ਤੇ ਸਾਨੂੰ ਦੇਖੋ ਇੰਨੇ ਬਿਜ਼ੀ ਹੈ, ਦੌੜ ਭੱਜਦੇ ਤੇ ਅਸੀਂ ਸੋਚਦੇ ਨਹੀਂ ਹਾਂ। ਜਦੋਂ ਤੁਸੀਂ ਡਾਇਗਰਾਮ ਵਗੈਰਾ ਦਿਖਾਉਂਦੇ ਹੋ ਨਾ, ਹਾਂਜੀ। ਇਨਸਾਨ ਨੂੰ ਟਾਈਮ ਕੱਢ ਕੇ ਇਹ ਚੀਜ਼ਾਂ ਬੋਡੀ ਦੇ ਜਿਹੜੇ ਮਿਲਦੀਆਂ ਤੁਹਾਨੂੰ ਮੈਡੀਕਲ ਮਿਲ ਜਾਂਦੀਆਂ ਨੇ ਸਾਰਾ ਕੁਝ। ਜਿੱਦਾਂ ਤੁਸੀਂ ਮੈਪ ਲੈ ਲੈਂਦੇ ਹੋ, ਕਿਤੇ ਪਹੁੰਚਣਾ ਹੁੰਦਾ ਸਾਰਾ ਕੁਝ ਉੱਥੇ ਦੱਸਿਆ ਹੁੰਦਾ, ਹਰ ਗਲੀ ਹਰ ਕੁੱਚਾ। ਇਸੇ ਤਰ੍ਹਾਂ ਅੰਦਰ ਥੋੜੇ ਗਲੀ ਕੁੱਚੇ ਸਾਰਾ ਕੁਝ ਦੱਸਿਆ ਹੁੰਦਾ ਉਹਦੇ ਬਾਰੇ। ਸਭ ਕੁਝ ਹੈਗਾ ਭਾਜੀ। ਦੇਖੋ ਪਰਮਾਤਮਾ ਨੇ ਇਦਾਂ ਦੀ ਇੱਕ ਪਰਫੈਕਟ ਚੀਜ਼ ਬਣਾਈ ਆ, ਹਾਂਜੀ, ਕਿੱਦਾਂ ਉਹ ਇਫੀਸ਼ੀਐਂਟਲੀ ਆਪਣੇ ਆਪ ਚੱਲੀ ਜਾਂਦੀ ਆ। ਤੇ ਇਹ ਤਾਂ ਸਿਰਫ ਸਾਡਾ ਪ੍ਰੋਬਲਮ ਹੈ, ਅਸੀਂ ਆਪਣੀ ਲਾਈਫ ਸਟਾਈਲ ਨਾਲ ਗਲਤ ਚੱਲਣ ਦੇ ਨਾਲ ਆਪਾਂ ਆਪਣਾ ਸਿਸਟਮ ਖਰਾਬ ਕਰ ਲੈਂਦੇ ਹਾਂ। ਤੇ ਸੋ ਖਾਸ ਪ੍ਰੋਬਲਮ ਜਿਹੜਾ ਕਿਡਨੀ 'ਚ ਅੱਜ ਕੱਲ੍ਹ ਆਉਂਦਾ ਹੈ ਉਹ ਕਿਡਨੀ ਸਟੋਨ ਦਾ ਆਉਂਦਾ ਹੈ, ਪੱਥਰੀ ਬਣ ਜਾਂਦੀ ਆ। ਤੇ ਜਦੋਂ ਪੱਥਰੀ ਬਣ ਜਾਂਦੀ ਆ ਕਿਡਨੀ ਦੇ ਵਿੱਚ ਤੇ ਦਰਦ ਬਹੁਤ ਹੁੰਦਾ, ਹਾਂਜੀ, ਤੇ ਉਹਨਾਂ ਤਕਲੀਫ ਹੁੰਦੀ ਆ। ਤੇ ਯੂਰਿਨ ਜਿਹੜਾ ਆ ਉਹ ਕਲਾਊਡੀ ਜਿਹਾ ਆ ਸਕਦਾ ਹੈ, ਧੁੰਦਲਾ ਜਿਹਾ ਰੰਗ ਹੋ ਸਕਦਾ, ਉਹਦਾ ਸਮੈਲ ਵੀ ਆ ਸਕਦੀ ਆ। ਤੇ ਇਹ ਨਿਸ਼ਾਨੀਆਂ ਹੁੰਦੀਆਂ ਪਈ ਕਿਡਨੀ ਸਟੋਨ ਦੀਆਂ। ਤੇ ਜੇ ਜ਼ਿਆਦਾ ਸਵੇਰ ਹੋਵੇ ਤਾਂ ਤੁਹਾਨੂੰ ਉਲਟੀ ਵੀ ਆ ਸਕਦੀ ਆ, ਹਾਂਜੀ, ਤੇ ਟੈਂਪਰੇਚਰ ਵੀ ਹੋ ਸਕਦਾ। ਤੇ ਇਹਦੀ ਵਜ੍ਹਾ ਖਾਸ ਹੁੰਦੀ ਆ ਪਈ ਜਾਂ ਤਾਂ ਬੋਡੀ ਵਿੱਚ ਕੈਲਸ਼ੀਅਮ ਜ਼ਿਆਦਾ ਆਉਂਦਾ ਆ, ਜਾਂ ਯੂਰਿਕ ਐਸਿਡ, ਤੇ ਜਾਂ ਆਕਸੈਲਿਕ ਐਸਿਡ। ਤੇ ਕੈਲਸ਼ੀਅਮ ਖਾਸ ਕਰਕੇ ਆਉਂਦੀ ਹੈਗੀ ਜ਼ਿਆਦਾ ਅੱਜ ਕੱਲ੍ਹ ਪਈ ਜਿਹੜੇ ਸਪਲੀਮੈਂਟਸ ਦਿੰਦੇ ਆ, ਹਾਂਜੀ। ਸੋ ਜਿਨ੍ਹਾਂ ਨੂੰ ਵੀ ਕੋਈ ਹੱਡੀਆਂ ਦੀ ਬਿਮਾਰੀ ਹੈਗੀ ਆ, ਅੱਜ ਕੱਲ੍ਹ GP ਉਹਨਾਂ ਨੂੰ ਕਾਫੀ ਡੋਜ਼ ਦਿੰਦੇ ਕੈਲਸ਼ੀਅਮ ਦਾ। ਤੇ ਉਹ ਜੇ ਤੁਸੀਂ ਲੀਫਲੇਟ ਪੜ੍ਹੋ ਵੀ ਉਹ ਗੋਲੀਆਂ ਦੀ, ਉਹਦੇ ਵਿੱਚ ਲਿਖਿਆ ਹੁੰਦਾ ਵੀ ਇਹਦਾ ਇੱਕ ਸਾਈਡ ਇਫੈਕਟ ਹੋ ਸਕਦਾ ਵੀ ਕਿਡਨੀ ਸਟੋਨ ਹੋ ਸਕਦਾ ਇਹਦੇ ਨਾਲ। ਤੇ ਫਿਰ ਲੋਕ ਆਪ ਵੀ ਖੁਦ ਕੈਲਸ਼ੀਅਮ ਸਪਲੀਮੈਂਟ ਕਾਫੀ ਲੈਂਦੇ ਰਹਿੰਦੇ ਆ। ਤੇ ਉਹ ਫਿਰ ਜਦੋਂ ਐਕਸੈਸ ਹੋ ਜਾਂਦਾ ਬਲੱਡ ਵਿੱਚ, ਉਹ ਫਿਰ ਕਈ ਵਾਰੀ ਕਿਡਨੀ ਦੇ ਵਿੱਚ ਡਿਪੋਜ਼ਿਟ ਹੋ ਜਾਂਦਾ ਤੇ ਉਹਦਾ ਪੱਥਰੀ ਬਣ ਜਾਂਦੀ ਭਾਜੀ। ਉਹ ਐਸਿਡ ਦੀ ਪੱਥਰੀ ਬਣਦੀ ਹੈ, ਇਹ ਕੈਲਸ਼ੀਅਮ ਦੀ ਭਾਜੀ, ਕੈਲਸ਼ੀਅਮ ਦੀ ਬਗੀ ਹਾਂਜੀ ਪਾਟਨ। ਹਾਂ ਹਾਂਜੀ, ਦੈਟਸ ਰਾਈਟ, ਪੱਥਰੀ ਬਣ ਜਾਂਦੀ ਕਰਕੇ ਟੂ ਮੱਚ ਕੈਲਸ਼ੀਅਮ ਚੌਕ ਹੀ ਹੁੰਦਾ ਕੈਲਸ਼ੀਅਮ, ਤੇ ਉੱਥੇ ਡਿਪੋਜ਼ਿਟ ਹੋ ਜਾਂਦਾ ਹੈ। ਤੇ ਫਿਰ ਉਹਦੇ ਨਾਲ ਤਕਲੀਫ ਹੋ ਜਾਂਦੀ ਆ। ਸੋ ਜੇ ਕੈਲਸ਼ੀਅਮ ਕਿਨੇ ਲੈਣਾ ਵੀ ਹੋਵੇ ਸਪਲੀਮੈਂਟ, ਉਹਦੇ ਨਾਲ ਵਿਟਾਮਿਨ K2 ਲੈਣਾ ਚਾਹੀਦਾ ਆ, ਹਾਂਜੀ। ਵਿਟਾਮਿਨ K2 ਜਿਹੜਾ ਉਹ ਜੰਮਣ ਨਹੀਂ ਦਿੰਦਾ ਹੈਗਾ ਕੈਲਸ਼ੀਅਮ ਨੂੰ ਕਿਡਨੀ ਵਿੱਚ ਜਾਂ ਕਿ ਬਲੱਡ ਵੈਸਲਸ ਵਿੱਚ। ਉਹ ਹੱਡੀਆਂ ਵਿੱਚ ਉਹਨੂੰ ਭੇਜਦਾ ਕੈਲਸ਼ੀਅਮ ਨੂੰ ਭਾਜੀ, ਜਿੱਥੇ ਲੋੜ ਹੈਗੀ ਆ। ਤੇ ਇਹੀ ਮੈਂ ਸਲਾਹ ਦਿੰਦਾ ਹੁੰਦਾ ਵੀ ਜੇ ਕੈਲਸ਼ੀਅਮ ਲੈਣਾ, ਉਹ ਨਾਲ ਵਿਟਾਮਿਨ K2 ਜ਼ਰੂਰ। ਪਰ ਇਹ ਪਹਿਲਾਂ ਹੁਣ ਤਾਂ ਨਹੀਂ, ਬੜੀ ਪੁਰਾਣੀ ਗੱਲ ਆ। ਅਸੀਂ ਜਦੋਂ ਅਫਰੀਕਾ ਦੀ ਗੱਲ ਕਰਾਂ, ਲੋਕੀ ਕਹਿੰਦੇ ਉੱਥੇ ਨਾ ਔਰਤਾਂ ਨੂੰ ਜਾਂ ਕਿਸੇ ਨੂੰ ਆਦਤ ਹੁੰਦੀ ਸੀਗੀ ਮਿੱਟੀ ਖਾਣੀ, ਇੱਕ ਮਿੱਟੀ ਹੁੰਦੀ ਨਾ ਮਿਲਦੀ ਹੁੰਦੀ ਸਪੈਸ਼ਲ, ਕਹਿੰਦੇ ਜੇ ਉਹ ਖਾਓ ਉਹਦੇ ਨਾਲ ਤੁਹਾਨੂੰ ਪੱਥਰੀ ਹੋ ਜਾਂਦੀ ਹੈ। ਹੈ ਇਹ ਤਾਂ ਪਤਾ ਨਹੀਂ ਸੀ ਕਿ ਤੁਸੀਂ ਜਿੱਦਾਂ ਦੱਸਦੇ ਹੋ ਕਿ ਇਸ ਤਰ੍ਹਾਂ ਪੱਥਰੀ ਹੁੰਦੀ ਹੈ। ਆਈ ਡਿਡਨਟ ਨੋ ਦੈਟ। ਯਾ ਦੈਟਸ ਰਾਈਟ। ਯਾ ਸੋ ਬਾਕੀ ਯੂਰਿਕ ਐਸਿਡ ਜ਼ਿਆਦਾ ਬਣਦਾ ਹੋਵੇ ਤੇ ਜ਼ਿਆਦਾ ਪ੍ਰੋਟੀਨ ਜਿਹੜੇ ਜ਼ਿਆਦਾ ਖਾਂਦੇ ਆ ਉਹਨਾਂ ਯੂਰਿਕ ਐਸਿਡ ਜ਼ਿਆਦਾ ਬਣਦਾ ਹੈ, ਉਹਦਾ ਵੀ ਕੈਲਸ਼ੀਅਮ ਯੂਰੇਟ ਪੱਥਰੀ ਬਣ ਸਕਦੀ ਆ। ਤੇ ਜ਼ਿਆਦਾ ਟਮਾਟਰ ਖਾਣ ਦੇ ਨਾਲ, ਤੇ ਟਮਾਟਰ ਵਿੱਚ ਇੱਕ ਐਸਿਡ ਹੁੰਦੀ ਆਕਸੈਲਿਕ ਐਸਿਡ ਕਹਿੰਦੇ ਉਹਨੂੰ, ਤੇ ਉਹਦਾ ਕੈਲਸ਼ੀਅਮ ਆਕਸਲੇਟ ਪੱਥਰੀ ਬਣ ਜਾਂਦੀ ਆ। ਰੀਅਲੀ? ਹਾਂਜੀ ਹਾਂਜੀ, ਦੈਟਸ ਰਾਈਟ। ਤੇ ਰੂਬਾਬ ਵਿੱਚ ਵੀ ਹੁੰਦੀ ਆ ਆਕਸੈਲਿਕ ਐਸਿਡ, ਸਟ੍ਰਾਬੇਰੀਜ਼ ਵਿੱਚ ਵੀ ਹੁੰਦੀ ਆ। ਸਟ੍ਰਾਬੇਰੀਜ਼ ਵੀ? ਹਾਂ, ਦੈਟਸ ਰਾਈਟ। ਤੁਹਾਨੂੰ ਪਤਾ ਜੀ ਉਹ ਤੇ ਮੇਰੀ ਫੇਵਰਿਟ ਹੈ ਇੱਕਦਮ। ਨਹੀਂ, ਉਹ ਤਾਂ ਖਾ ਸਕਦੇ ਪਰ ਆਵਾਗੌਂਡ ਨਹੀਂ ਖਾਣੀ ਜਾਣੀ ਕਿ। ਪਰ ਆਵਾਗੌਂਡ ਤਾਂ ਕੋਈ ਵੀ ਚੀਜ਼ ਖਾਓ ਸਾਰਾ ਕੁਝ ਖਰਾਬ ਹੀ ਹੈ, ਵਾਟਐਵਰ ਤੁਸੀਂ ਖਾਓ। ਪਰ ਤੁਹਾਨੂੰ ਪਤਾ ਗੋਰੇ ਜਦੋਂ ਸਟ੍ਰਾਬੇਰੀਜ਼ ਖਾਂਦੇ ਉਹਦੇ ਨਾਲ ਕੀ ਖਾਂਦੇ ਆ? ਕਰੀਮ ਹੁੰਦੀ, ਕਰੀਮ ਹੁੰਦੀ ਨਾਲ। ਤੇ ਜਦੋਂ ਰੂਬਾਬ ਬਣਾਉਂਦੇ ਆ ਉਹਦੇ ਨਾਲ ਕੀ ਹੁੰਦਾ ਜੀ? ਕਰੀਮ ਹੁੰਦੀ, ਕਸਟਰਡ ਹੁੰਦਾ ਨਾ। ਤੇ ਇਸੇ ਕਰਕੇ ਹੁੰਦਾ ਵੀ ਉਹ ਜਿਹੜਾ ਆਕਸੈਲਿਕ ਐਸਿਡ ਆ
ਉਹ ਐਬਜ਼ੋਰਬ ਹੋ ਜਾਵੇ ਕੈਲਸ਼ੀਅਮ ਦੇ ਨਾਲ, ਪਹਿਲਾਂ ਹੀ ਇਨਸੋਲੂਬਲ ਬਣ ਜਾਵੇ। ਹਾਂਜੀ, ਫਿਰ ਤੁਹਾਡੀ ਬਾਡੀ ਐਬਜ਼ੋਰਬ ਨਾ ਕਰੇਗੀ ਉਹਨੂੰ। ਇਹ ਤਾਂ ਇਦਾਂ ਮੈਨੂੰ ਲੱਗਿਆ ਕਿ ਫੈਸ਼ਨ ਹੀ ਹੈਗਾ ਐਸਟ੍ਰੋਜਨ ਵਾਲਾ, ਤੁਹਾਨੂੰ ਉਹ ਖਾਣੀ ਚਾਹੀਦੀ ਹੈ ਕਰੀਮ, ਯੂ نو that's ਇਟ reason. ਗੋਜ਼ ਵੈਲ ਵਿਦ ਦੈਟ, ਨੋਟ ਨੋਇੰਗ ਕਿ ਉਹ ਕੀ ਕੰਮ ਕਰਦੀ ਹੈ। ਹਾਂ, ਦੈਟਸ ਰਾਈਟ। ਉਹ ਪਹਿਲਾਂ ਹੀ ਉਹ ਬਾਈਂਡ ਹੋ ਜਾਂਦਾ ਆਕਸੈਲਿਕ ਐਸਿਡ ਕੈਲਸ਼ੀਅਮ ਦੇ ਨਾਲ, ਤੇ ਫਿਰ ਉਹ ਇਨਸੋਲੂਬਲ ਬਣ ਜਾਂਦਾ, ਫਿਰ ਤੁਹਾਡੀ ਬਾਡੀ ਚੁੱਕ ਨਹੀਂ ਸਕਦੀ ਉਹਨੂੰ। ਡਾਕਟਰ ਸਾਹਿਬ, ਜੇ ਤੁਸੀਂ ਨਾ ਹੁਣ ਕਾਰ ਦੇਖੋ ਜਾਂ ਤੁਸੀਂ ਵਾਸ਼ਿੰਗ ਮਸ਼ੀਨ ਦੇਖੋ, ਉਹਦੇ ਜਿਹੜਾ ਵੀ ਉਹ ਫੰਗਸ ਜਿਹਾ ਇਕੱਠਾ ਹੋ ਜਾਂਦਾ ਹੈ, ਉਹਦੇ ਵੀ ਇੱਕ ਚੀਜ਼ ਆਉਂਦੀ ਹੈ, ਉਹ ਤੁਸੀਂ ਉਹਨੂੰ ਪਾ ਕੇ ਧੋ ਕੱਪੜੇ, ਉਹ ਕਲੀਅਰ ਹੋ ਜਾਂਦੀ ਹੈ। ਇਹ ਸਿਸਟਮ ਉਹੀ ਹੋਈ ਹੈ, ਉਹੀ ਹੈ ਸਿਸਟਮ, ਬਿਲਕੁਲ ਉਹ ਸਿਸਟਮ ਹੈ। ਹਾਂਜੀ, ਦੈਟਸ ਰਾਈਟ, ਯਾ। ਕਿਆ ਕਮਾਲ ਦੀ ਗੱਲ ਹੈ ਯਾਰ, ਹਾਂਜੀ, ਸਰਪ੍ਰਾਈਜ਼ਿੰਗ। ਇੱਦਾਂ ਦੇ ਸ਼ੋਅ ਪਲੀਜ਼ ਦੇਖਿਆ ਕਰੋ, ਬੇਸ਼ੱਕ ਦੇ ਰੱਬ ਤੁਹਾਨੂੰ ਤੰਦਰੁਸਤ ਰੱਖੇ, ਕੋਈ ਬਿਮਾਰੀ ਨਾ ਪਵੇ, ਬਟ ਨਾਈਸ ਟੂ ਨੋ ਕਿ ਤੁਹਾਨੂੰ ਕਿਹਦੇ ਨਾਲ ਤਕਲੀਫ ਹੁੰਦੀ ਹੈ, ਉਹਦੀ ਰੈਮੇਡੀ ਕੀ ਹੈਗੀ, ਕੀ ਕਰਨਾ ਚਾਹੀਦਾ, ਕਿਉਂਕਿ ਬਿਮਾਰੀ ਵਧਣ ਨਾਲੋਂ ਨਾ, ਅਗਰ ਬੰਦੇ ਨੂੰ ਪਹਿਲਾਂ ਥੋੜ੍ਹੀ ਬਹੁਤੀ ਨੌਲੇਜ ਹੋਵੇ, ਪਰ ਉਹਦੇ ਨਾਲ ਦੇ ਨਾਲ ਪਲੀਜ਼ ਤੁਸੀਂ ਕਿਸੇ ਵੀ ਤਰ੍ਹਾਂ ਆਪਣੇ ਐਕਸਪਰਟ, ਮੈਡੀਕਲ ਐਕਸਪਰਟ ਜ਼ਰੂਰ ਲਿਆ ਕਰੋ। ਕਿਸੇ ਵੀ ਤਰ੍ਹਾਂ ਤੁਸੀਂ ਆਪਣੀ ਜ਼ਿੰਦਗੀ 'ਚ ਚੇਂਜ ਕਰਦੇ ਹੋ ਨਾ, ਆਲਵੇਜ਼ ਟੇਕ ਅ ਮੈਡੀਕਲ ਐਡਵਾਈਸ, ਕੰਸਲਟੈਂਟ ਕੋਲ ਗੱਲ ਕਰਕੇ ਫਿਰ ਉਹਨੂੰ ਸਟਾਰਟ ਕਰੋ। ਹਾਂਜੀ, ਜੀ, ਤੇ ਹਾਂਜੀ। ਪਾਣੀ ਪੀਣਾ ਵੀ ਜ਼ਰੂਰੀ ਆ ਭਾਜੀ। ਤੇ ਕਈ ਲੋਕੀ ਬਹੁਤ ਕਮ ਪਾਣੀ ਪੀਂਦੇ ਆ, ਤੇ ਉਹਦੇ ਨਾਲ ਫਿਰ ਤੁਹਾਡਾ ਖੂਨ ਗਾੜਾ ਹੋ ਜਾਂਦਾ ਹੈ। ਤੇ ਐਦਾਂ ਵੀ ਜਿਹੜਾ ਪਾਣੀ ਆ ਉਹ ਵੀ ਇੱਕ ਤਰ੍ਹਾਂ ਦਾ ਫਲਸ਼ ਸਿਸਟਮ ਆ, ਤੇ ਤੁਹਾਡੇ ਕਿਡਨੀਜ਼ ਨੂੰ ਫਲਸ਼ ਕਰਦਾ ਹੈ। ਬਿਲਕੁਲ। ਸੋ ਪਾਣੀ ਇਨਫ ਪੀਣਾ ਚਾਹੀਦਾ ਹਰ ਵੇਲੇ। ਤੇ ਮੈਂ ਬੜਾ ਟੈਪ ਵਾਟਰ ਦੇ ਹੱਕ 'ਚ ਨਹੀਂ ਹੈਗਾ, ਕਿਉਂਕਿ ਟੈਪ ਵਾਟਰ ਵਿੱਚ ਵੀ ਕਾਫੀ ਕੈਮੀਕਲਸ ਪਾਏ ਹੁੰਦੇ ਆ। ਪਰ ਹੁਣ ਤਾਂ ਮੈਨੂੰ ਲੱਗਦਾ ਲੋਕ ਬਹੁਤ ਘੱਟ ਪੀਂਦੇ ਨੇ ਟੈਪ ਦਾ, ਆਈ ਥਿੰਕ ਸੋ, ਹੈ ਨਾ। ਦੈਟਸ ਰਾਈਟ। ਇਹ ਤੁਸੀਂ ਸੋਚੋ ਨਾ ਵੀ ਜਿਹੜਾ ਟੈਪ 'ਚੋਂ ਆਉਂਦਾ ਪਾਣੀ, ਉਹਦੇ ਵਿੱਚ ਪਹਿਲਾਂ ਤਾਂ ਕਈ ਕੈਮੀਕਲ ਪੈਂਦੇ ਆ ਉਹਨੂੰ ਕਲੀਨ ਕਰਨ ਲਈ, ਤੇ ਫਿਰ ਉਹ ਪਤਾ ਨਹੀਂ ਕਿੰਨੇ ਮੀਲ ਉਹ ਪਾਈਪਾਂ ਦੇ ਵਿੱਚ ਹੀ ਆਉਂਦਾ ਤੁਹਾਡੇ ਘਰ ਨੂੰ। ਹਾਂਜੀ, ਤੇ ਉਹ ਪਤਾ ਨਹੀਂ ਕਿੰਨੇ ਪੁਰਾਣੇ ਪਾਈਪ ਆ ਉਹ, ਹਾਂਜੀ, ਕਦੋਂ ਦੇ ਪਾਏ ਹੋ ਆ, ਤੇ ਉਹਨਾਂ ਵਿੱਚ ਰਸਟ ਵੀ ਲੱਗਾ ਹੋਊਗਾ, ਹੋਰ ਵੀ ਕੁਝ ਗੰਦ ਹੋਊਗਾ, ਤੇ ਉਹ ਸਾਰਾ ਤੁਹਾਡੇ ਘਰ ਵਿੱਚ ਆਉਂਦਾ ਟੈਪ ਦੇ ਥਰੂ। ਸੋ ਮੈਂ ਤਾਂ ਕਹਿੰਦਾ ਵੀ ਸਪਰਿੰਗ ਵਾਟਰ ਪੀਆ ਕਰੋ ਇਫ ਪੋਸੀਬਲ। ਪਰ ਜੇ ਟੈਪ ਦਾ ਵਾਟਰ ਹੈਗਾ, ਇਜ਼ ਦਿਸ ਰਾਈਟ ਕਿ ਤੁਸੀਂ ਉਹਨੂੰ ਬੋਇਲ ਕਰਕੇ ਰੱਖ ਲਓ, ਜਦੋਂ ਬਾਅਦ ਠੰਡਾ ਹੋ ਜਾਏ ਤੁਸੀਂ ਕੰਜ਼ਿਊਮ ਕਰ ਸਕਦੇ ਹੋ ਉਹਨੂੰ? ਹਾਂਜੀ, ਉਹ ਥੋੜ੍ਹਾ ਇੱਦਾਂ ਹੈ ਵੀ ਜੇ ਬੋਇਲ ਕਰ ਲੈਂਦੇ ਆ, ਤੇ ਥੋੜ੍ਹਾ ਜਿਹਾ ਉਹ ਚੌਕ ਵਗੈਰਾ ਸੈਟਲ ਡਾਊਨ ਹੋ ਜਾਂਦਾ ਹੈ, ਤੇ ਜੇ ਕੋਈ ਉਹ 'ਚ ਬੈਕਟੀਰੀਆ ਵਾਇਰਸ ਹੋਣ ਉਹ ਵੀ ਮਰ ਜਾਂਦੇ ਆ। ਤੇ ਬਾਕੀ ਤੇ ਫਿਲਟਰ ਵੀ ਯੂਜ਼ ਕਰ ਸਕਦੇ ਆ, ਤੇ ਫਿਲਟਰ ਨਾਲ ਵੀ ਕਈ ਕੁਝ ਨਿਕਲ ਜਾਂਦਾ ਹੈ, ਕਾਰਬਨ ਫਿਲਟਰ ਹੁੰਦੇ ਮੋਸਟਲੀ, ਤੇ ਚੌਕ ਵਗੈਰਾ ਇੱਦਾਂ ਦੀਆਂ ਚੀਜ਼ਾਂ ਉਹ ਨਿਕਲ ਜਾਂਦੀਆਂ ਫਿਲਟਰ ਨਾਲ। ਸੋ ਜਿੰਨਾ ਵੀ ਤੁਸੀਂ ਆਪਣੇ ਆਪ ਨੂੰ ਬਚਾ ਸਕਦੇ ਆ ਉਨਾ ਹੀ ਬਿਹਤਰ ਹੈ। ਹਾਂਜੀ, ਪਰ ਜੇ ਹੁਣ ਏਅਰਕ੍ਰਾਫਟ ਦਾ ਇੰਜਨ ਜਦੋਂ 2 ਹੁੰਦੇ ਨੇ, ਟਵਿਨ ਇੰਜਨ ਜਾਂ 4 ਇੰਜਨ ਹੁੰਦੇ ਨੇ, ਇੱਕ ਖਰਾਬ ਹੋ ਜਾਏ ਤੇ ਪਾਇਲਟ ਇੱਕ ਇੰਜਨ ਉੱਪਰ 3 'ਚ ਲਿਜਾ ਸਕਦਾ ਹੈ। ਇਹ ਹੁਣ ਕਿਡਨੀ ਦਾ ਵੀ ਹਿਸਾਬ ਇਹੀ ਹੈਗਾ, ਜੇ ਇੱਕ ਕਿਡਨੀ ਖਰਾਬ ਹੋ ਜਾਵੇ ਤੇ ਉਹ ਫੰਕਸ਼ਨ ਉੱਦਾਂ ਹੀ ਕਰੇਗੀ ਕਿ ਬਾਡੀ ਥੋੜੀ ਘਾਟ ਪੈ ਜਾਂਦੀ ਹੈ ਉਹਦੀ? ਨਹੀਂ ਭਾਜੀ, ਇੱਕ ਕਿਡਨੀ ਸਾਰਾ ਹਿਸਾਬ ਚੱਕ ਲੈਂਦੀ ਆ, ਸਾਰਾ ਕੰਮ ਚੱਕ ਲੈਂਦੀ ਆ। ਸੋ ਕੰਮ ਤੁਹਾਡਾ ਚੱਲਦਾ ਹੀ ਰਹਿੰਦਾ ਇੱਕ ਕਿਡਨੀ ਦੇ ਨਾਲ, ਜੇ ਇੱਕ ਕਿਡਨੀ ਫੇਲ ਹੋ ਜਾਵੇ। ਸੋ ਇਜ਼ ਨਾਟ ਅ ਪ੍ਰੋਬਲਮ। ਰੀਅਲੀ? ਹਾਂਜੀ, ਦੈਟਸ ਰਾਈਟ। ਪਰ ਉਹ ਖਤਰਾ ਤਾਂ ਇਹ ਹੈਗਾ ਵੀ ਜੇ ਉਹ ਵੀ ਫੇਲ ਹੋ ਗਿਆ ਨਾ, ਫੇਰ ਪ੍ਰੋਬਲਮ ਆਉਂਦਾ ਆ। ਉਹੀ ਨਾ, ਜਿੱਦਾਂ ਮੈਂ ਤੁਹਾਨੂੰ ਏਅਰਕ੍ਰਾਫਟ ਦਾ ਵੀ ਦੱਸਿਆ, ਉਹ ਤੇ ਚਲੋ ਐਮਰਜੈਂਸੀ ਹੁੰਦਾ ਕਿ ਤੁਹਾਨੂੰ ਡੈਸਟੀਨੇਸ਼ਨ ਤੇ ਪਹੁੰਚਾ ਦੇਗਾ ਇੱਕ ਇੰਜਨ ਦੇ ਨਾਲ, ਉਹ ਆਪਣਾ ਸੇਫਲੀ ਤੁਸੀਂ ਪਹੁੰਚ ਸਕਦੇ ਹੋ, ਲੇਕਿਨ ਤੁਸੀਂ ਕੰਟੀਨਿਊਸ ਉਹਨੂੰ ਨਹੀਂ ਕਰ ਸਕਦੇ। ਜੇ ਉਹ ਵੀ ਥੱਲੇ ਲੱਗ ਗਿਆ ਤਾਂ ਫਿਰ ਤਾਂ ਡੇਂਜਰ ਹੀ ਹੈ ਨਾ। ਫੇਰ ਡੇਂਜਰ ਹੈ, ਹਾਂਜੀ, ਦੈਟਸ ਰਾਈਟ। ਸੋ ਇਸੇ ਕਰਕੇ ਆਪਣੀ ਸਿਹਤ ਦਾ ਖਿਆਲ ਆਪਣੇ ਆਪ ਰੱਖਣਾ ਚਾਹੀਦਾ ਹੈ, ਤੇ ਤੁਸੀਂ ਆਪਣੀ ਬਾਡੀ ਨੂੰ ਅਬਿਊਜ਼ ਨਾ ਕਰੋ, ਹੈ ਨਾ, ਤੇ ਐਵੇਂ ਹੀ ਜ਼ਿਆਦਾ ਸ਼ਰਾਬ ਨਾ ਪੀ ਜਾਓ, ਜ਼ਿਆਦਾ ਹੀ ਜੰਕ ਫੂਡ ਨਾ ਖਾਈ ਜਾਓ, ਤੇ ਤੁਸੀਂ ਆਪਣੇ ਵਿਟਾਮਿਨਸ, ਮਿਨਰਲਸ, ਸਪਲੀਮੈਂਟਸ ਲਓ, ਚੰਗਾ ਫਰੈਸ਼ ਫੂਡ ਖਾਓ, ਤੇ ਥੋੜ੍ਹੀ ਬਹੁਤੀ ਐਕਸਰਸਾਈਜ਼ ਵੀ ਕਰੋ। ਆਪਾਂ ਹਮੇਸ਼ਾ ਕਹਿੰਦੇ ਹਾਂ ਹਾਰਟ ਨੂੰ ਹੈਲਦੀ ਰੱਖਣ ਨੂੰ ਕੀ ਕਰਨਾ ਚਾਹੀਦਾ, ਜਿੱਦਾਂ ਤੁਸੀਂ ਖਾਣੇ ਦੇ ਦੱਸਦੇ ਹੋ। ਜੇ ਕਿਡਨੀ ਨੂੰ ਤੁਸੀਂ ਹੈਲਦੀ ਰੱਖਣਾ, ਪਹਿਲਾਂ ਤਾਂ ਡਾਈਟ ਤੁਸੀਂ ਦੱਸਿਆ, ਹੋਰ ਕਿੱਦਾਂ ਰੱਖ ਸਕਦੇ ਹੋ? ਹਾਂਜੀ, ਇਹੀ ਆ ਵੀ ਤੁਸੀਂ ਪਾਣੀ ਇਨਫ ਪੀਣਾ ਆ। ਪਾਣੀ ਇਨਫ ਪੀਣਾ। ਬਹੁਤ ਲੋਕੀ ਉਹ ਬਹੁਤ ਘੱਟ ਪਾਣੀ ਪੀਂਦੇ ਆ। ਹਾਂਜੀ, ਤੇ ਤੁਸੀਂ ਐਕਸਰਸਾਈਜ਼ ਜ਼ਰੂਰ ਕਰੋ, ਉਹਨਾਂ ਫਿਰ ਤੁਹਾਡੀ ਸਰਕੂਲੇਸ਼ਨ ਚੱਲਦੀ ਰਹਿੰਦੀ ਆ। ਹਾਂਜੀ, ਤੇ ਮੇਨ ਥਿੰਗ ਹੈ ਜਿਹੜੀ ਸਟਰੈਸ ਭਾਜੀ, ਹੈ ਨਾ, ਸਟਰੈਸ ਨਾਲ 100 ਬਿਮਾਰੀ ਜਾਗਦੀ ਆ। ਤੇ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਭਾਜੀ, ਇੱਦਾਂ ਕਈ ਵਾਰੀ ਲੋਕ ਦੱਸਦੇ ਨਹੀਂ ਹੈਗੇ ਸਾਨੂੰ ਅਸਲੀ ਕੀ ਪ੍ਰੋਬਲਮ ਜਦੋਂ ਡਾਕਟਰ ਕੋਲ ਆਉਂਦੇ ਆ। ਤੇ ਮੈਂ ਐਗਜ਼ਾਮਪਲ ਦਿੰਦਾ ਵੀ ਇੱਕ ਗੋਰਿਆਂ ਦੀ ਲੇਡੀ ਮੇਰੇ ਕੋਲ ਆਈ ਸੀਗੀ ਇਲਾਜ ਕਰਾਉਣ, ਤੇ ਉਹਦੇ ਜੋੜ ਦੁਖਦੇ ਸੀ ਭਾਜੀ। ਤੇ ਅਸੀਂ ਉਹਨਾਂ ਨੂੰ ਜੋੜਾਂ ਦੀਆਂ ਦਵਾਈਆਂ ਦੇਈ ਗਏ, ਪਰ ਉਹਨੂੰ ਕੋਈ ਫਰਕ ਨਹੀਂ ਪਿਆ। ਤੇ ਫਿਰ ਨੋਟ ਕੀਤਾ ਵੀ ਉਹਦੇ ਚਿਹਰੇ 'ਤੇ ਥੋੜ੍ਹੀ ਜਿਹੀ ਉਦਾਸੀ ਰਹਿੰਦੀ ਆ। ਹਾਂਜੀ, ਫਿਰ ਉਹਨੂੰ ਅਸੀਂ ਖਾਸ ਪੁੱਛਿਆ ਵੀ ਤੂੰ ਉਦਾਸ ਕਾਹਤੇ ਰਹਿੰਦੀ ਹੈ ਨਾ, ਵੀ ਲੱਗਦੀ ਵੀ ਤੂੰ ਉਦਾਸ ਆ, ਤੈਨੂੰ ਕੋਈ ਪ੍ਰੋਬਲਮ ਆ। ਤੇ ਫਿਰ ਉਹਨੂੰ ਹੌਲੀ ਹੌਲੀ ਗੱਲ ਖੋਲ੍ਹੀ ਵੀ ਉਹਦਾ ਮੁੰਡਾ ਸੀ, ਉਹ 'ਤੇ ਕੋਈ ਕ੍ਰਾਈਮ ਲਾਇਆ ਗਿਆ, ਉਹਨੇ ਕ੍ਰਾਈਮ ਕੀਤਾ ਨਾ ਸੀਗਾ, ਪਰ ਉਹਦਾ ਨਾਂ ਲੱਗ ਗਿਆ, ਤੇ ਉਹ ਮੁੰਡੇ ਨੂੰ ਜੇਲ੍ਹ ਜਾਣਾ ਪਿਆ ਭਾਜੀ। ਤੇ ਉਹ ਤਾਂ ਬਹੁਤ ਅਪਸੈਟ ਸੀ, ਬਹੁਤ ਆਪਣੇ ਮੁੰਡੇ ਬਾਰੇ ਫਿਕਰ ਕਰਦੀ ਸੀ।
ਤੇ ਫਿਰ ਅਸੀਂ ਉਹ ਜਿਹੜੇ ਇਮੋਸ਼ਨਲ ਉਹਦਾ ਪ੍ਰੋਬਲਮ ਸੀ, ਅਸੀਂ ਇਮੋਸ਼ਨਸ ਤੇ ਦਵਾਈ ਹੋਮਿਓਪੈਥੀ ਦਵਾਈ ਦਿੱਤੀ ਭਾਜੀ। ਉਹਦੇ ਨਾਲ ਉਹਦੇ ਜੋੜ ਠੀਕ ਹੋ ਗਏ। ਸੋ ਅਮੇਜ਼ਿੰਗ ਜਿਹੀ ਗੱਲ ਹੋਈ। ਸੋ ਇਸੇ ਤਰ੍ਹਾਂ ਸਾਡੀ ਕਮਿਊਨਿਟੀ 'ਚ ਵੀ ਹੈਗਾ ਆ ਵੀ ਉਹ ਜਦੋਂ ਡਾਕਟਰ ਕੋਲ ਆਉਂਦੇ ਆ, ਜਿਹੜੀ ਅੰਦਰਲੀ ਗੱਲ ਹੁੰਦੀ ਕਈ ਵਾਰੀ ਦੱਸਦੇ ਨਹੀਂ ਸਾਨੂੰ, ਕਿਉਂਕਿ ਉਹਨੂੰ ਲੱਗਦਾ ਉਹਦੇ ਬਿਮਾਰੀ ਨਾਲ ਕੋਈ ਲੈਣਾ ਦੇਣਾ ਨਹੀਂ ਹਾਂ, ਨਾ, ਉਹਨਾਂ ਨੂੰ ਲੱਗਦਾ ਵੀ ਇਹ ਸੰਬੰਧ ਨਹੀਂ ਹੈਗਾ, ਸੰਬੰਧ ਨਹੀਂ ਹੈਗਾ। ਹਾਂ, ਤੇ ਨਾਲੇ ਉਹ ਥੋੜ੍ਹੀ ਜਿਹੀ ਐਂਬੈਰਸਡ ਫੀਲ ਕਰਦੇ ਆ ਵੀ ਅਸੀਂ ਆਪਣੀ ਘਰ ਦੀ ਗੱਲ ਕਾਹਦੇ ਲਈ ਦੱਸੀਏ, ਹੈ ਨਾ। ਪਰ ਇਹ ਪ੍ਰੋਬਲਮ ਤੇ ਭਾਜੀ ਹਰੇਕ ਘਰ ਵਿੱਚ ਕੋਈ ਨਾ ਕੋਈ ਹੁੰਦਾ ਹੀ ਆ। ਹਾਂਜੀ, ਇੱਦਾਂ ਨਹੀਂ ਹੈਗਾ ਵੀ ਕੋਈ ਫੈਮਿਲੀ ਹੈਗੀ ਜਿਨ੍ਹਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਨਹੀਂ ਹੈਗਾ। ਸੋ ਇਹ ਨਹੀਂ ਸੋਚਣਾ ਚਾਹੀਦਾ ਲੋਕਾਂ ਨੂੰ ਵੀ ਨਹੀਂ ਇਹ ਸਾਡਾ ਐਂਬੈਰਸਿੰਗ ਆ ਵੀ ਅਸੀਂ ਕਿਸੇ ਨੂੰ ਦੱਸਣਾ ਨਹੀਂ ਗਾ। ਕਹਿੰਦੇ ਹੁੰਦੇ ਪ੍ਰੋਬਲਮ ਸ਼ੇਅਰਡ ਇਜ਼ ਅ ਪ੍ਰੋਬਲਮ ਹਾਫਡ, ਹੈ ਨਾ। ਤੇ ਤੁਸੀਂ ਨਾਲੇ ਕਹਿੰਦੇ ਗੈਟ ਥਿੰਗਸ ਆਫ ਯੋਰ ਚੈਸਟ, ਹੈ ਨਾ, ਇਹਨਾਂ ਦੇ ਕਹਾਵਤ ਹੈ ਗੋਰਿਆਂ ਦੀ, ਵੀ ਤੁਸੀਂ ਆਪਣੀ ਪੜਾਸ ਬਾਹਰ ਕੱਢ ਲੈਂਦੇ ਆ, ਤੁਸੀਂ 50% ਠੀਕ ਹੋ ਜਾਂਦੇ ਆ। ਪਰ ਡਾਕਟਰ ਜੀ, ਨੋਟ ਓਨਲੀ ਦੈਟ, ਮੈਂ ਹਮੇਸ਼ਾ ਕਹਿੰਦਾ ਹਰ ਪ੍ਰੋਗਰਾਮ 'ਚ ਤੁਸੀਂ ਕੋਈ ਕੰਮ ਸਹੀ ਕਰਾਉਣਾ ਨਾ, ਜਿੱਦਾਂ ਅਕਾਊਂਟੈਂਟ ਹੋਇਆ, ਡਾਕਟਰ ਹੋਇਆ, ਇੱਦਾਂ ਦੀ ਚੀਜ਼ਾਂ ਦਾ ਲਾਇਰ ਹੋਇਆ, ਤੁਸੀਂ ਕੋਈ ਵੀ ਤੁਹਾਡਾ ਕੇਸ ਵੀ ਹੈਗਾ, ਤੁਹਾਨੂੰ ਹਕੀਕਤ ਦੱਸਣਾ ਪੈਂਦਾ ਤਾਂ ਕਿ ਉਹ ਸਮਝ ਕੇ ਤੁਹਾਨੂੰ ਉਹਦੀ ਗਾਈਡ ਕਰ ਸਕੇ। ਜੇ ਤੁਸੀਂ ਉਨਕੋ ਲਾਅ ਦਾ ਕੇਸ ਹੋਏ, ਤੁਸੀਂ ਅੱਧਾ ਲਖੋ ਲਵੋ, ਉਹਨੂੰ ਦੱਸੋ ਨਾ ਕਿ ਉਹਦੀ ਟਰੂਥ ਕੀ ਹੈਗਾ, ਤੇ ਫਿਰ ਉਹ ਕਿੱਦਾਂ ਫਾਈਟ ਹੋ ਸਕਦਾ। ਇਸੇ ਤਰ੍ਹਾਂ ਮੈਡੀਕਲ ਦਾ ਹੁੰਦਾ ਹੈ। ਦੈਟਸ ਰਾਈਟ। ਇਹ ਇੱਕ ਬੀਬੀ ਸਾਡੇ ਕੋਲ ਆਈ ਸੀਗੀ ਤੇ ਉਹਦੇ ਗੋਡੇ ਵਿੱਚ ਪ੍ਰੋਬਲਮ ਸੀ, ਤੇ ਉਹਦਾ ਜਿਹੜਾ ਛੋਟਾ ਮੁੰਡਾ ਸੀ ਉਹ ਮੇਰੇ ਤੋਂ ਪਹਿਲਾਂ ਦਵਾਈ ਲੈਂਦਾ ਸੀ, ਤੇ ਉਹਨੇ ਮੈਨੂੰ ਦੱਸਿਆ ਵੀ ਸਾਡੇ ਘਰ ਵਿੱਚ ਪ੍ਰੋਬਲਮ ਆ ਵੀ ਮੇਰਾ ਜਿਹੜਾ ਬੜਾ ਭਰਾ ਸੀਗਾ ਉਹਦਾ ਵਿਆਹ ਹੋਇਆ, ਉਹ ਘਰ ਛੱਡ ਕੇ ਚਲੇ ਗਿਆ, ਤੇ ਮੇਰੀ ਮਦਰ ਬਹੁਤ ਅਪਸੈਟ ਆ। ਤੇ ਉਹ ਜਦੋਂ ਬੀਬੀ ਆਈ ਤਾਂ ਉਹ ਕਹਿੰਦੀ ਮੈਨੂੰ ਗੋਡੇ ਦੀ ਦਵਾਈ ਦਿਓ। ਤੇ ਮੈਂ ਕਿਹਾ ਠੀਕ ਹੈ, ਤੁਸੀਂ ਦੱਸੋ ਵੀ ਤੁਹਾਨੂੰ ਹੋਰ ਕੋਈ ਟੈਨਸ਼ਨ ਤਾਂ ਨਹੀਂ ਗਾ, ਕੋਈ ਸਟ੍ਰੈਸ ਤਾਂ ਨਹੀਂ ਗੀ। ਕਹਿੰਦੀ ਇੱਦਾਂ ਦੀਆਂ ਗੱਲਾਂ ਨਾ ਮੈਨੂੰ ਪੁੱਛੋ, ਕਹਿੰਦੀ ਗੋਡੇ ਲਈ ਦਵਾਈ ਦਿਓ ਤੂੰ ਮੈਨੂੰ। ਉਹ ਸਹੀ ਦਵਾਈ ਫਿਰ ਬਣਨੀ ਨਾ ਸੀ ਇੱਦਾਂ। ਅੱਛਾ, ਰੀਅਲੀ? ਹਾਂ, ਤੁਹਾਡੀ ਉਹੀ ਨਾ, ਲੋਕੀ ਤਰ੍ਹਾਂ ਦੇ ਆਉਂਦੇ ਨੇ, ਆਪਣੇ ਸਵਾਲ ਸਮਝਣਾ ਚਾਹੀਦਾ। ਡਾਕਟਰ ਸਾਹਿਬ, ਜਿਹੜਾ ਤੁਸੀਂ ਆਪਣੀ ਗੱਲ ਕਰਦੇ ਸੀ ਨਾ ਫੇਸ ਦੇ ਲੁੱਕ ਦੀ, ਥੋੜੇ ਮਹੀਨੇ ਮੈਂ ਤੁਹਾਡੇ ਪਾਸ ਗੱਲ ਕੀਤੀ ਸੀਗੀ ਕਿ ਕਈ ਚਿਹਰੇ ਹੁੰਦੇ ਨੇ ਬੜਾ ਸ਼ਾਂਤ, ਬੜੇ ਰਿਲੈਕਸ ਲੱਗਦੇ ਨੇ, ਹੈ ਕਿ ਉਹ ਬਿਲਕੁਲ ਇੱਕਦਮ ਕਾਮ ਹੁੰਦੇ ਨੇ। ਕਈ ਹੁੰਦੇ ਤੇ ਉਹਨਾਂ 'ਚ ਨਾ ਰਾਈਟ ਨਹੀਂ ਲੱਗਦਾ ਚਿਹਰਾ, ਦਾ ਲੱਗਦਾ ਕੋਈ ਫਿਕਰ ਜਿਹਾ, ਕਿਸੇ ਚੀਜ਼ ਤੋਂ ਡਰੇ ਹੋਏ ਨੇ। ਆਪਾਂ ਕਾਲ ਲੈ ਲੈਂਦੇ, ਫਿਰ ਗੱਲ ਕਰ ਲੈਂਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਕੌਣ ਬੋਲਦੇ ਹੋ, ਕਿੱਥੋਂ ਬੋਲਦੇ ਹੋ? ਉਹ ਹਮ ਤੋਂ ਬੋਲਦੇ ਆ। ਹਾਂਜੀ ਭੈਣ ਜੀ, ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਸੁਣ ਰਹੇ, ਕੀ ਪੁੱਛਣਾ ਚਾਹੁੰਦੇ ਹੋ? ਹੈਲੋ। ਹੈਲੋ, ਹਾਂ, ਮੈਂ ਗੱਲ ਕਰਦੀ ਹੁਣ। ਹਾਂ ਭੈਣ ਜੀ, ਇੱਧਰ ਧਿਆਨ ਦੇਵੋ ਪਲੀਜ਼, ਜੇ ਟੀਵੀ ਵੱਲ ਦੇਖਦੇ ਉੱਧਰ ਨਾ ਕਰੋ, ਪਹਿਲਾਂ ਡਾਕਟਰ ਜੀ ਨਾਲ ਗੱਲ ਕਰ ਲਓ। ਹੈ ਓਕੇ। ਹੈਲੋ, ਮੈਂ ਉਹ ਹਮਸਲ ਤੋਂ ਬੋਲਦੀ ਹਾਂ। ਹਾਂ, ਤੇ ਮੈਂ ਉੱਥੋਂ ਮੈਂ ਆਪਣਾ ਪੁੱਛਣਾ ਸੀ ਡਾਕਟਰ ਜੀ ਨੂੰ ਵੀ ਮੈਨੂੰ ਅਸਥਮਾ ਆ, ਤੇ ਹਾਂਜੀ ਭੈਣ ਜੀ ਦੱਸੋ ਜੀ। ਮੈਨੂੰ ਅਸਥਮਾ ਆ, ਤੇ ਨਾਲੇ ਮੈਨੂੰ ਦੂਸਰਾ ਆ ਬ੍ਰੌਂਕਾਸਿਸ ਮੇਰੇ ਲੰਗਸ ਵਿੱਚ ਆ। ਜਿਹੜਾ ਬ੍ਰੌਂਕਾਸਿਸ ਆ, ਜਿੱਦਾਂ ਡੰਪ ਡਸਟ ਹੋ ਜਾਂਦਾ, ਉਹ ਆ ਬ੍ਰੌਂਕਾਸਿਸ। ਤੇ ਉਹਨੂੰ ਕਿੱਦਾਂ ਇਹ ਠੀਕ ਹੋ ਸਕਦਾ ਜਾਂ ਨਹੀਂ ਹੋ ਸਕਦਾ, ਇਹਦੇ ਬਾਰੇ ਮੈਂ ਪੁੱਛਣਾ ਚਾਹੁੰਦੀ ਹਾਂ। ਹਾਂਜੀ ਭੈਣ ਜੀ, ਸੋ ਤੁਹਾਨੂੰ ਬ੍ਰੌਂਕਾਈਟਿਸ ਜਿਹੜਾ, ਇਹਦਾ ਮਤਲਬ ਹੈ ਕਿ ਵੀ ਤੁਹਾਡੇ ਜਿਹੜੇ ਫੇਫੜੇ ਇਹਨਾਂ ਵਿੱਚ ਥੋੜ੍ਹੀ ਜਿਹੀ ਸੋਜ ਹੈਗੀ ਆ। ਤੇ ਹਾਂਜੀ, ਵਿੱਚ ਜਿੱਦਾਂ ਇੱਕ ਵਧਿਆ ਆ ਜਿੱਦਾਂ। ਹਾਂਜੀ, ਸੋ ਇਹਦਾ ਇਲਾਜ ਆਪਾਂ ਕਰ ਸਕਦੇ ਹਾਂ, ਤੇ ਇਹ ਇੰਨੀ ਸੀਰੀਅਸ ਨਹੀਂ ਹੈਗੀ ਬਿਮਾਰੀ ਜਿੰਨੀ ਹੋਰ ਫੇਫੜਿਆਂ ਦੀ ਬਿਮਾਰੀਆਂ ਹੁੰਦੀਆਂ। ਤੇ ਇਹਦੇ ਲਈ ਫਿਰ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਦੱਸਾਂਗੇ ਕੀ ਪਰਹੇਜ਼ ਕਰਨਾ ਹੈ, ਪਰ ਇਹ ਹੈਗਾ ਆ ਲੰਮਾ ਇਲਾਜ ਹੈ ਇਹਦਾ, ਇੱਕਦਮ ਨਹੀਂ ਹੋਣ ਵਾਲਾ। ਹਾਂਜੀ, ਥੈਂਕ ਯੂ ਭੈਣ ਜੀ, ਥੈਂਕ ਯੂ, ਬਹੁਤ ਮਿਹਰਬਾਨੀ ਕਾਲ ਕਰਨ ਦਾ। ਮੈਂ ਦੁਬਾਰਾ ਰਿਪੀਟ ਕਰ ਦਵਾਂ, ਜਦੋਂ ਤੁਸੀਂ ਕਾਲ ਕਰਦੇ ਹੋ ਸਾਡੇ ਕਾਲ ਸੈਂਟਰ ਨੂੰ 0121551001, ਤੁਸੀਂ ਉੱਥੋਂ ਤੁਹਾਨੂੰ ਨੰਬਰ ਮਿਲਦਾ। ਤੁਸੀਂ ਡਾਕਟਰ ਜੀ ਨੂੰ ਮੰਡੇ, ਵੈਨਸਡੇ, ਫਰਾਈਡੇ ਬਿਟਵੀਨ 10 and 11 ਕਾਲ ਕਰਨਾ, 1 ਘੰਟਾ ਤਿੰਨਾਂ ਦਿਨਾਂ ਵਿੱਚ, ਮੰਡੇ, ਵੈਨਸਡੇ, ਫਰਾਈਡੇ ਬਿਟਵੀਨ 10 and 11 ਤੁਸੀਂ ਕਾਲ ਕਰਨਾ। ਉਹ ਜਿਹੜਾ ਪ੍ਰਾਈਵੇਟ ਨੰਬਰ ਡਾਕਟਰ ਦਾ ਜਿੱਤਾ, ਸਿਰਫ ਉਹ ਕਾਲ। ਭੈਣ ਜੀ, ਤੁਸੀਂ ਕਾਲ ਕੀਤਾ ਤੇ ਤੁਸੀਂ ਯਾਦ ਰੱਖਣਾ ਕੱਲ੍ਹ ਨੂੰ ਕਾਲ ਕਰ ਸਕਦੇ ਹੋ, ਕੱਲ੍ਹ ਬੁੱਧਵਾਰ ਹੈ, 10 ਤੋਂ 11 ਦੇ ਵਿੱਚ। ਥੈਂਕ ਯੂ ਜੀ ਤੁਹਾਡੇ ਕਾਲ ਕਰਨ ਦਾ। ਜੀ ਡਾਕਟਰ ਸਾਹਿਬ। ਹਾਂਜੀ, ਸੋ ਦੂਸਰਾ ਪ੍ਰੋਬਲਮ ਕੀ ਕਿਡਨੀ ਦਾ ਆ ਸਕਦਾ ਆ, ਇਹ ਜਿਹੜਾ ਕਿਡਨੀ ਫੇਲੀਅਰ ਆ। ਸੋ ਦੋ ਤਰ੍ਹਾਂ ਦਾ ਹੁੰਦਾ, ਇੱਕ ਤਾਂ ਕਰੋਨਿਕ ਆ, ਇੱਕ ਅਕਿਊਟ ਆ। ਜਿਹੜਾ ਕਰੋਨਿਕ ਹੈ ਉਹ ਹੌਲੀ ਕਿਡਨੀ ਫੇਲ ਹੋਣ ਲੱਗ ਪੈਂਦੀ ਹੈ। ਹਾਂਜੀ, ਤੇ ਉਹਦਾ ਫੰਕਸ਼ਨ ਜਿਹੜਾ ਉਹਨੂੰ GFR ਕਹਿੰਦੇ ਆ, ਗਲੋਮੇਰੂਲਰ ਫਿਲਟਰੇਸ਼ਨ ਰੇਟ, ਤੇ ਉਹਦਾ ਮੈਜਰਮੈਂਟ ਹੁੰਦਾ ਹੈ ਭਈ ਇਹ ਕਿੰਨਾ ਤੇਜ਼ ਖੂਨ ਨੂੰ ਫਿਲਟਰ ਕਰਦੀ ਕਿਡਨੀ।
ਤੇ ਉਹ ਮੈਜਰਮੈਂਟ ਜਿਹੜਾ ਉਹ 60 ਤੋਂ ਉੱਤੇ ਹੋਣਾ ਚਾਹੀਦਾ। ਅੱਛਾ। ਤੇ ਜੇ 60 ਤੋਂ ਥੋੜ੍ਹਾ ਜਿਹਾ ਕੰਮ ਹੋ ਜਾਵੇ ਉਹ ਕੋਈ ਬੜਾ ਪ੍ਰੋਬਲਮ ਨਹੀਂ ਹੈਗਾ, ਫਿਰ ਵੀ ਕਿਡਨੀ ਫੰਕਸ਼ਨ ਚੱਲਦੀ ਰਹਿੰਦੀ ਆ। ਤੇ ਉਹ ਆਪਣਾ ਕੰਮ ਸਾਰਾ ਸਹੀ ਚੱਲਦੀ ਕਿਡਨੀ, ਤੇ ਉਹ ਕੁਝ ਹੋਮਿਓਪੈਥੀ ਦਵਾਈਆਂ ਹੈਗੀਆਂ ਜਿਹੜਾ ਫੰਕਸ਼ਨ ਨੂੰ ਠੀਕ ਵੀ ਕਰ ਸਕਦੀਆਂ। ਤੇ ਜੇ ਜ਼ਿਆਦਾ ਹੀ ਕਿਡਨੀ ਉਹ ਫਿਰ ਹੌਲੀ ਹੌਲੀ ਵੱਧਦੀ ਖਰਾਬ ਹੋ ਜਾਵੇ, ਤੇ ਫਿਰ ਜਿਹੜਾ ਮੈਜਰਮੈਂਟ 15 ਤੋਂ ਘੱਟ ਆ ਜਾਵੇ ਤੇ ਉਹਨੂੰ ਕਿਡਨੀ ਫੇਲੀਅਰ ਗਿਣਿਆ ਜਾਂਦਾ ਜੀ। ਤੇ ਉਹਦੇ ਨਿਸ਼ਾਨ ਹੈਗੇ ਆ ਵੀ ਫਿਰ ਜਿਹੜਾ ਤੁਹਾਡਾ ਯੂਰਿਨ ਆਊਟਪੁੱਟ ਆ ਉਹ ਘਟ ਜਾਂਦਾ ਆ, ਤੇ ਜਿਹੜਾ ਯੂਰਿਨ ਆ ਉਹਦੇ ਵਿੱਚ ਇੱਦਾਂ ਰੰਗ ਜਿਹਾ ਧੁੰਦਲਾ ਜਿਹਾ ਝੱਗ ਜਿਹੀ ਆਉਣ ਲੱਗ ਪੈਂਦੀ ਆ ਹਾਂਜੀ। ਤੇ ਫਿਰ ਤੁਹਾਡੇ ਖੂਨ ਵਿੱਚ ਜਿਹੜੇ ਉਹ ਰਹਿ ਜਾਂਦੇ ਆ ਟੌਕਸਿਨਸ ਜਿਹੜੇ ਨਿਕਲਣੇ ਚਾਹੀਦੇ ਬਾਹਰ, ਉਹਦੇ ਨਾਲ ਤੁਹਾਡੇ ਸਕਿਨ 'ਤੇ ਖਾਜ ਵੀ ਆ ਸਕਦੀ ਹੈ। ਤੇ ਉਸ ਵੇਲੇ ਫਿਰ ਤੁਹਾਡਾ ਜਿਹੜਾ ਇਲਾਜ ਉਹ ਮੁਸ਼ਕਲ ਹੋ ਜਾਂਦਾ, ਤੇ ਫਿਰ ਨੋਰਮਲੀ ਫਿਰ ਤੁਹਾਨੂੰ ਡਾਇਲਿਸਿਸ ਲਈ ਭੇਜ ਦਿੰਦੇ ਆ ਹਾਂਜੀ। 2-3 ਵਾਰੀ ਹਫ਼ਤੇ 'ਚ ਜਾਣਾ ਪੈਂਦਾ ਹੈ। ਇਹ ਕਿਹੜੀ ਸਟੇਜ ਤੇ ਕਿਡਨੀ ਪਹੁੰਚਦੀ ਹੈ ਜਦੋਂ ਤੁਹਾਨੂੰ ਉੱਥੇ ਜਾਣਾ ਪੈਂਦਾ? ਹਾਂਜੀ, ਇਹੀ ਉਹ ਜਿਹੜਾ ਫਿਲਟਰੇਸ਼ਨ ਰੇਟ ਆ 15 ਤੋਂ ਥੱਲੇ ਆ ਜਾਵੇ ਨਾ, ਤਾਂ ਫਿਰ ਉਹ ਕਿਡਨੀ ਫੇਲੀਅਰ ਗਿਣਿਆ ਜਾਂਦਾ। ਫੇਲੀਅਰ ਗਿਣਿਆ ਜਾਂਦਾ, ਦੈਟਸ ਰਾਈਟ। ਤੇ ਉਹਨੂੰ ਕੋਈ ਰੀਸਟਾਰਟ, ਕੋਈ ਪੁਸ਼ ਕਰਨ ਦਾ ਕੋਈ ਤਰੀਕਾ ਨਹੀਂ ਹੈਗਾ? ਨਹੀਂ ਭਾਜੀ, ਫਿਰ ਜਦੋਂ ਇੱਥੇ ਆ ਜਾਂਦਾ ਫਿਰ ਟੋਟਲ ਫੇਲੀਅਰ ਆ, ਉਹਦਾ ਕੋਈ ਇਲਾਜ ਨਹੀਂ? ਉਹਦਾ ਨਹੀਂ ਫਿਰ ਇਲਾਜ ਹੁੰਦਾ ਹੈਗਾ। ਤੇ ਉਹ ਤਾਂ ਇਹੀ ਆ ਫਿਰ ਡਾਇਲਿਸਿਸ ਕਰਾਓ, ਪਏ ਉੱਥੇ ਹਸਪੀਟਲ ਜਾ ਕੇ ਉਹ ਖੂਨ ਨੂੰ ਮਸ਼ੀਨ ਦੇ ਨਾਲ ਸਾਫ਼ ਕਰਦੇ ਆ। ਤੇ ਜਾਂ ਫਿਰ ਤੁਹਾਨੂੰ ਕਹਿੰਦੇ ਵੀ ਤੇਰਾ ਕਿਡਨੀ ਟ੍ਰਾਂਸਪਲਾਂਟ ਕਰ ਦਿੰਦੇ। ਜੇ ਦੋਨੇ ਕਿਡਨੀਆਂ ਖਰਾਬ ਹੋ ਜਾਣ ਫਿਰ ਤਾਂ ਉਹੀ ਆ ਵੀ ਇੱਕ ਕਿਡਨੀ ਕੱਢ ਕੇ ਇੱਕ ਟ੍ਰਾਂਸਪਲਾਂਟ ਕਿਸੇ ਹੋਰ ਦੀ ਪਾ ਦਿੰਦੇ ਆ ਹਾਂਜੀ। ਭਾਜੀ ਉਹਦੀ ਲਾਈਫ ਹੈਗੀ ਹੈ ਜਦੋਂ ਡਾਇਲਿਸਿਸ ਇਨਸਾਨ ਚਲੇ ਜਾਂਦਾ? ਕੋਈ ਲਿਮਿਟ ਕੁਛ ਹੈ ਉਹਦਾ? ਨਹੀਂ, ਐਗਜ਼ੈਕਟਲੀ ਨਹੀਂ ਕਹਿ ਸਕਦੇ ਹੈਗੇ। ਅਸੀਂ ਦੇਖੇ ਕਈ ਪੇਸ਼ੈਂਟ ਬਹੁਤ ਸਾਲ ਹਾਂ ਜੀਂਦੇ ਰਹਿੰਦੇ ਆ ਡਾਇਲਿਸਿਸ ਤੇ ਹਾਂਜੀ। ਦੈਟਸ ਰਾਈਟ। ਤੇ ਉਹਦਾ ਇੱਦਾਂ ਕੋਈ ਖਾਸ ਲਿਮਿਟ ਨਹੀਂ ਹੈਗਾ, ਤੇ ਕਈ ਸਾਲ ਜੀਂਦੇ ਆ ਲੋਕੀ। ਪਰ ਡਾਕਟਰ ਸਾਹਿਬ, ਜਿਹਨੇ ਵੀ ਮੈਂ ਦੇਖਿਆ ਲੋਕੀ ਡਾਇਲਿਸਿਸ ਤੋਂ ਵਾਪਸ ਆਉਂਦੇ ਨਾ, ਦੇ ਆਰ ਟੋਟਲੀ ਡਰੇਨਡ। ਵਾਇਸ ਵਿੱਚ ਫਰਕ ਪੈ ਜਾਂਦਾ, ਕਮਜ਼ੋਰੀ ਹੋ ਜਾਂਦੀ ਹੈ ਟੋਟਲੀ, ਇੱਕਦਮ ਡਰੇਨ ਹੋ ਜਾਂਦੇ। ਉਹਦਾ ਕੀ ਮਕਸਦ ਉਹਦਾ? ਦੇਖੋ, ਉਹ ਜਿਹੜਾ ਉਹ ਡਾਇਲਿਸਿਸ ਕਰਦੇ ਆ ਇੱਕ ਆਰਟੀਫਿਸ਼ੀਅਲ ਉਹ ਕਲੀਨਿੰਗ ਕਰਦੇ ਆ ਹਾਂਜੀ। ਤੁਹਾਡਾ ਖੂਨ ਇੱਕ ਮਸ਼ੀਨ ਵਿੱਚ ਜਾਂਦਾ ਆ, ਉੱਥੋਂ ਉਹ ਜਿਹੜੇ ਗੰਦ ਟੌਕਸਿਨਸ ਆ ਉਹ ਕੱਢ ਕੇ ਵਾਪਸ ਪਾਉਂਦੇ ਆ, ਪਰ ਉਹ 100% ਪਰਫੈਕਟ ਨਹੀਂ ਹੋ ਸਕਦਾ ਜਿੱਦਾਂ ਤੁਹਾਡੀ ਕਿਡਨੀ ਹੈ ਨਾ। ਤਾਂ ਇਸ ਕਰਕੇ ਤੁਸੀਂ ਕਈ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਤੁਹਾਡੇ ਖੂਨ ਵਿੱਚ ਆ ਉਹ ਵੀ ਤੁਸੀਂ ਲੂਜ਼ ਕਰ ਜਾਂਦੇ ਆ ਹਾਂਜੀ। ਤੁਹਾਡੀ ਕਮੀ ਪੈ ਜਾਂਦੀ ਹੈ। ਇਹਦੇ ਲਈ ਤੁਹਾਨੂੰ ਫਿਰ ਉਹ ਹੋਰ ਸਪਲੀਮੈਂਟਸ ਦਿੰਦੇ ਆ, ਸੋਡੀਅਮ ਦਿੰਦੇ ਵਗੈਰਾ ਹਾਂਜੀ, ਪੋਟੈਸੀਅਮ ਇੱਦਾਂ ਦੀਆਂ ਸਾਲਟਸ ਜਿਹੜੀਆਂ ਘੱਟ ਜਾਂਦੀਆਂ ਉਹ ਫਿਰ ਪੂਰੀਆਂ ਕਰਦੇ ਆ ਤੁਹਾਨੂੰ ਗੋਲੀਆਂ ਲਾ ਕੇ, ਗੋਲੀਆਂ ਨਾਲ। ਤੇ ਉਹ ਫਿਰ ਉਹੀ ਗੱਲ ਤਾਂ ਬਣਦੀ ਨਹੀਂ, ਐਗਜ਼ੈਕਟਲੀ ਤਾਂ ਨਹੀਂ ਬਣਦੀ ਹੈਗੀ। ਤੇ ਫਿਰ ਤੁਹਾਡਾ ਲਾਈਫ ਜਿਹੜਾ ਕੁਛ ਅਧੂਰਾ ਜਿਹਾ ਰਹਿ ਜਾਂਦਾ ਹੈ। ਸੋ ਇਟਸ ਨਾਟ ਵੈਰੀ ਨਾਈਸ। ਪਰ ਇਟਸ ਵੈਰੀ ਟਫ ਜੇ ਦੇਖਿਆ ਜਾਵੇ, ਜਿਹਨੂੰ ਕਈਆਂ ਨੂੰ 3 ਦਫਾ ਕਰਨੀ ਪੈਂਦੀ ਹੈ। ਸਪੋਜ਼ ਮੰਡੇ, ਵੈਨਸਡੇ, ਫਰਾਈਡੇ, ਉਹ ਜਦੋਂ ਪਹਿਲੇ ਦਿਨ ਕਰਦੇ ਤਾਂ ਟੋਟਲੀ ਡਰੇਨਡ, ਸ਼ਾਮੀ ਘਰ ਆਏ ਤੇ ਮਸਾ ਰਿਕਵਰ ਕੀਤਾ, ਟਿਊਜ਼ਡੇ ਉਹਨਾਂ ਨੇ ਠੀਕ ਰਹੇ ਤੇ ਬੁੱਧਵਾਰ ਫਿਰ ਜਾਣਾ ਪੈਂਦਾ। ਵਾਰੀ ਆ ਜਾਂਦੀ। ਦੈਟਸ ਰਾਈਟ। ਵੈਰੀ ਬੈਡ ਹੈ ਨਾ। ਯਾ ਸੋ ਇਹਦੇ ਮੇਨ ਕਾਜ਼ਸ ਹੁੰਦੇ ਪਈ, ਜਾਂ ਤਾਂ ਕਿਤੇ ਵੀ ਸੱਟ ਲੱਗ ਗਈ ਕਿਡਨੀ ਤੇ, ਉਹਦੇ ਨਾਲ ਉਹ ਡੈਮੇਜ ਹੋ ਕੇ ਫੇਲੀਅਰ ਸ਼ੁਰੂ ਹੋ ਗਿਆ। ਤੇ ਜਾਂ ਹੁੰਦਾ ਪਈ ਜਿਹੜੇ ਸ਼ੂਗਰ ਡਾਇਬੀਟੀਜ਼ ਹੈ ਲੋਕਾਂ ਨੂੰ, ਉਹਨਾਂ ਨੂੰ ਖਾਸ ਹੁੰਦਾ ਕਿਉਂਕਿ ਉਹ ਆਪਣੀ ਸ਼ੂਗਰ ਕੰਟਰੋਲ ਵਿੱਚ ਨਹੀਂ ਰੱਖਦੇ ਹਾਂਜੀ। ਫਿਰ ਹੌਲੀ ਕਿਡਨੀ ਡੈਮੇਜ ਹੁੰਦੀ ਰਹਿੰਦੀ ਹੈ। ਤੇ ਅਦਰਵਾਈਜ਼ ਜਿਨ੍ਹਾਂ ਲੋਕਾਂ ਦਾ ਬਲੱਡ ਪ੍ਰੈਸ਼ਰ ਬਹੁਤ ਹਾਈ ਰਹਿੰਦਾ ਹੈ, ਉਹ ਕੰਟਰੋਲ 'ਚ ਨਹੀਂ ਰਹਿੰਦਾ ਹੈਗਾ, ਉਹ ਵੀ ਇੱਦਾਂ ਹੌਲੀ ਲੌਂਗ ਟਾਈਮ ਵਿੱਚ ਉਹਨਾਂ ਦੀ ਕਿਡਨੀ ਫਿਰ ਡੈਮੇਜ ਹੋਣ ਲੱਗ ਪੈਂਦੀ ਹੈ ਹਾਈ ਪ੍ਰੈਸ਼ਰ ਦੇ ਨਾਲ। ਤੇ ਤਰ੍ਹਾਂ ਤਰੀਕੇ ਨਾਲ ਕਿਡਨੀ ਨੂੰ ਫਰਕ ਪੈਂਦਾ ਹੀ ਹੈ। ਹਾਂਜੀ ਦੈਟਸ ਰਾਈਟ। ਯਾ ਸੋ ਇਹੀ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਜੇ ਤੁਸੀਂ ਡਾਇਬੈਟਿਕ ਆ ਤਾਂ ਆਪਣਾ ਬਲੱਡ ਚੈੱਕ ਕਰਿਆ ਕਰੋ ਸ਼ੂਗਰ ਲਈ, ਤੇ ਉਹਨੂੰ ਕੰਟਰੋਲ 'ਚ ਰੱਖਿਆ ਕਰੋ ਹਾਂਜੀ। ਤੇ ਇੱਦਾਂ ਨਹੀਂ ਹੈਗਾ ਵੀ ਤੁਸੀਂ ਬੇਪਰਵਾਹੀ ਕਰੀ ਜਾਓ ਵੀ ਚਲੋ ਤਾਂ ਕੀ ਆ, ਮੈਂ ਆਹ ਲੱਡੂ ਵੀ ਖਾ ਲਿਆ, ਆਹ ਬਰਫੀ ਵੀ ਖਾ ਲਈ, ਤਾਂ ਕੀ ਆ, ਮੈਂ ਫਿਰ ਹੋਰ ਗੋਲੀ ਖਾ ਲਊਂਗਾ। ਮੈਂ ਦੱਸਦਾ ਨਾ ਵਿਸ਼ੇ ਇੱਦਾਂ ਲੋਕੀ ਕਹਿੰਦੇ ਨੇ ਨਾ, ਚਲੋ ਸ਼ਾਮ ਨੂੰ ਇੱਕ ਖਾਣਾ 2 ਗੋਲੀਆਂ ਖਾ ਲਾਂਗਾ। ਦੈਟਸ ਰਾਈਟ। ਸੋ ਇੱਦਾਂ ਦਾ ਨਹੀਂ ਕਰਨਾ ਚਾਹੀਦਾ, ਤੁਹਾਨੂੰ ਪੂਰਾ ਪਰਹੇਜ਼ ਰੱਖਣਾ ਚਾਹੀਦਾ, ਆਪਣੀ ਬੋਡੀ ਦਾ ਕੇਅਰ ਕਰੋ ਤੇ ਸਹੀ ਚੱਲਦੀ ਰਹੂਗੀ ਹਾਂਜੀ। ਤੇ ਇੱਦਾਂ ਹੀ ਬਲੱਡ ਪ੍ਰੈਸ਼ਰ ਹੈ ਭਾਜੀ, ਤੇ ਕਈ ਲੋਕੀ ਤੁਰੇ ਫਿਰਦੇ ਉਹਨਾਂ ਨੂੰ ਪਤਾ ਨਹੀਂ ਵੀ ਸਾਡਾ ਬਲੱਡ ਪ੍ਰੈਸ਼ਰ ਹਾਈ ਆ ਹਾਂਜੀ। ਤੇ ਉਹ ਹੌਲੀ ਆਰਗਨ ਜਿਹੜੇ ਤੁਹਾਡੇ ਡੈਮੇਜ ਹੁੰਦੇ ਰਹਿੰਦੇ ਆ, ਤੇ ਬਹੁਤ ਚਿਰ ਬਾਅਦ ਉਹਨਾਂ ਨੂੰ ਪਤਾ ਲੱਗਦਾ, ਫਿਰ ਟੂ ਲੇਟ ਹੋ ਜਾਂਦਾ ਕਈ ਵਾਰੀ। ਤੇ ਕਈ ਪੇਸ਼ੈਂਟ ਇੱਦਾਂ ਦੇਖੇ ਮੈਂ। ਇਸੇ ਤਰ੍ਹਾਂ ਕਹਿਣਾ ਹੁੰਦਾ ਵੀ ਤੁਸੀਂ ਐਟਲੀਸਟ ਐਵਰੀ 6 ਮੰਥਸ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰ ਲਿਆ ਕਰੋ ਹਾਂਜੀ, ਥੋੜ੍ਹਾ ਜਿਹਾ ਆਈਡੀਆ ਹੋ ਜਾਂਦਾ।
ਤੇ ਇੱਥੇ ਇਦਾਂ ਵੀ ਕਈ ਲੋਕੀ ਜਾਂਦੇ ਚੈੱਕ ਕਰਾਉਣ, ਉਹ ਪਹਿਲਾਂ ਹੀ ਡਰ ਜਾਂਦੇ ਆ, ਉਹਨਾਂ ਨੂੰ ਟੈਨਸ਼ਨ ਹੋ ਜਾਂਦਾ, ਉਹ ਬਲੱਡ ਪ੍ਰੈਸ਼ਰ ਅਪ ਹੋ ਜਾਂਦਾ ਜਦੋਂ ਚੈੱਕ ਕਰਾਉਂਦੇ ਆ। ਬਿਲਕੁਲ, ਹਾਂ, ਸੋ ਇਹ ਵੀ ਵੱਡਾ ਪ੍ਰੋਬਲਮ ਆ। ਪਰ ਕਈ ਲੋਕੀ ਨਾ ਡਾਕਟਰ ਜੀ, ਇੱਕ ਹੋਰ ਗੱਲ ਹੈ ਕਿ ਲੋਕਾਂ ਨੇ ਘਰ ਮਸ਼ੀਨ ਰੱਖੀ ਹੋਈ ਹੈ, ਹਰ ਦੂਜੇ ਦਿਨ ਥੋੜਾ ਸਿਰ ਦੁਖਿਆ ਬਲੱਡ ਪ੍ਰੈਸ਼ਰ ਚੈੱਕ ਕਰ ਲਿਆ, ਇਹ ਕੁਝ ਹੋ ਗਿਆ ਤਾਂ ਕਰ ਲਿਆ, ਉਹ ਵੀ ਤੇ ਖਰਾਬ ਹੈ ਨਾ, ਬਿਲਕੁਲ ਸਾਰਾ ਥੋੜਾ ਮਾਈਂਡ ਹੀ ਉੱਥੇ ਫੋਕਸ ਰਹਿੰਦਾ ਆਲ ਦਾ ਟਾਈਮ। ਉਹ ਵੀ ਖਰਾਬ ਹੈ ਭਾਜੀ, ਕਿ ਕਈ ਲੋਕੀ ਉਦਾਂ ਹੀ ਡਰਦੇ ਰਹਿੰਦੇ ਆ, ਉਦਾਂ ਹੀ ਡਰਦੇ ਬਾਰ-ਬਾਰ ਚੈੱਕ ਕਰੀ ਜਾਣਾ, ਉਹ ਵੀ ਗਲਤ ਆ। ਫਿਰ ਜਦੋਂ ਤੁਸੀਂ ਨਰਵਸ ਹੁੰਦੇ, ਤੁਹਾਨੂੰ ਟੈਨਸ਼ਨ ਹੁੰਦਾ, ਬਲੱਡ ਪ੍ਰੈਸ਼ਰ ਤੋਂ ਆਟੋਮੈਟਿਕਲੀ ਅਪ ਹੋ ਜਾਂਦਾ ਹੈ। ਤੇ ਇਦਾਂ ਤੁਹਾਨੂੰ ਡਰਨਾ ਵੀ ਨਹੀਂ ਚਾਹੀਦਾ ਹੈਗਾ, ਇਦਾਂ ਵੀ ਸੈਂਸੀਬਲ ਜਿਹਾ ਕਰੋ, ਤੁਸੀਂ ਕਿਤੇ ਕਿਤੇ ਹੀ ਮਾੜਾ ਮੋਟਾ ਚੈੱਕ ਕਰ ਲਿਆ ਕਰੋ, ਵੀ ਜਸਟ ਜੇ ਤੁਹਾਨੂੰ ਪਤਾ ਹੈ ਵੀ ਮੇਰਾ ਬਲੱਡ ਪ੍ਰੈਸ਼ਰ ਅਪ ਹੋ ਜਾਂਦਾ। ਤੇ ਡਾਕਟਰ ਬੜਾ ਮੇਰੇ ਇੰਟਰਸਟਿੰਗ ਜਿਹਾ ਕੋਈ ਸਵਾਲ ਆਇਆ ਸੀ, ਮੈਂ ਉਮੀਦ ਰੱਖਦਾ ਮੈਨੂੰ ਯਾਦ ਰਹੇਗਾ। ਆਪਾਂ ਥੋੜੀ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ। ਪਲੀਜ਼ ਕੀਪ ਕਾਲਿੰਗ 0121551001। ਪਲੀਜ਼ ਜਦੋਂ ਵੀ ਤੁਸੀਂ ਕਾਲ ਕਰਦੇ ਹੋ, ਮੈਂ ਹਮੇਸ਼ਾ ਕਹਿੰਦਾ ਤੁਸੀਂ ਕਾਲ ਸੈਂਟਰ ਨੂੰ ਦੱਸੋ ਕਿ ਤੁਸੀਂ ਸ਼ੋਅ 'ਚ ਗੱਲ ਕਰਨੀ ਹੈ ਕਿ ਤੁਸੀਂ ਡਾਕਟਰ ਜੀ ਨਾਲ ਬਾਅਦ 'ਚ ਗੱਲ ਕਰਨੀ ਚਾਹੁੰਦੇ ਹੋ। ਬਹੁਤ ਇੰਪੋਰਟੈਂਟ ਹੈ, ਇੱਕ ਸਿਸਟਮ ਡਾਕਟਰ ਨੇ ਰੱਖਿਆ, ਮੰਡੇ ਵੈਨਸਡੇ ਫਰਾਈਡੇ ਤੁਸੀਂ ਕਾਲ ਕਰਨਾ ਬਿਟਵੀਨ 10 and 11 ਤੇ ਉਸੇ ਟਾਈਮ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਤੇ ਉਹ ਸਿਸਟਮ ਐਟ ਦਾ ਮੋਮੈਂਟ ਥੋੜੇ ਵੀਕ ਹੋਏ ਸਟਾਰਟ ਕੀਤਾ, ਇਟਸ ਵਰਕਿੰਗ, ਸੋ ਵੀ ਗੋਇੰ ਟੂ ਕੀਪ ਦੈਟ। ਡਾਕਟਰ ਸਾਹਿਬ ਆਪਾਂ ਥੋੜੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਪਲੀਜ਼ ਡੋਂਟ ਗੋ ਟੂ ਫਾਰ, ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ ਜੀ। ਸਤਿ ਸ਼੍ਰੀ ਅਕਾਲ। ਵੈਲਕਮ ਬੈਕ ਇਨ ਦ ਸੈਕਿੰਡ ਪਾਰਟ। ਅਗਰ ਤੁਸੀਂ ਹੁਣੀ ਦੇਖਣਾ ਸ਼ੁਰੂ ਕੀਤਾ, ਓਨੈਸਟਲੀ ਮੈਂ ਹਮੇਸ਼ਾ ਕਹਿੰਦਾ ਨਾ, ਤੁਸੀਂ 10 ਮਿੰਟ ਪਹਿਲਾਂ ਟੀਵੀ ਔਨ ਕਰਿਆ ਕਰੋ। ਬੜਾ ਐਜੂਕੇਸ਼ਨਲ, ਬੜਾ ਇਨਫੋਰਮੇਟਿਵ। ਅੱਜ ਕਿਡਨੀ ਬਾਰੇ ਗੱਲ ਕੀਤੀ ਸੀ ਵਿਦ ਡਾਇਗ੍ਰਾਮ ਦੇ ਨਾਲ। ਸਾਨੂੰ ਤਾਂ ਇੱਦਾਂ ਵੀ ਨਹੀਂ ਪਤਾ ਕਿ ਸਾਡੀ ਬੋਡੀ 'ਚ ਕਿਡਨੀਆਂ ਕਿੱਥੇ ਪਈਆਂ ਨੇ, ਇੱਕ ਦੂਜੇ ਦੇ ਉੱਪਰ ਪਈਆਂ ਕਿ ਸਾਈਡ 'ਤੇ ਪਈਆਂ ਨੇ। ਇਟਸ ਸੋ ਇੰਟਰਸਟਿੰਗ ਟੂ ਨੋ, ਕਿਉਂਕਿ ਕੁਛ ਜ਼ਿੰਦਗੀ ਇੱਦਾਂ ਦੀ ਅਸੀਂ ਆਪਣੀ ਬੋਡੀ ਵੱਲ ਧਿਆਨ ਹੀ ਨਹੀਂ ਦਿੰਦੇ। ਜੋ ਤੁਹਾਡੀ ਆਪਣੀ ਚੀਜ਼ ਹੈ ਜਿਹਦੇ ਨਾਲ ਤੁਸੀਂ ਇੰਜੋਏ ਕਰਨੀ ਜ਼ਿੰਦਗੀ, ਅਸੀਂ ਉਹਦਾ ਧਿਆਨ ਨਹੀਂ ਦਿੰਦੇ ਡਾਕਟਰ ਸਾਹਿਬ। ਹੈ ਹਾਂਜੀ, ਦੈਟਸ ਰਾਈਟ। ਅਸੀਂ ਤਾਂ ਵੀ ਟੇਕ ਇਟ ਫॉर ਗ੍ਰਾਂਟਡ ਪਈ ਆ, ਵੀ ਟੇਕ ਇਟ ਫॉर ਗ੍ਰਾਂਟਡ। ਹਾਂਜੀ, ਦੈਟਸ ਰਾਈਟ ਡਾਕਟਰ ਹੁਣ ਮੈਂ ਜਦੋਂ ਮੈਂ ਗੱਲ ਕੀਤਾ ਮੈਨੂੰ ਚੰਗੀ ਯਾਦ ਰਹਿ ਗਿਆ, ਇੱਕ ਐਂਗਜ਼ਾਇਟੀ ਹੁੰਦੀ ਹੈ, ਇੱਕ ਉੱਦਾਂ ਹੁੰਦਾ ਜਦੋਂ ਬੰਦਾ ਫਲਸ਼ ਕਰਦਾ, ਬਲਸ਼ ਕਰਦਾ ਕਿ ਉਹਦੇ ਗੱਲਾਂ ਦੇ ਵਿੱਚ ਲਾਲ ਹੋ ਜਾਂਦਾ, ਇੱਕਦਮ ਇੱਦਾਂ ਲੱਗਦਾ ਖੂਨ ਤੁਹਾਡੇ ਸਿਰ ਨੂੰ ਚੜ ਗਿਆ। ਇਹ ਕਿਆ ਤੇ ਹੁੰਦਾ, ਵਾਟ ਡਸ ਦਿਸ ਹੈਪਨ? ਹਾਂ, ਇਹ ਜਦੋਂ ਤੁਹਾਡਾ ਇਮੋਸ਼ਨ ਹੁੰਦਾ ਨਾ, ਇੱਦਾਂ ਐਕਸਾਈਟਮੈਂਟ ਦਾ ਜਾਂ ਐਂਬੈਰਸਮੈਂਟ ਦਾ, ਫਿਰ ਤੁਹਾਡੇ ਐਡਰੀਨਲ ਗਲੈਂਡਸ ਜਾਂ ਆਪਾਂ ਜੇ ਕਿਡਨੀ ਦੇਖੀਏ ਨਾ, ਉਹਦੇ ਉੱਤੇ ਹੁੰਦਾ ਛੋਟਾ ਜਿਹਾ ਬਰੀਕ ਜਾਂ ਟੌਪ ਤੇ ਕਿਡਨੀ ਦੇ ਉੱਤੇ ਹੁੰਦਾ ਲੋਕੇਸ਼ਨ ਐਕਚੁਅਲੀ ਐਡਰੀਨਲ ਗਲੈਂਡ ਦਾ, ਤੇ ਉਹ ਇੱਕ ਹਾਰਮੋਨ ਪ੍ਰੋਡਿਊਸ ਕਰਦਾ ਐਡਰੇਨਾਲਿਨ। ਉਹ ਇੱਕਦਮ ਬਲੱਡ ਸਟ੍ਰੀਮ 'ਚ ਜਾਂਦਾ ਭਾਜੀ, ਇੰਨਾ ਕੁਇਕ ਉਹਦਾ ਐਕਸ਼ਨ ਹੈ, ਤੁਸੀਂ ਕਾਂਟ ਬਿਲੀਵ ਇਟ, ਹੈ ਨਾ। ਤੇ ਤੁਸੀਂ ਐਂਬੈਰਸਮੈਂਟ ਫੀਲ ਕੀਤਾ, ਇੱਕਦਮ ਤੁਹਾਡਾ ਮੂੰਹ ਲਾਲ ਹੋ ਜਾਂਦਾ। ਰੀਅਲੀ ਉਹ ਹਾਰਮੋਨ ਐਡਰੇਨਾਲਿਨ ਇੰਨੀ ਜਲਦੀ ਕੰਮ ਕਰਦਾ ਭਾਜੀ, ਇੱਕਦਮ ਉਹ ਸਿੱਧਾ ਬਲੱਡ ਸਟ੍ਰੀਮ ਜਾਂਦਾ ਤੇ ਤੁਹਾਡੇ ਜਿਹੜੇ ਬਲੱਡ ਵੈਸਲਸ ਆ ਉਹਨਾਂ ਨੂੰ ਖੋਲ ਦਿੰਦਾ, ਉਹ ਡਾਇਲੇਟ ਕਰ ਦਿੰਦਾ ਹੈ। ਸੋ ਬਹੁਤ ਜ਼ਿਆਦਾ ਖੂਨ ਇੱਕਦਮ ਆਉਂਦਾ ਆ। ਹਾਂਜੀ, ਸੋ ਇਸ ਤਰ੍ਹਾਂ ਤੁਹਾਡਾ ਜਿਹੜਾ ਮੂੰਹ ਫਲਸ਼ ਹੋ ਜਾਂਦਾ, ਇੱਕਦਮ ਖੂਨ ਆ ਜਾਂਦਾ ਜਦੋਂ ਲਾਲ ਹੋ ਜਾਂਦਾ। ਪਰ ਡਾਕਟਰ ਬੜੀ ਕਮਾਲ ਦੀ ਗੱਲ ਹੈ, ਜਦੋਂ ਕਈ ਬੜੇ ਇਨਸਾਨ ਹੈਗੇ ਨੇ, ਜਦੋਂ ਤੁਸੀਂ ਕਿਤੇ ਰੂਮ 'ਚ ਬੈਠੇ ਪਬਲਿਕ ਨੂੰ ਫੇਸ ਕਰਨਾ, ਤੁਸੀਂ ਖੜੇ ਹੁੰਦੇ ਹੋ ਨਾ, ਵਾਪ ਉਹ ਇੱਕਦਮ ਬਲੈਂਕ ਹੋ ਜਾਂਦਾ, ਖੂਨ ਚੜ ਜਾਂਦਾ ਉੱਪਰ, ਉਹਦਾ ਤਾਂ ਬਲੱਡ ਪ੍ਰੈਸ਼ਰ ਵੀ ਬਹੁਤ ਹਾਈ ਹੁੰਦਾ ਹੋਇਆ, ਬਲੱਡ ਪ੍ਰੈਸ਼ਰ ਵੀ ਅਪ ਹੋ ਜਾਂਦਾ ਕਰਕੇ। ਇਹ ਉਹੀ ਜੇ ਆਪਾਂ ਪਹਿਲਾਂ ਵੀ ਗੱਲ ਕਰ ਸੀ, ਫਾਈਟ ਔਰ ਫਲਾਈਟ ਰਿਸਪੌਂਸ ਆਉਂਦਾ ਹੈ ਨਾ, ਵੀ ਤੁਸੀਂ ਤੁਹਾਡੇ ਮੂਹਰੇ ਕੋਈ ਖਤਰਾ ਜਿਹਾ ਆਇਆ ਜਾਂ ਕੋਈ ਸਿਚੁਏਸ਼ਨ ਇੱਦਾਂ, ਇਹਦਾ ਤੁਸੀਂ ਮੁਕਾਬਲਾ ਕਰਨਾ ਜਾ ਕੇ ਦੌੜਨਾ ਹੈ, ਵੀ ਤੁਹਾਡੀ ਬੋਡੀ ਸਪਲਾਈ ਕਰਦੀ ਲੋਟਸ ਆਫ ਸ਼ੂਗਰ, ਹੈ ਨਾ, ਐਡਰੇਨਾਲਿਨ, ਵੀ ਤੁਹਾਡੇ ਮਸਲਸ ਐਕਟਿਵ ਹੋਣ, ਵੀ ਤੁਸੀਂ ਕੁਝ ਵੀ ਕਰਨਾ, ਫਾਈਟ ਕਰਨਾ ਜਾਂ ਦੌੜਨਾ ਤੁਸੀਂ ਕਰ ਸਕੋਗੇ। ਭਾਜੀ ਕਈ ਦੀ ਆਦਤ ਹੁੰਦੀ ਹੈ, ਦੇ ਵੈਰੀ ਰਿਲੈਕਸ, ਦੇ ਕੈਨ ਫੇਸ ਲੋਟ ਆਫ ਪੀਪਲ ਇਨ ਅ ਰੂਮ। ਕਈ ਹੁੰਦੇ ਨੇ ਨਾ, ਉਹ ਨਹੀਂ ਕਰ ਸਕਦੇ, ਦੇ ਕਾਂਟ ਡੂ ਇਟ, ਕਿਉਂਕਿ ਐਵਰੀ ਟਾਈਮ ਹੁੰਦਾ। ਤੇ ਬੜੇ ਮੇਰੇ ਗੈਸਟ ਵੀ ਆਉਂਦੇ ਸ਼ੋਅ ਦੇ ਉੱਪਰ, ਵਿਚਾਰੇ ਇੱਕਦਮ ਡਰ ਜਾਂਦੇ ਨੇ, ਦੇ ਕਾਂਟ ਟਾਕ ਕਰਦੇ, ਫਿਰ ਬਾਅਦ 'ਚ ਕਹਿੰਦੇ ਨੇ ਮੈਂ ਇਹ ਕਹਿਣਾ ਸੀ, ਮੈਂ ਉਹ ਕਹਿਣਾ ਸੀਗਾ, ਯੂ ਨੋ ਇੱਦਾਂ ਚੀਜ਼ਾਂ ਹੁੰਦੀਆਂ। ਆਪਣਾ ਆਪਣਾ ਟੈਂਪਰਾਮੈਂਟ ਹੁੰਦਾ। ਇਹਦਾ ਕੀ ਕੁਝ ਹੋ ਸਕਦਾ ਇਹਦਾ? ਨਹੀਂ, ਹਰੇਕ ਦੇਖੋ ਆਪਣਾ ਆਪ ਨਰਵਸ ਸਿਸਟਮ ਆ ਤੁਹਾਡਾ, ਆਪਣਾ ਆਪ ਤੁਹਾਡਾ ਹੈਬਿਟਸ ਆ। ਹਾਂਜੀ, ਐਵਰੀਬਾਡੀ ਇਜ਼ ਡਿਫਰੈਂਟ ਭਾਜੀ। ਹਾਂਜੀ, ਸੋ ਕਈਆਂ ਨੂੰ ਇੱਦਾਂ ਘੱਟ ਟੈਨਸ਼ਨ ਹੁੰਦਾ, ਕਈਆਂ ਨੂੰ ਜ਼ਿਆਦਾ ਹੁੰਦਾ ਆ। ਅਤੇ ਮੈਂ ਵੀ ਪੜ੍ਹਾਉਂਦਾ ਰਿਹਾ ਹੋਮਿਓਪੈਥੀ, ਮੈਂ ਲੈਕਚਰ ਦਿੰਦਾ ਰਿਹਾ, ਹੈ ਨਾ, ਅਤੇ ਕਈ ਵੱਡੀਆਂ ਆਡੀਅੰਸਿਸ ਮੋਹਰੇ ਵੀ ਮੈਂ ਬੋਲਿਆ। ਅਤੇ ਮੈਂ ਕਹਿੰਦਾ ਵੀ ਜਦੋਂ ਮੈਂ ਸਟੇਜ 'ਤੇ ਜਾਂਦਾ ਆ, ਮੈਨੂੰ ਹੁੰਦਾ ਆ ਥੋੜ੍ਹਾ ਜਿਹਾ ਨਰਵਸਨੈਸ। ਹਾਂਜੀ, ਇਹ ਮੈਂ ਤੁਹਾਨੂੰ ਇੱਕ ਗੱਲ ਕਹਿ ਦੇਵਾਂ, ਮੈਂ ਓਨੈਸਟਲੀ ਅੱਜ ਰਿਪੀਟ ਕਰਦਾ, ਅਸੀਂ ਬੇਸ਼ੱਕ ਸ਼ੋਅ ਕਰਦੇ ਹਾਂ, ਬੜੇ ਦੇਰਾਂ ਦੇ ਕਰਦੇ ਆਏ ਹਾਂ, ਲਾਈਵ ਸ਼ੋਅ ਕਰਦੇ ਹਾਂ, ਲੇਕਿਨ ਇੱਦਾਂ ਨਾ ਸੋਚੋ ਕਿ ਵੀ ਆਰ ਵੈਰੀ ਕੌਨਫੀਡੈਂਟ, ਵੀ ਆਰ ਵੈਰੀ ਕੰਫਰਟੇਬਲ। ਬੈਕ ਆਫ ਦਾ ਮਾਈਂਡ ਉਹ ਪ੍ਰੈਸ਼ਰ ਜ਼ਰੂਰ ਹੁੰਦਾ ਹੈ, ਉਹਨੂੰ ਤੁਸੀਂ ਕਿਸ ਤਰ੍ਹਾਂ ਲਗਾਉਂਦੇ ਹੋ, ਕਿਸ ਤਰ੍ਹਾਂ ਉਹਨੂੰ ਹੈਂਡਲ ਕਰਦੇ ਹੋ, ਤੁਹਾਡੇ ਆਪਣੇ 'ਤੇ ਡਿਪੈਂਡ ਕਰਦਾ। ਯੂ ਆਰ ਵੈਰੀ ਰਾਈਟ ਦੇਅਰ। ਕਿਤੇ ਵੀ ਤੁਸੀਂ ਐਕਸਪਰਟ ਹੋ, ਤੁਸੀਂ ਆਪਣੀ ਮੈਡੀਕਲ ਦੀ ਸਪੀਚ ਦੇਣੀ ਹੈ,
ਕੌਨਫੀਡੈਂਸ ਤੁਸੀਂ ਗੱਲ ਕਰੀ ਪਰ ਤੁਹਾਡਾ ਮਾਈਂਡ ਤਾਂ ਟਿਕ 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 ਕਰ ਰਿਹਾ ਨਾ ਉਹ ਪਿੱਛੇ ਕਰਦਾ ਹੀ ਆ, ਹਾਂਜੀ ਦੈਟਸ ਰਾਈਟ, ਬਿਕੋਜ਼ ਇਟਸ ਨਾਟ ਅ ਥਿੰਗ ਦੈਟ ਤੁਸੀਂ ਸਟੇਜ ਤੇ ਜਾਣਾ ਪਏ ਤੁਸੀਂ 100% ਕੌਨਫੀਡੈਂਟ ਹੋਵੋਗੇ, ਹਾਂ ਕੰਫਰਟੇਬਲ ਹੋ ਹਾਂਜੀ, ਗਿਆ ਹਾਂ ਕਿਉਂਕਿ ਤੁਸੀਂ ਫਿਰ ਵੀ ਲੋਕਾਂ ਦੇ ਮੂਹਰੇ ਬੋਲ ਰਹੇ ਆ ਹਨਾ, ਤੁਹਾਨੂੰ ਕੋਈ ਵੀ ਕੁਐਸਚਨ ਪਾ ਸਕਦੇ ਆ, ਤੇ ਤੁਸੀਂ ਜਦੋਂ ਪਹਿਲਾਂ ਸਟਾਰਟ ਕਰਦੇ ਥੋੜ੍ਹਾ ਜਿਹਾ ਜ਼ਰੂਰ ਨਰਵਸ ਫੀਲ ਕਰਦੇ ਆ, ਪਰ ਜਦ ਤੁਸੀਂ ਫਿਰ ਤੁਰ ਪੈਂਦੇ ਆ ਫਿਰ ਥੋੜ੍ਹੇ ਜਿਹੇ ਤੁਸੀਂ ਰਿਲੈਕਸ ਹੋ ਜਾਂਦੇ ਆ, ਇਹ ਮੇਰਾ ਐਕਸਪੀਰੀਅੰਸ ਹੈ ਭਾਜੀ। ਆਈ ਥਿੰਕ ਪ੍ਰੈਕਟਿਸ ਮੇਕਸ ਮੈਨ ਪਰਫੈਕਟ, ਪਰ ਕਹਿੰਦੇ ਨੇ ਫਿਰ ਉਹਦੇ ਨਾਲ ਹੀ ਹੋ ਸਕਦਾ, ਦਵਾਈ ਦੂਈ ਤਾਂ ਕੋਈ ਮਿਲਦੀ ਨਹੀਂ ਹੈਗੀ ਹੈ। ਹਾਂਜੀ, ਕੁਝ ਹੋਮਿਓਪੈਥੀ ਹੈਗੀਆਂ ਦਵਾਈਆਂ ਜਿਹੜੀਆਂ ਪੇ ਤੁਹਾਨੂੰ ਰਿਲੈਕਸ ਕਰਦੀਆਂ। Really? ਹਾਂਜੀ ਦੈਟਸ ਰਾਈਟ। ਮੈਂ ਬਲੱਡ ਪ੍ਰੈਸ਼ਰ ਦੀ ਵੀ ਗੱਲ ਕਰਦਾ ਤੁਹਾਨੂੰ ਵਾਪਸ, ਪਹਿਲਾਂ ਮੈਨੂੰ ਥੋੜਾ ਮੈਸੇਜ ਆਇਆ ਹੈਪੇਟਾਈਟਿਸ ਬੀ, ਹਾਂਜੀ ਇਹਦੇ ਬਾਰੇ ਥੋੜਾ ਦੱਸੋਗੇ ਕੀ? ਸੋ ਹੈਪੇਟਾਈਟਿਸ ਬੀ ਹੈਗਾ ਇਨਫੈਕਸ਼ਨ, ਬੜਾ ਸੀਰੀਅਸ ਇਨਫੈਕਸ਼ਨ ਆ ਇਹ, ਤੇ ਇਹ ਲਿਵਰ ਵਿੱਚ ਲਿਵਰ ਹੁੰਦਾ ਹੈਪੇਟਾਈਟਿਸ, ਜਿਹਨੂੰ ਲਿਵਰ ਦਾ ਇਨਫੈਕਸ਼ਨ ਹੁੰਦਾ। ਅੱਛਾ ਲਿਵਰ ਦਾ ਇਨਫੈਕਸ਼ਨ? ਹਾਂ ਲਿਵਰ ਦਾ ਇਨਫੈਕਸ਼ਨ ਹੁੰਦਾ। ਓਕੇ ਓਕੇ ਓਕੇ। ਤੇ ਖਾਸ ਕਰਕੇ ਇਹ ਉਹਨਾਂ ਨੂੰ ਹੁੰਦਾ ਹੈ ਜਿਹੜੇ ਇਹ ਡਰੱਗਸ ਯੂਜ਼ ਕਰਦੇ, ਨੀਡਲਸ ਯੂਜ਼ ਕਰਦੇ ਆ, ਹਾਂਜੀ ਰੀਅਲੀ? ਖਾਸ ਕਰਕੇ ਉਹਨਾਂ ਨੂੰ ਹੋ ਜਾਂਦਾ ਹੈ, ਕਰਕੇ ਉਹ ਗੰਦੀਆਂ ਨੀਡਲਸ ਇੱਕ ਲਾ ਕੇ ਫਿਰ ਸ਼ੇਅਰ ਕਰ ਲੈਂਦੇ, ਇੱਕ ਦੂਸਰੇ ਨੂੰ ਦੇ ਦਿੰਦੇ ਆ, ਓਕੇ। ਤੇ ਉਹ ਇੱਕ ਨੂੰ ਹੋਇਆ ਹੁੰਦਾ ਹੈਪੇਟਾਈਟਿਸ, ਉਹ ਫਿਰ ਦੂਸਰਿਆਂ ਨੂੰ ਵੀ ਹੋ ਜਾਂਦਾ ਹੈ। ਸੋ ਇਟਸ ਓਨਲੀ ਰਿਲੇਟਡ ਵਿਦ ਦੈਟ, ਨਾਟ ਕਿਸੇ ਹੋਰ ਚੀਜ਼ ਨਹੀਂ, ਦਾ? ਹੋਰ ਵੀ ਹੋ ਸਕਦਾ ਹਾਂ। ਆ, ਜਿੱਥੇ ਕਿਤੇ ਬਲੱਡ ਪ੍ਰੋਡਕਟ ਸ਼ੇਅਰ ਹੋ ਜਾਣਾ ਨਾ, ਹਾਂ ਤੇ ਬਲੱਡ ਦਾ ਇਨਫੈਕਸ਼ਨ ਹੋ ਜਾਵੇ, ਤਾਂ ਜਿਹਨੂੰ ਹੋ ਜਾ ਉਹ ਤੋਂ ਗਾਂ ਹੋਰ ਕਿਸੇ ਨੂੰ ਹੋ ਸਕਦਾ ਹੈ, ਹਾਂਜੀ। ਜਿੱਦਾਂ ਹੁਣ ਖੂਨ ਲੈਂਦੇ ਆ ਨਾ ਹਸਪੀਟਲ ਵਾਲੇ, ਹਾਂ। ਉਹ ਕਿਸੇ ਤੋਂ ਖੂਨ ਲੈ ਲੈਣ ਤੇ ਉਹਦਾ ਨਾਂ ਚੈੱਕ ਕਰਨ ਪਏ ਇਹਦੇ ਵਿੱਚ ਹੈਪੇਟਾਈਟਿਸ ਤਾਂ ਨਹੀਂ ਗਈ, ਪਰ ਇਦਾਂ ਦੀ ਗਲਤੀ ਹੋ ਨਹੀਂ ਸਕਦੀ? ਨਹੀਂ ਹੋਈਆਂ, ਇਦਾਂ ਨਹੀਂ Really? ਓਕੇਜਨਲੀ ਹੋਈਆਂ ਭਾਈ, ਜਦੋਂ HIV ਹੋਈ ਹੈ ਨਾ, ਹਾਂ HIV ਲੋਕਾਂ ਨੂੰ ਕਈਆਂ ਨੂੰ ਹੋਈ ਹੈ ਜਿਨ੍ਹਾਂ ਨੂੰ ਉਹ ਬਲੱਡ ਟ੍ਰਾਂਸਫਿਊਜ਼ਨ ਬਲੱਡ, ਬਿਲਕੁਲ ਹਾਂ ਮੈਨੂੰ ਪਤਾ ਕੇਸਿਸ ਵਗੈਰਾ, ਆਈਸੋਲੇਟਡ ਕੇਸਿਸ ਇਦਾਂ ਕਈ ਵਾਰੀ ਹੋ ਜਾਂਦੇ ਆ। ਤੇ ਇਹਦਾ ਡਾਕਟਰ ਇਲਾਜ ਹੈਗਾ ਇਹਦਾ? ਹੈਪੇਟਾਈਟਿਸ ਬੀ ਵੈਰੀ ਡਿਫਿਕਲਟ ਟੂ ਟ੍ਰੀਟ, ਵੈਰੀ ਡਿਫਿਕਲਟ। ਵੈਰੀ ਡਿਫਿਕਲਟ। ਵਾਟਸ ਦ ਡਿਫਰੈਂਸ ਬਿਟਵੀਨ ਬੀ ਐਂਡ ਸੀ ਦੇ ਵਿੱਚ? ਹਾਂਜੀ, ਇਹ ਜਿਹੜਾ ਇੱਕ ਏ ਆ ਉਹ ਤਾਂ ਮਾਈਲਡ ਹੁੰਦਾ ਆ, ਉਹ ਹੁੰਦਾ ਜਦੋਂ ਤੁਸੀਂ ਕਿਤੇ ਬਾਹਰ ਖਾਣ ਜਾਂਦੇ ਆ ਤੇ ਉਹ ਕਿਸੇ ਨੇ ਹੱਥ ਨਹੀਂ ਧੋਤੇ ਉਹਨੂੰ ਹੋ ਜਾ ਹੁੰਦਾ ਹੈਪੇਟਾਈਟਿਸ ਏ, ਉਹ ਤੁਹਾਨੂੰ ਫੂਡ ਦੇ ਥਰੂ ਤੁਹਾਨੂੰ ਹੋ ਜਾਂਦਾ ਕਿਸੇ ਤੋਂ। ਬੀ ਬਲੱਡ ਵਿੱਚ ਜ਼ਿਆਦਾ ਹੁੰਦਾ, ਇਹ ਜ਼ਿਆਦਾ ਸੀਰੀਅਸ ਹੈ। ਜਿਹੜਾ ਸੀ ਆ ਉਹ ਕੈਂਸਰ ਟਾਈਪ ਹੋ ਜਾਂਦਾ ਹੈ, ਉਹ ਬਹੁਤ ਜ਼ਿਆਦਾ ਸੀਰੀਅਸ ਹੈ, ਬਹੁਤ ਜ਼ਿਆਦਾ ਜ਼ਿਆਦਾ ਸੀਰੀਅਸ। serious। ਮੈਂ ਉਹਦੀ ਗੱਲ ਕਰਦੇ ਹਾਂ, ਆਪਾਂ ਪੈਸੇ ਕਾਲ ਲੈ ਲਈਏ। ਹਾਂਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਕੌਣ ਬੋਲਦੇ ਹੋ, ਕਿੱਥੋਂ ਬੋਲਦੇ ਹੋ ਜੀ? ਸਤਿ ਸ਼੍ਰੀ ਅਕਾਲ ਭਾਜੀ, ਅਸੀਂ ਬਰਮਿੰਘਮ ਤੋਂ ਬੋਲਦੇ ਆ, ਹਾਂਜੀ ਤੇ ਅਸੀਂ ਡਾਕਟਰ ਨੂੰ ਥੈਂਕ ਯੂ ਕਰਨ ਲਈ ਫੋਨ ਕੀਤਾ ਆ। ਬਿਲਕੁਲ ਬੋਲੋ, ਸੁਣ ਰਹੇ ਡਾਕਟਰ ਸਾਹਿਬ, ਥੈਂਕ ਯੂ ਜੀ। ਹਾਂਜੀ ਹਾਂਜੀ, ਸਾਡੀ ਸਿਹਤ ਥੋੜੀ ਠੀਕ ਨਹੀਂ ਸੀ, ਹੂੰ। ਲੱਤਾਂ ਬਾਹਾਂ ਸਿਰ ਬੜਾ ਦੁਖਦਾ ਹੁੰਦਾ ਸੀ, ਬੱਖੀਆਂ 'ਚ ਬੜਾ ਦਰਦ ਹੁੰਦਾ ਸੀ, ਕਿੰਨਾ ਕੁਛ ਸੀ ਜਿੱਦਾਂ, ਤੇ ਡਾਕਟਰ ਕੋਲ ਦਵਾਈ ਲਈ ਤੇ ਸਾਨੂੰ 2 ਵੀਕਾਂ ਦੇ ਵਿੱਚ ਫਰਕ ਪੈ ਗਿਆ। ਦੈਟਸ ਵੈਰੀ ਨਾਈਸ, ਬਹੁਤ ਅੱਛੀ ਗੱਲ ਹੈ। ਹਾਂਜੀ ਹਾਂਜੀ, ਬਹੁਤ ਅਸੀਂ ਡਾਕਟਰ ਦਾ ਵੈਰੀ ਵੈਰੀ ਥੈਂਕ ਯੂ ਕਰਦੇ ਆ। ਤੁਹਾਨੂੰ ਡਾਕਟਰ ਦਾ ਕਿੱਦਾਂ ਪਤਾ ਲੱਗਿਆ ਸੀ ਕਿ ਡਾਕਟਰ ਜੀ ਏਦਾਂ ਦੇ? ਅਸੀਂ ਬਸ ਤੁਹਾਡਾ ਟੈਲੀ ਦੇ ਆਪਣਾ ਪ੍ਰੋਗਰਾਮ ਦੇਖ ਕੇ ਸਾਨੂੰ ਪਤਾ ਲੱਗਾ। ਬਹੁਤ ਅੱਛੇ, ਬਹੁਤ ਨਾਈਸ। ਹਾਂਜੀ, ਤੇ ਪੌਲ ਭਾਜੀ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਕਿ ਤੁਸੀਂ ਇੰਨੇ ਸੋਹਣੇ ਕਾਰ ਚੈਨਲ ਤੇ ਪ੍ਰੋਗਰਾਮ ਲੈ ਕੇ ਆਉਨੇ ਆ ਤੇ ਇਦਾਂ ਦੇ ਸਾਨੂੰ ਡਾਕਟਰਾਂ ਨਾਲ ਮਿਲਾਉਨੇ ਆ ਤੇ ਸਾਡੀ ਬਿਮਾਰੀ ਦਾ ਵੀ ਹੱਲ ਹੁੰਦਾ ਆ। ਭੈਣ ਜੀ, ਮੇਰੀ ਕੋਸ਼ਿਸ਼ ਆਈ ਹੁੰਦੀ ਹੈ ਹਰ ਤਰ੍ਹਾਂ ਦੇ ਕੋਈ ਏਦਾਂ ਦਾ ਸ਼ੋਅ ਕਰੀਏ ਜਿੱਥੇ ਆਪਣੀ ਸੰਗਤ ਦਾ ਫਾਇਦਾ ਹੋ ਸਕੇ। ਹਾਂਜੀ ਹਾਂਜੀ, ਹੋਰ ਇੱਕ ਬਹੁਤ ਅਮੇਜ਼ਿੰਗ ਗੱਲ ਹੋਈ, ਮੈਂ ਆਪਣੇ ਮੁੰਡੇ ਲਈ ਦਵਾਈ ਲਈ ਸੀਗੀ ਤੇ ਉਹ ਲਾਕਡਾਊਨ ਦੇ ਵਿੱਚ ਨਾ ਥੋੜਾ ਅੰਦਰ ਰਹਿਣ ਦੇ ਕਰਕੇ ਤੇ ਥੋੜਾ ਜਿਹਾ ਟੈਨਸ਼ਨ ਜੀ ਦਿਮਾਗ ਤੇ ਲੈ ਲਈ। ਓਕੇ। ਤੇ ਉਹਨੂੰ ਭੁੱਖ ਲੱਗਣੋਂ ਵੀ ਹਟ ਗਈ, ਨੀਂਦ ਆਉਣੋਂ ਹਟ ਗਈ ਤੇ ਭਾਰ ਬਹੁਤ ਜ਼ਿਆਦਾ ਘਟ ਗਿਆ। ਤੇ ਅਸੀਂ ਡਾਕਟਰ ਨੂੰ ਫੋਨ ਕਰਕੇ ਦਵਾਈ ਮੰਗਾਈ ਤੇ ਇੰਨਾ ਉਹ ਤਾਂ ਕਮਾਲ ਹੋ ਗਈ ਭਾਈ, ਇੱਕ ਦਿਨ ਦੇ ਵਿੱਚ ਫਰਕ ਪੈ ਗਿਆ। ਕੀ ਬਾਤ ਹੈ, ਕੀ ਬਾਤ। ਹਾਂਜੀ ਹਾਂਜੀ, ਉਹ ਤਾਂ ਅਸੀਂ ਇੰਨੇ ਹੈਰਾਨ ਆਪ ਵੀ ਹੋਏ ਵੀ ਕੀ ਵਾਹਿਗੁਰੂ ਨੇ ਕ੍ਰਿਸ਼ਮਾ ਕੀਤਾ, ਜਿੱਦਾਂ ਬਲਦੀ ਅੱਗ ਤੇ ਪਾਣੀ ਪਾ ਦੋ ਨਾ ਸ਼ਾਂਤ ਹੋ ਜਾਂਦਾ, ਇਸੇ ਤਰ੍ਹਾਂ ਸ਼ਾਂਤ ਹੋ ਗਿਆ। ਤੇ ਬਹੁਤ ਹੀ ਡਾਕਟਰ ਅਸੀਂ ਵੈਰੀ ਵੈਰੀ ਥੈਂਕ ਯੂ ਕਰਦੇ ਆ, ਤੇ ਸੱਚੇ ਪਾਤਸ਼ਾਹ ਡਾਕਟਰ ਨੂੰ ਵੀ ਤੰਦਰੁਸਤੀ ਦੇਵੇ ਤੇ ਸਾਰਿਆਂ ਦੇ ਏਦਾਂ ਹੀ ਬਸ ਦਵਾਈਆਂ ਦਿੰਦੇ ਰਹਿਣ ਤੇ ਅੰਦਰੋਂ ਸਾਰਿਆਂ ਦੇ ਦਵਾ ਨਿਕਲਦੀ ਰਵੇ। ਥੈਂਕ ਯੂ ਭੈਣ ਜੀ, ਬਹੁਤ ਅੱਛਾ ਲੱਗਿਆ। ਤੁਸੀਂ ਡਾਕਟਰ ਸਾਹਿਬ ਕਹਿ ਲਓ, ਗੱਲ ਕਰ ਲਓ। ਹਾਂਜੀ, ਥੈਂਕ ਯੂ ਭੈਣ ਜੀ ਫੋਨ ਕਰਨ ਦਾ। ਹਾਂਜੀ ਹਾਂਜੀ ਡਾਕਟਰ, ਬਹੁਤ ਡਾਕਟਰ, ਜ਼ਿੰਦਗੀ ਦਾ ਆਪਣੇ ਵੱਸ ਹੈ ਨਹੀਂ, ਪਰ ਜ਼ਿੰਦਗੀ ਨੂੰ ਜੀਣਾ ਕਿੱਦਾਂ ਇਹ ਆਪਣੇ ਵੱਸ ਹੈਗਾ ਆ। ਬਿਲਕੁਲ ਭੈਣ ਜੀ, ਬਿਲਕੁਲ। ਹਾਂਜੀ ਹਾਂਜੀ, ਬਹੁਤ ਬਹੁਤ ਤੁਹਾਡਾ ਥੈਂਕ ਯੂ। ਵਾਹਿਗੁਰੂ ਤੁਹਾਨੂੰ ਵੀ ਤੰਦਰੁਸਤੀ ਦੇਵੇ ਤੇ ਅਕਾਲ ਚੈਨਲ ਵੀ ਇਹਦੇ ਪੌਲ ਭਾਜੀ ਲਿਆਉਂਦੇ ਰਹਿਣ ਪ੍ਰੋਗਰਾਮ ਤੇ ਸਾਰੀਆਂ ਸੰਗਤਾਂ ਦੇਖਦੀਆਂ ਰਹਿਣ ਤੇ ਸਾਰਿਆਂ ਦਾ ਦੁੱਖ ਦਰਦ ਹੱਲ ਹੋਵੇ। ਥੈਂਕ ਯੂ ਥੈਂਕ ਯੂ ਜੀ, ਥੈਂਕ ਯੂ, ਬਹੁਤ ਮਿਹਰਬਾਨੀ।
ਭੈਣ ਜੀ ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਨੇ ਬੜੀ ਅੱਛੀ ਗੱਲ ਕੀਤੀ ਕਿ ਸਾਡੀ ਜ਼ਿੰਦਗੀ ਬਸ ਨਹੀਂ ਹੈਗੀ, ਪਰ ਕਿੱਦਾਂ ਕਰ ਸਕਦੇ ਹੋ ਉਹ ਤੁਸੀਂ ਕਰ ਸਕਦੇ ਹੋ। ਹੈ ਬਹੁਤ ਅੱਛੀ ਗੱਲ ਕੀਤੀ, ਵੈਰੀ ਕੌਨਫੀਡੈਂਟ, ਵੈਰੀ ਕੌਨਫੀਡੈਂਟ। ਇੱਦਾਂ ਹੀ ਭੈਣ ਜੀ ਇੱਦਾਂ ਬੰਦੇ ਹੋਣ ਕੌਨਫੀਡੈਂਟ। ਪਤਾ ਦਵਾਈ ਵੀ ਤਾਂ ਡਾਕਟਰ ਸਾਹਿਬ ਤਾਂ ਹੀ ਕੰਮ ਕਰੇਗੀ ਜੇ ਤੁਹਾਡੇ 'ਚ ਪਹਿਲਾਂ ਹਿੰਮਤ ਹੈਗੀ ਕਿ ਹਾਂ ਮੈਂ ਠੀਕ ਹੋਣਾ, ਮੈਂ ਠੀਕ ਹੋਣਾ। ਹਾਂਜੀ ਹਾਂਜੀ, ਦੈਟਸ ਰਾਈਟ ਆ। ਤੁਹਾਡੇ ਪੋਜ਼ਿਟਿਵ ਐਟੀਟਿਊਡ ਵੀ ਹੋਣਾ ਚਾਹੀਦਾ, ਉਹ ਵੀ ਹੈਲਪ ਕਰਦਾ ਹੈ। ਪਰ ਉਹਦੇ ਲੜਕਿਆਂ ਦੀ ਗੱਲ ਦੱਸੀ ਕਿੰਨੀ ਕਮਾਲ ਦੀ ਗੱਲ ਹੈ। ਦੈਟਸ ਰਾਈਟ ਆ। ਤੇ ਇਹ ਨਹੀਂ ਐਕਚੁਅਲੀ ਇਹ ਪਤਾ ਨਹੀਂ ਕੀ ਕਹਿ ਸਕਦੇ, ਇਹ ਰੱਬ ਵੱਲੋਂ ਹੀ ਆ ਭਾਜੀ ਪੇ ਉਹ ਇੰਨੀ ਜਲਦੀ ਠੀਕ ਹੋ ਗਿਆ। ਤੇ ਐਕਚੁਅਲੀ ਗੱਲ ਭੈਣ ਜੀ ਹੁਣੀ ਆਪ ਕੀਤੀ ਸੀਗੀ, ਉਹ ਕਾਕੇ ਦੀ ਗੱਲ ਨਹੀਂ ਮੇਰੇ ਨਾਲ ਹੋਈ। ਅੱਛਾ ਅੱਛਾ, ਇਹ ਨਹੀਂ ਦੱਸਿਆ ਪਿਆ ਇੱਦਾਂ ਇੱਦਾਂ ਆ ਕਾਕਾ ਪੇ ਉਹਨੂੰ ਪਤਾ ਨਹੀਂ ਦਵਾਈ ਲੈਣੀ ਕਿ ਨਹੀਂ ਲੈਣੀ, ਤੇ ਤੁਸੀਂ ਭੇਜ ਦਿਓ। ਤੇ ਉਹ ਕੁਦਰਤੀ ਇੱਕਦਮ ਠੀਕ ਹੋ ਗਿਆ। ਪਰ ਮੈਂ ਇਦਾਂ ਨਹੀਂ ਕਹਿੰਦਾ ਪਈ ਹਰੇਕ ਕੇਸ ਇੱਕਦਮ ਠੀਕ ਹੋ ਜਾਊਗਾ। ਬਿਲਕੁਲ ਬਿਲਕੁਲ ਸਹੀ ਗੱਲ। ਪਰ ਇਦਾਂ ਦੇ ਕੇਸ ਹੁੰਦੇ ਆ ਵੀ ਕਿਸੇ ਵੇਲੇ ਹੋਮਿਓਪੈਥਿਕ ਦਵਾਈ ਕਹਿੰਦੇ ਨਾਰਮਲੀ ਕਹਿੰਦੇ ਹੁੰਦੇ ਜੀ ਸਲੋ ਐਕਟਿੰਗ ਆ, ਪਰ ਇਦਾਂ ਦੇ ਕੇਸ ਹੁੰਦੇ ਆ, ਅਸੀਂ ਦੇਖੀਦੇ ਆ ਤੇ ਉਹ ਇੱਕਦਮ ਵੀ ਠੀਕ ਹੋ ਜਾਂਦੇ ਭਾਜੀ। ਬੋਡੀ ਤੇ ਬਹੁਤ ਡਿਪੈਂਡ ਕਰਦਾ ਨਾ ਬਹੁਤ ਜਲਦੀ। ਇਦਾਂ ਕਈ ਵਾਰੀ ਦਵਾਈ ਭਾਜੀ ਲੱਗਦੀ ਬਹੁਤ ਆ, ਜਿੱਦਾਂ ਤੁਸੀਂ ਡਾਰਟ ਸਕੇਲ ਦੇ ਹਨਾ ਉਹ ਬੁਲਸਾਈ ਹੁੰਦਾ ਸੈਂਟਰ ਵਿੱਚ, ਕਈ ਵਾਰੀ ਉਹ ਡਾਰਟ ਬੁਲਸਾਈ ਵਿੱਚ ਲੱਗਦਾ ਨਾ, ਇਦਾਂ ਦਵਾਈ ਕਈ ਵਾਰੀ ਸੈਂਟਰ ਵਿੱਚ ਲੱਗਦੀ। ਕੀ ਬਾਤ ਹੈ। ਤੇ ਇੱਕਦਮ ਬੰਦਾ ਠੀਕ। ਪਰ ਡਾਕਟਰ ਸਾਹਿਬ ਜਿੱਦਾਂ ਦੇ ਲੜਕੇ ਦੀ ਗੱਲ ਕੀਤੀ ਹੈ, ਇੱਥੇ ਬਹੁਤ ਦੁਨੀਆ ਨੂੰ ਚੀਜ਼ ਹੋਈ ਹੈ ਨਾ ਲੋਕਡਾਊਨ ਕਰਕੇ, ਬਹੁਤ ਸਫਰ ਕੀਤਾ ਲੋਕਾਂ ਨੇ। ਪਲੀਜ਼ ਤੁਸੀਂ ਨਾ, ਮੈਂ ਥੋੜਾ ਬਾਹਰ ਨਹੀਂ ਜਾ ਰਿਹਾ, ਸਬਜੈਕਟ 'ਚ ਹੀ ਰਵਾਂਗੇ ਅਸੀਂ। ਕੋਸ਼ਿਸ਼ ਕਰੋ ਕਿ ਇਹ ਜੋ ਹੁਣ ਲਾਈਫ ਸਟਾਈਲ ਹੈਗਾ, ਵੀ ਹੈਵ ਟੂ ਲੀਡ ਦਿਸ ਫॉर ਗॉड ਨੋਜ਼ ਕਿ ਕਿੰਨੀ ਦੇਰ ਤੱਕ ਸਾਨੂੰ ਇੱਦਾਂ ਹੀ ਰਹਿਣਾ ਪਏਗਾ। ਦਿਸ ਇਜ਼ ਸਮਥਿੰਗ ਵੀ ਹੈਵ ਟੂ ਐਕਸੈਪਟ ਇਟ ਐਂਡ ਗੈਟ ਯੂਜ਼ਡ ਟੂ ਇਟ। ਤੇ ਡਿਪਰੈਸ ਹੋਣਾ ਜਾਂ ਟੈਨਸ਼ਨ ਲੈ ਲੈਣੀ, ਉਹਦਾ ਫਰਕ ਤਾਂ ਕੁਝ ਪਹਿਲਾਂ ਨਹੀਂ ਹੈਗਾ। ਤਾਂ ਆਪਣੇ ਆਪਣੇ ਸਟਰੋਂਗ ਰੱਖੋ। ਬਾਕੀ ਜੋ ਗਵਰਨਮੈਂਟ ਦੀ ਗਾਈਡਲਾਈਨ ਹੈ ਪਲੀਜ਼ ਤੁਸੀਂ ਫੋਲੋ ਕਰੋ। ਇਟਸ ਵੈਰੀ ਵੈਰੀ ਇੰਪੋਰਟੈਂਟ। ਬਿਮਾਰੀ ਦੁਬਾਰਾ ਸ਼ੁਰੂ ਹੋ ਗਈ ਹੈ, ਕੱਲ੍ਹ ਤੋਂ ਲਾਕਡਾਊਨ ਫਿਰ ਗ੍ਰੇਟਰ ਲੰਡਨ ਐਂਡ ਲੋਟ ਆਫ ਅਦਰ ਬੋਰੋਜ਼ ਟੇਅਰ 3 ਜਾ ਰਹੇ ਨੇ। ਤਾਂ ਪਲੀਜ਼ ਆਪਣਾ ਖਿਆਲ ਰੱਖੋ, ਆਪਣੇ ਘਰਦਿਆਂ ਦਾ ਰੱਖੋ, ਆਪਣੇ ਆਉਣ ਜਾਣੇ ਵਾਲਿਆਂ ਦਾ ਖਿਆਲ ਰੱਖੋ। ਬਿਮਾਰੀ ਇਜ਼ ਸਟਿਲ ਆਊਟ ਦੇਅਰ ਔਰ ਬੜੀ ਹਾਈ ਪੀਕ ਦੇ ਉੱਪਰ ਹੈਗੀ ਉਹ। ਜੀ ਡਾਕਟਰ ਸਾਹਿਬ। ਹਾਂਜੀ, ਕਈ ਕੁਝ ਕਰ ਸਕਦੇ ਲੋਕੀ ਆਪਣਾ ਟਾਈਮ ਪਾਸ ਕਰਨ ਲਈ। ਹਾਂਜੀ, ਕੋਈ ਜਿਗਸੋ ਪਜ਼ਲ ਬਣਾ ਲਓ, ਹਾਂਜੀ, ਕਿ ਕੋਈ ਕਿਤਾਬ ਪੜ੍ਹ ਲਓ, ਕੋਈ ਮਿਊਜ਼ੀਕਲ ਇੰਸਟਰੂਮੈਂਟ ਵਜਾ ਲਓ, ਹਾਂਜੀ, ਕੁਛ ਨਾ ਕੁਛ ਹੋਰ ਨਵੀਂ ਚੀਜ਼ ਕੁਛ ਸਿੱਖ ਲਓ। ਤੇ ਡਿਪਰੈਸ਼ਨ 'ਚ ਜਾਣ ਦੀ ਲੋੜ ਨਹੀਂ ਹੈਗੀ, ਬਹੁਤ ਕੁਝ ਤੁਸੀਂ ਕਰ ਸਕਦੇ ਹੋ। ਪਰ ਡਾਕਟਰ ਸਾਹਿਬ ਦੋ ਤਰ੍ਹਾਂ ਦੇ ਬੰਦੇ ਨੇ, ਕਈ ਨੂੰ ਤੁਸੀਂ ਫੋਨ ਕਰੋ ਲਾਕਡਾਊਨ 'ਚ ਕਹਿੰਦਾ ਯਾਰ ਮੈਂ ਬਿਜ਼ੀ ਬਹੁਤ ਹੈ। ਮੈਂ ਕਿਹਾ ਬਾਹਰ ਤੂੰ ਨਹੀਂ ਜਾ ਸਕਦਾ, ਘਰ ਤੇਰੇ ਕੋਈ ਨਹੀਂ ਆਉਂਦਾ, ਤੂੰ ਬਿਜ਼ੀ ਕਿੱਦਾਂ ਹੋ ਗਿਆ? ਪਰ ਵਾਟ ਐਵਰ ਦੇ ਡੂਇੰਗ ਇਟਸ ਨਾਈਸ ਕਿ ਕਰਦੇ ਨੇ। ਉਹ ਕਹਿੰਦੇ ਸੀ ਸਾਰੇ ਘਰ ਦਾ ਡੈਕੋਰੇਸ਼ਨ ਕਰ ਲਿਆ ਇੰਨੇ ਟਾਈਮ ਵਿੱਚ। ਹਾਂਜੀ, ਹੋਰ ਕੀ ਚਾਹੀਦਾ, ਪੇਂਟ ਕਰ ਲਿਆ, ਨਵਾਂ ਪੇਪਰ ਲਾ ਲਿਆ। ਸੋ ਕੁਛ ਨਾ ਕੁਛ ਤਾਂ ਤੁਸੀਂ ਕਰੇ। ਘਰ ਠੀਕ ਹੋ ਗਿਆ, ਤੁਸੀਂ ਬਾਹਰ ਖੜ ਕੇ ਕਾਰ ਸਾਫ਼ ਕਰ ਸਕਦੇ ਹੋ। ਕਾਰ ਤੇ ਕੰਮ ਕਰਦਾ ਕੋਈ ਡਰ ਨਹੀਂ, ਕੋਈ ਰੁਕਾਵਟ ਨਹੀਂ ਹੈਗੀ। ਐਜ਼ ਲੌਂਗ ਤੁਸੀਂ 4-5 ਕੁਰਸੀਆਂ ਢੱਕ ਕੇ ਨਾ ਬੈਠੋ ਲੋਕਾਂ ਦੇ ਨਾਲ ਦੁਕਾਨ ਨੂੰ, ਤੇ ਹਰ ਤਰ੍ਹਾਂ ਦਾ ਤੁਸੀਂ ਕੰਮ ਕਰ ਸਕਦੇ ਹੋ ਘਰ ਬੈਠ ਕੇ। ਬਹੁਤ ਬਹੁਤ ਇੰਪੋਰਟੈਂਟ ਹੈਗਾ। ਪਲੀਜ਼ ਦੇਖੋ ਜਿਹੜੇ ਇੱਥੇ ਲੋਕਲ ਲੈਂਡਲਾਈਨ ਹੈਗੇ ਉਹਦਾ ਕੋਸਟ ਨਹੀਂ ਹੈਗਾ। ਅੱਜ ਕੱਲ੍ਹ ਤਾਂ ਮੋਬਾਈਲ ਵੀ ਬੜੇ ਫ੍ਰੀ ਹੈਗੇ ਨੇ, ਬਹੁਤ ਕੋਸਟ ਨਹੀਂ ਕਰਦੇ। ਈਵਨ ਨਾਟ ਟੂ ਦਾ ਲੈਂਡਲਾਈਨ, ਟੂ ਮੋਬਾਈਲ ਵੀ ਫ੍ਰੀ ਹੈਗੇ ਨੇ। ਆਲਵੇਜ਼ ਇੱਕ ਦੂਜੇ ਨੂੰ ਰਿੰਗ ਕਰਕੇ ਹਾਲ ਚਾਲ ਪੁੱਛੋ। ਯੂ ਨੋ ਕੀਪ ਯੂਰਸੈਲਫ ਬਿਜ਼ੀ ਔਨ ਦਾ ਫੋਨ, ਟੋਕਨ ਨਾਲ ਗੱਲ ਕਰੋ। ਘਰ ਬੈਠ ਕੇ ਸੋਚ ਕੇ ਦਿਮਾਗ ਨੂੰ ਤਕਲੀਫ ਦੇਣੀ, ਉਹ ਤੇ ਬਿਲਕੁਲ ਗਲਤ ਗੱਲ ਹੈ ਡਾਕਟਰ। ਬਿਲਕੁਲ ਗਲਤ ਹੈ ਭਾਜੀ। ਤੇ ਗਾਰਡਨ ਦਾ ਕੰਮ ਤਾਂ ਕਦੇ ਮੁੱਕਦਾ ਹੀ ਨਹੀਂ ਭਾਜੀ। ਬਿਲਕੁਲ ਗਾਰਡਨ 'ਚ ਜਿੰਨਾ ਮਰਜ਼ੀ ਟਾਈਮ ਤੁਸੀਂ ਲਾ ਲਓ, ਸਵਾਰ ਲਓ, ਜੇ ਕੋਈ ਬੀਜ ਲਓ। ਹਾਂਜੀ, ਸੋ ਲੋਟ ਆਫ ਥਿੰਗਸ ਯੂ ਕੈਨ ਡੂ। ਡਾਕਟਰ ਆਪਾਂ ਵਾਪਸ ਕਰੀਏ ਬਲੱਡ ਪ੍ਰੈਸ਼ਰ ਦੀ ਗੱਲ। ਬਹੁਤ ਬਹੁਤ ਇੰਪੋਰਟੈਂਟ ਹੈ। ਸਭ ਤੋਂ ਪਹਿਲਾਂ ਤਾਂ ਜਦੋਂ ਤੁਸੀਂ ਬਲੱਡ ਟੈਸਟ ਕਰ ਚੱਲੇ ਨਾ, ਤੁਹਾਡੀ ਸ਼ਾਂਤ ਹੋਣਾ ਚਾਹੀਦਾ, ਤੁਹਾਨੂੰ ਪ੍ਰੋਪਰ ਇੱਕਦਮ ਕਾਲ ਆਰਾਮ ਦੇ ਨਾਲ। ਬਿਲਕੁਲ ਮਤਲਬ ਆਪਾਂ ਪਹਿਲਾਂ ਕਾਲ ਲੈਂਦੇ ਫਿਰ ਗੱਲ ਕਰਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਭਾਜੀ ਸਤਿ ਸ਼੍ਰੀ ਅਕਾਲ। ਕੌਣ ਬੋਲਦੇ ਹੋ, ਕਿੱਥੋਂ ਬੋਲਦੇ ਹੋ? ਮੈਂ ਹਰਪਾਲ ਸਿੰਘ ਬੋਲਦਾ, ਜਰਬੀ ਤੋਂ ਬੋਲਦੇ ਅਸੀਂ। ਹਾਂਜੀ ਭਾਜੀ, ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਸੁਣਦੇ, ਕੀ ਪੁੱਛਣਾ ਚਾਹੁੰਦੇ ਹੋ? ਅਸੀਂ ਪੁੱਛਦਾ, ਮੇਰੀ ਵਾਈਫ ਆ, ਉਹਦਾ 73 ਦੀ ਆ। ਇਹਨੂੰ ਥੋੜਾ ਜਿਹਾ ਚੇਤਾ ਹੀ ਭੁੱਲਣ ਲੱਗ ਪਿਆ, 3-4 ਸਾਲ ਹੋ ਗਏ ਤੇ ਚੇਤਾ ਥੋੜਾ ਜਿਹਾ ਭੁੱਲਦਾ, ਹੁਣ ਹੱਥ ਵੀ ਕੰਬਦੇ ਇਹਦੇ। ਹਾਂਜੀ ਭਾਜੀ, ਸੋ ਚੇਤਾ ਭੁੱਲਣ ਲੱਗ ਪਿਆ ਜੀ, ਤੇ ਹੱਥ ਵੀ ਜੇ ਕੰਬਦੇ, ਇਹ ਹੋ ਸਕਦਾ ਵੀ ਪਾਰਕਿੰਸਨਸ ਡਿਜ਼ੀਜ਼ ਦੀ ਸ਼ੁਰੂਆਤ ਆ ਭਾਜੀ। ਹੈਂ? ਪਾਰਕਿੰਸਨਸ ਡਿਜ਼ੀਜ਼ ਕਹਿੰਦੇ ਉਹਨੂੰ, ਨਰਵਸ ਸਿਸਟਮ ਤੇ ਦਿਮਾਗ ਦੀ ਬਿਮਾਰੀ ਹੈ ਇੱਕ। ਤੇ ਇਹਦਾ ਤੁਸੀਂ ਪਲੀਜ਼ ਜਾ ਕੇ ਚੈੱਕਅਪ ਜ਼ਰੂਰ ਕਰਾਓ। ਇਹ ਨਹੀਂ ਚੈੱਕ ਕੀਤਾ ਸਾ ਡਾਕਟਰਾਂ ਨੇ, ਹਸਪੀਟਲ ਜਾਂਦੀ ਰਹੀ, ਉਹਨੇ ਚੈੱਕ ਕੀਤਾ ਤਾਂ ਕਹਿੰਦੇ ਕੋਈ ਨਹੀਂ ਗੱਲ, ਉਹਨੂੰ ਕੋਈ ਚੀਜ਼ ਲੱਭੀ ਨਹੀਂ ਕੋਈ ਵੀ। ਹਾਂਜੀ, ਸੋ ਇਸ ਵੇਲੇ ਉਹਨਾਂ ਨੂੰ ਨਹੀਂ ਲੱਭ ਰਹੀ ਹੈਗੀ, ਕਿਉਂਕਿ ਹਲੇ ਸ਼ੁਰੂਆਤ ਹੋਇਆ ਤੇ ਹਲੇ ਉਹਨੀ ਤੁਹਾਨੂੰ ਕੋਈ ਦਵਾਈ ਨਹੀਂ ਦੇਣੀ ਹੈਗੀ। ਤੇ ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਇਹਦੀ ਹੋਮਿਓਪੈਥਿਕ ਦਵਾਈ ਨਾਲ। ਸਾਨੂੰ ਜ਼ਰੂਰੀ ਨਹੀਂ ਹੈਗੀ ਕਿ ਵੇਟ ਕਰਨੀ ਪੈਂਦੀ ਉਹਨਾਂ ਦੇ ਮੰਗਰ ਪੇ, ਜਦ ਤੱਕ ਕੋਈ ਤੁਹਾਡਾ ਰਿਜ਼ਲਟ ਨਹੀਂ ਆਉਂਦਾ ਹੈਗਾ ਉੱਤੇ ਨਹੀਂ ਦਵਾਈ ਦੇਣੀ। ਨਹੀਂ ਉੱਥੋਂ ਰਿਜ਼ਲਟ ਦਾ ਕੋਈ, ਉਹ ਤਾਂ ਛੱਡਤਾ ਉਹ ਨਹੀਂ, ਹਸਪੀਟਲ ਵਾਲੇ ਕਹਿੰਦੇ ਨਹੀਂ ਹੁਣ ਠੀਕ ਆ, ਕਹਿੰਦੇ ਕਿ ਵੀ ਤੂੰ ਸਾਰੀਆਂ ਪ੍ਰੋਵਾਂ ਪੁੱਛ ਲਈਆਂ, ਤੈਨੂੰ ਕੋਈ ਬਰੀ ਤਾਂ ਨਹੀਂ, ਕੁਛ ਨਹੀਂ ਹੈਗੀ, ਬਰੀ ਕੋਈ ਨਹੀਂ ਹੈਗੀ। ਹਾਂਜੀ, ਤੇ ਚੇਤਾ ਭੁੱਲਦਾ ਸੀਗਾ,
ਹੁਣ ਆ ਚੀਚੀ ਦੇ ਬਾਅਦ ਵਿੱਚ ਜਿੱਦਾਂ ਹੁਣ ਥੋੜੀ ਹੱਥ ਬਾਜੇ ਲਈ ਜਿੱਦਾਂ ਚੀਜ਼ ਚੱਕਦੀ ਤਾਂ ਬਾਅਦ ਹੱਥ ਘੁੰਮਣ ਲੱਗ ਪੈਂਦੇ ਜਿੱਦਾਂ ਕੰਮ ਦੇ ਥੋੜ੍ਹੇ ਜਿਹੇ। ਹਾਂਜੀ, ਇਹੀ ਕਹਿ ਸਕਦੇ ਵੀ ਪਾਰਕਿੰਸਨ ਡਿਜ਼ੀਜ਼ ਦੀ ਸ਼ੁਰੂਆਤ ਹੈ ਭਾਜੀ ਇਹ। ਅੱਛਾ ਹਾਂਜੀ ਭਾਜੀ ਥੈਂਕ ਯੂ, ਤੁਸੀਂ ਪੁੱਛ ਲਿਆ ਸਾਰਾ ਕੁਛ। ਜੇ ਗੱਲ ਖਤਮ ਹੋ ਗਈ ਤਾਂ ਪਲੀਜ਼ ਪ੍ਰੋਗਰਾਮ ਦੇਖਦੇ ਰਹੋ, ਔਰ ਤੁਸੀਂ ਆਪਣੀ ਫਿਰ ਵੀ ਆਪਣੀ ਪ੍ਰੋਫੈਸ਼ਨਲ ਮੈਡੀਕਲ ਟੀਮ ਕੋਲੋਂ ਐਡਵਾਈਸ ਲਿਓ। ਤੇ ਬਾਕੀ ਤੁਸੀਂ ਡਾਕਟਰ ਨਾਲ ਗੱਲ ਕਰਨੀ ਹੋਗੀ, ਤੁਹਾਡੇ ਪਾਸ ਨੰਬਰ ਹੈਗਾ, ਤੁਸੀਂ ਕਾਲ ਕਰਕੇ 10 ਤੋਂ 11 ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਤੁਸੀਂ ਕਾਲ ਕਰ ਸਕਦੇ ਹੋ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ, ਬਹੁਤ ਅੱਛਾ ਲੱਗਿਆ ਤੁਸੀਂ ਕਾਲ ਕੀਤਾ। ਡਾਕਟਰ ਸਾਹਿਬ ਇੱਦਾਂ ਦੇਖੋ, ਹੁਣ ਸ਼ੋਅ ਕਰਦੇ ਆ, ਬੜਾ ਭੈਣ ਜੀ ਦਾ ਵੀ ਪਹਿਲਾਂ ਕਾਲ ਆਇਆ ਸੀ, ਉਹ ਵੀ ਡਾਰਬੀ ਤੋਂ ਸੀਗਾ, ਇਹ ਵੀ ਡਾਰਬੀ ਤੋਂ। ਤੇ ਇਹ ਬਹੁਤ ਇੰਪੋਰਟੈਂਟ ਹੈ। ਅਕਾਲ ਚੈਨਲ ਹਮੇਸ਼ਾ ਕੋਸ਼ਿਸ਼ ਕਰਦੇ ਆ ਕੋਈ ਇੱਦਾਂ ਦੇ ਸ਼ੋਅ ਲੈ ਕੇ ਜਿੱਥੇ ਤੁਸੀਂ ਸਾਨੂੰ ਸਪੋਰਟ ਕਰਦੇ ਜਾਂ ਨਹੀਂ ਕਰਦੇ, ਤੁਹਾਡਾ ਭਲਾ ਹੋ ਸਕੇ। ਮੋਸਟ ਇੰਪੋਰਟੈਂਟ ਤੁਹਾਡਾ ਭਲਾ ਹੋਵੇ, ਜਿੱਥੇ ਵੀ ਤੁਸੀਂ ਬੈਠੇ ਦੁਨੀਆ 'ਚ, ਇੱਥੇ ਬੈਠੇ ਯੂਰਪ ਬੈਠੇ ਹੋ। ਔਰ ਭਾਜੀ ਨੂੰ ਅੱਜ ਕੱਲ੍ਹ ਤਾਂ ਅਮਰੀਕਾ ਤੋਂ, ਇੰਡੀਆ ਤੋਂ ਵੀ ਬੜੇ ਕਾਲ ਵਗੈਰਾ ਆ ਰਹੇ ਨੇ। ਕਾਫੀ ਲੋਕ, ਬਿਮਾਰੀ ਦਾ ਤਾਂ ਕੋਈ ਕਮੀ ਨਹੀਂ ਹੈਗੀ, ਬਹੁਤ ਵਧੀ ਹੋਈ ਹੈ। ਤੇ ਡਾਕਟਰ ਸਾਹਿਬ ਆਪਾਂ ਵਾਪਸ ਗੱਲ ਕਰਦੇ ਸੀਗੇ ਬਲੱਡ ਪ੍ਰੈਸ਼ਰ ਦੀ। ਇਹ ਬੜਾ ਡੋਜੀ ਹੈਗਾ ਇੱਕ ਤਰ੍ਹਾਂ ਦਾ, ਬਿਕੋਜ਼ ਤੁਸੀਂ ਕਿਸ ਮਾਹੌਲ 'ਚ ਜਾ ਕੇ ਟੈਸਟ ਕਰਦੇ ਹੋ ਉਹਦੇ 'ਚ ਬੜਾ ਫਰਕ ਪੈਂਦਾ। ਹਾਂਜੀ, ਕਿਉਂਕਿ ਉਹ ਰੀਡਿੰਗ ਸਹੀ ਨਹੀਂ ਹੋ ਸਕਦੀ। ਇਦਾਂ ਹੀ ਭਾਜੀ, ਸਹੀ ਗੱਲ ਹੈ। ਮੈਂ ਕਈ ਵਾਰੀ ਦੇਖੇ ਪੇਸ਼ੈਂਟ, ਉਹ ਜੀਪੀ ਦੇ ਜਾਂਦੇ ਆ, ਉੱਥੇ ਬਲੱਡ ਪ੍ਰੈਸ਼ਰ ਚੈੱਕ ਕਰਦੇ, ਉਹਨਾਂ ਹਾਈ ਬਲੱਡ ਪ੍ਰੈਸ਼ਰ ਆਉਂਦਾ ਹੈ, ਉਹ ਕਿਉਂਕਿ ਟੈਨਸ਼ਨ 'ਚ ਹੋ ਜਾਂਦੇ, ਕਿਉਂਕਿ ਟੈਨਸ਼ਨ 'ਚ ਹੁੰਦੇ ਆ, ਤੇ ਉਹ ਜੀਪੀ ਉਹਨਾਂ ਨੂੰ ਦਵਾਈ ਤੇ ਲਾਉਂਦੇ ਆ। ਤੇ ਜਦੋਂ ਵੀ ਜਾਣਾ, ਉਹ ਬਲੱਡ ਪ੍ਰੈਸ਼ਰ ਵੱਧਦਾ ਹੈ, ਉਹ ਹੋਰ ਦਵਾਈ ਜੋੜ ਦਿੰਦੇ ਆ। ਤੇ ਫਿਰ ਜਦੋਂ ਸਾਡੇ ਕੋਲ ਆਉਂਦੇ ਆ, ਉੱਥੇ ਅਸੀਂ ਰਿਲੈਕਸ ਪਹਿਲਾਂ ਕਰ ਦਈਦਾ ਉਹਨਾਂ ਨੂੰ, ਉਹ ਬਲੱਡ ਪ੍ਰੈਸ਼ਰ ਨੋਰਮਲ ਆਉਂਦਾ ਉਹਨਾਂ ਦਾ। ਤੇ ਫਿਰ ਉਹ ਕਹਿੰਦੇ ਵੀ ਜੀਪੀ ਤਾਂ ਮੰਨਦਾ ਨਹੀਂ ਹੈਗਾ। ਤੇ ਮੈਂ ਕਿਹਾ ਵੀ ਇੱਦਾਂ ਕਰੋ, ਆਹ ਮਸ਼ੀਨ ਲੈ ਜਾਓ, 15 ਪਾਉਂਡ ਦੀ ਆਉਂਦੀ ਮਸ਼ੀਨ, ਅੱਜ ਕੱਲ੍ਹ ਤੁਸੀਂ ਆਪ ਖਰੀਦ ਸਕਦੇ ਹੋ। ਫਿਰ ਤੁਸੀਂ ਘਰ ਹਰ ਰੋਜ਼ ਰਿਲੈਕਸ ਹੋ ਕੇ ਬਲੱਡ ਪ੍ਰੈਸ਼ਰ ਆਪਣਾ ਚੈੱਕ ਕਰਿਆ ਕਰੋ। ਉਹ ਰੀਡਿੰਗ ਲਿਖ ਕੇ ਫਿਰ ਲੈ ਜਾਓ ਡਾਕਟਰ ਕੋਲ। ਤੇ ਉਹਨੇ ਫਿਰ ਇੱਦਾਂ ਕੀਤੀ, ਜੀਪੀ ਨੂੰ ਜਾ ਕੇ ਦਿਖਾ ਦਿੱਤਾ, ਤੇ ਉਹ ਦਵਾਈਆਂ ਉਹਨਾਂ ਦੀ ਬੰਦ ਕਰ ਦਿੱਤੀਆਂ। ਹਾਂਜੀ, ਸੋ ਬਲੱਡ ਪ੍ਰੈਸ਼ਰ ਬਹੁਤ ਇਫੈਕਟ ਪੈਂਦਾ ਇਮੋਸ਼ਨਸ ਦੇ ਨਾਲ। ਬਿਲਕੁਲ, ਐਬਸੋਲੂਟਲੀ ਐਬਸੋਲੂਟਲੀ। ਇਹਨੂੰ ਕਹਿੰਦਾ ਹੀ ਹਾਈਪਰਟੈਂਸ਼ਨ ਆ। ਹਾਈਪਰਟੈਂਸ਼ਨ, ਹਾਈਪਰ ਮੀਨਸ ਟੂ ਮਚ ਟੈਂਸ਼ਨ, ਤੁਹਾਨੂੰ ਪਤਾ ਹੀ। ਡਾਕਟਰ ਸਾਹਿਬ ਇੱਕ ਹੋਰ ਮੈਂ ਗੱਲ ਕਰਦੇ ਕਰਦੇ ਮੈਨੂੰ ਯਾਦ ਆ ਰਿਹਾ, ਜਦੋਂ ਤੁਸੀਂ ਜਵਾਨ ਹੁੰਦੇ ਨਾ, ਤੁਹਾਡੇ 'ਚ ਐਨਰਜੀ ਹੁੰਦੀ ਹੈ, ਤੁਹਾਨੂੰ ਗੁੱਸਾ ਚੜ੍ਹਦਾ, ਤੁਹਾਡਾ ਸਾਰਾ ਕੁਝ ਫਾਸਟ ਹੋ ਜਾਂਦਾ, ਬਲੱਡ ਪ੍ਰੈਸ਼ਰ ਵਗੈਰਾ, ਖੂਨ ਅੱਖਾਂ 'ਚ ਆ ਗਿਆ, ਗੱਲਾਂ 'ਚ ਆ ਗਿਆ, ਤੇ ਤੁਸੀਂ ਟੋਲਰੇਟ ਕਰ ਲੈਂਦੇ ਹੋ, ਕਿਉਂਕਿ ਥੋੜੀ ਦੇਰ ਬਾਅਦ ਉਹ ਕਾਮ ਵੀ ਹੋ ਜਾਂਦਾ ਹੈ, ਬਿਕੋਜ਼ ਉਹ ਕੰਟਰੋਲ ਹੁੰਦਾ ਅਪ ਐਂਡ ਡਾਊਨ ਲਾਈਕ ਟੈਂਪਰੇਚਰ। ਜਦੋਂ ਤੁਸੀਂ ਥੋੜੇ ਜਿਹੇ ਵੱਡੇ ਏਜ ਦੇ ਹੋ ਜਾਂਦੇ ਨਾ, ਯੂ ਕਾਂਟ ਡੂ ਦੈਟ, ਉਹ ਤੁਹਾਨੂੰ ਜ਼ਿਆਦਾ ਹਾਰਮ ਕਰਦਾ। ਉਹਦੀ ਕੀ ਹੁੰਦਾ? ਹਾਂਜੀ, ਸੋ ਇੱਦਾਂ ਯੰਗ ਉਮਰ ਵਿੱਚ ਤੁਹਾਡੇ ਜਿਹੜੇ ਔਰਗਨਸ ਆ, ਉਹ ਸਟਰੋਂਗ ਹੁੰਦੇ ਸਾਰੇ। ਹਾਂਜੀ, ਦੇ ਫਿਟ ਐਂਡ ਹੈਲਥੀ, ਤੇ ਤੁਹਾਡਾ ਬਲੱਡ ਪ੍ਰੈਸ਼ਰ ਅਪ ਵੀ ਜਾਂਦਾ ਹੈ, ਤਾਂ ਉਹਨਾਂ ਨੂੰ ਕੁਛ ਨਹੀਂ ਹੋਏਗਾ। ਜਿੱਦਾਂ ਤੁਹਾਡੀ ਏਜ ਵਧੀ ਜਾਂਦੀ ਆ, ਤੇ ਸਾਰੇ ਔਰਗਨਸ ਜਿਹੜੇ ਆ, ਉਹ ਥੋੜ੍ਹੇ ਜਿਹੇ ਕਮਜ਼ੋਰ ਹੋਈ ਜਾਂਦੇ ਆ। ਹਾਂਜੀ, ਸੋ ਜਿੱਦਾਂ ਬਲੱਡ ਵੈਸਲਸ ਦੀ ਵੋਲਸ ਜਿਹੜੀਆਂ ਨਾੜੀਆਂ ਦੀਆਂ, ਉਹ ਪਹਿਲਾਂ ਸਟਰੋਂਗ ਹੁੰਦੀਆਂ, ਥਿਕ ਹੁੰਦੀਆਂ। ਹਾਂਜੀ, ਫਿਰ ਜਿੱਦਾਂ ਤੁਸੀਂ ਏਜ ਹੋਈ ਜਾਂਦੀ ਆ, ਉਹਨਾਂ ਦੇ ਥੋੜ੍ਹੀ ਬ੍ਰਿਟਲ ਵੀ ਹੋਣ ਲੱਗ ਪੈਂਦੀਆਂ, ਜਾਂ ਉਹਨਾਂ ਦੇ ਅੰਦਰ ਚਰਬੀ ਜੰਮਣ ਲੱਗ ਪੈਂਦੀ ਆ। ਸੋ ਚੇਂਜ ਹੁੰਦੀ ਰਹਿੰਦੀ ਆ। ਸੋ ਫਿਰ ਬੋਡੀ ਫਿਰ ਬਹੁਤੀ ਸਹਿੰਦੀ ਨਹੀਂ। ਭਾਜੀ ਹੁਣ ਇਨਸਾਨ ਤੇ ਇੰਨਾ ਮੈਡੀਸਨ ਨਹੀਂ ਕੀਤੀ, ਆਮ ਆਰਡੀਨਰੀ ਲੋਕ ਹੁੰਦੇ ਸਾਡੇ ਵਰਗੇ, ਤੁਹਾਨੂੰ ਹਾਰਟ ਦੀ ਕੇਅਰ ਕਰਨੀ ਪੈਂਦੀ ਹੈ, ਤੁਹਾਨੂੰ ਲਿਵਰ ਦੀ ਕਰਨੀ ਪੈਂਦੀ ਹੈ, ਤੁਹਾਨੂੰ ਕਿਡਨੀ ਦੀ ਕਰਨੀ ਪੈਂਦੀ ਹੈ, ਹਰ ਤਰ੍ਹਾਂ ਦੇ ਨਾਲ ਬਲੱਡ ਪ੍ਰੈਸ਼ਰ ਕੰਟਰੋਲ, ਸ਼ੂਗਰ ਕੰਟਰੋਲ। ਬੰਦਾ ਕਿੱਧਰ ਧਿਆਨ ਦੇਵੇ ਹੁਣ? ਨਹੀਂ, ਇੱਦਾਂ ਹੀ ਭਾਜੀ, ਦੇਖੋ ਆਪਣੇ ਆਪ ਨੂੰ ਲੁੱਕ ਆਫਟਰ ਕਰਨਾ ਪੈਂਦਾ। ਹਾਂਜੀ, ਦੂਸਰੇ ਨੇ ਤਾਂ ਨਹੀਂ ਕਰਨਾ ਕਿੰਨੇ। ਤੇ ਮੇਨ ਥਿੰਗ ਤਾਂ ਤੁਸੀਂ ਆਪਣੀ ਡਾਇਟ ਸਿੱਧੀ ਰੱਖੋ, ਕਿਉਂਕਿ ਬਹੁਤੇ ਲੋਕੀ ਜੰਕ ਫੂਡਸ ਬਹੁਤ ਖਾਂਦੇ। ਹਾਂਜੀ, ਤੁਹਾਨੂੰ ਪਤਾ ਹੀ ਆ, ਫਾਸਟ ਫੂਡ ਆਊਟਲੈਟਸ ਹਰੇਕ ਥਾਂ ਆ, ਤੇ ਅਨਹੈਲਥੀ ਫੂਡ ਆ ਉਹ। ਭਾਜੀ ਇੱਕ ਨਾ ਗੱਲ, ਫਿਰ ਅਸੀਂ ਕਹਿੰਦੇ ਯਾਰ ਬੰਦੇ ਦੀ ਮੈਨੂੰ ਸਮਝ ਨਹੀਂ ਪੈਂਦੀ ਹੈ, ਮਾਹੌਲ ਇੱਦਾਂ ਹੋ ਜਾਂਦਾ ਹੈ, ਕਿਉਂਕਿ ਦੂਜਾ ਬੰਦਾ ਹੋ, ਤੁਸੀਂ ਕਦੇ ਮਿਲਦੇ ਕਦੇ ਨਹੀਂ। ਤੁਹਾਡਾ ਜਿਸਮ ਤੁਹਾਡਾ ਆਪਣਾ ਜਿਸਮ ਹੈ, ਤੁਹਾਨੂੰ ਤੁਸੀਂ 50, 55, 60 ਸਾਲ ਦੇ ਹੋ ਗਏ, ਤੁਹਾਡੇ ਨਾਲ ਹੀ ਹੈ, ਉਦੋਂ ਦਾ ਹੀ ਹੈ। ਤੁਸੀਂ ਉਹਨੂੰ ਵੀ ਨਹੀਂ ਸਮਝਦੇ ਕਿ ਤੁਹਾਨੂੰ ਕੀ ਕਹਿ ਰਿਹਾ ਹੈ। ਦੈਟਸ ਰਾਈਟ, ਤੁਸੀਂ ਉਹਨੂੰ ਸਮਝਦੇ ਨਹੀਂ ਹੈਗੇ। ਜਦੋਂ ਤੁਹਾਨੂੰ ਲੱਗਦਾ ਕਿ ਮੇਰਾ ਹੁਣ ਇਹ ਹੋ ਰਿਹਾ, ਮੇਰਾ ਸਿਰ ਦੁਖਣਾ ਸ਼ੁਰੂ ਹੋ ਗਿਆ, ਮੇਰਾ ਹਾਰਟ ਬੀਟ ਫਾਸਟ ਹੋ ਗਿਆ, ਤੁਹਾਨੂੰ ਉਹ ਦੱਸ ਰਿਹਾ ਤੁਹਾਡਾ ਕਿ ਸਮਥਿੰਗ ਇਜ਼ ਨਾਟ ਰਾਈਟ। ਅਸੀਂ ਉਹਨੂੰ ਸਮਝਦੇ ਹੀ ਨਹੀਂ ਹੈ। ਦੈਟਸ ਰਾਈਟ, ਬੋਡੀ ਡੈਫੀਨਿਟਲੀ ਤੁਹਾਨੂੰ ਦੱਸਦੀ। ਇਹ ਤੁਹਾਡਾ ਸਾਥੀ ਹੈ, ਅਸੀਂ ਉਹਨੂੰ ਨਹੀਂ ਸਮਝਦੇ ਤੇ ਕਿਹਨੂੰ ਸਮਝਾਂਗੇ? ਕਿਸੇ ਨਾ ਕਿਸੇ ਤਰੀਕੇ ਨਾਲ ਬੋਡੀ ਤੁਹਾਨੂੰ ਦੱਸਦੀ ਹੈ ਰਾਈਟ। ਜਦੋਂ ਤੁਸੀਂ ਕਹਿੰਦੇ ਵੀ ਸਿਰ ਦੁਖੀ ਜਾਂਦਾ ਹੈ, ਕਈ ਵਾਰੀ ਸਿਰ ਦੁਖਣ ਲੱਗ ਪੈਂਦਾ, ਵੀ ਇਹਦਾ ਮਤਲਬ ਇਹੀ ਹੋਇਆ ਵੀ ਤੁਸੀਂ ਜਾਂ ਤਾਂ ਕਿਸੇ ਚੀਜ਼ ਤੋਂ ਅਲਰਜਿਕ ਆ। ਤੁਸੀਂ ਦੇਖੋ ਵੀ ਡਾਇਟ ਵਿੱਚ ਕਿਹੜੀ ਚੀਜ਼ ਆ ਮੈਂ ਇਹ ਖਾਣਾ, ਫਿਰ ਮੇਰਾ ਸਿਰ ਦੁਖਦਾ ਹੈ। ਹਾਂਜੀ, ਯੂ ਕੈਨ ਫਾਈਂਡ ਆਊਟ ਸੋ ਮੈਨੀ ਪੀਪਲ ਉਹ ਚੀਜ਼ ਤੋਂ ਅਲਰਜਿਕ ਆ, ਜਾਂ ਕਿਸੇ ਟਮਾਟੋ ਤੋਂ ਅਲਰਜਿਕ, ਜਾਂ ਦੁੱਧ ਤੋਂ ਅਲਰਜਿਕ ਆ, ਤੇ ਉਸ ਕਰਕੇ ਉਹਨਾਂ ਸਿਰ ਦੁਬਾਰਾ ਦੁਖਦਾ ਰਹਿੰਦਾ। ਤੇ ਜੇ ਤੁਸੀਂ ਆਪਣੀ ਫੂਡ ਡਾਇਰੀ ਰੱਖੋ, ਹੈ ਨਾ, ਰੋਜ਼ ਨੋਟ ਕਰੋ ਵੀ ਮੈਂ ਇਸ ਦਿਨ ਆਹ ਖਾਧਾ ਆ, ਇਸ ਦਿਨ ਆਹ ਖਾਧਾ, ਫਿਰ ਮੈਂ ਇਸ ਦਿਨ ਮੇਰਾ ਸਿਰ ਦੁਖਿਆ,
ਅੱਛਾ ਇਹ ਤੋਂ ਇੱਕ ਦਿਨ ਪਹਿਲਾਂ ਮੈਂ ਕੀ ਖਾਧਾ ਸੀਗਾ, ਉਹ ਤੁਸੀਂ ਟਾਈ ਅਪ ਕਰ ਸਕਦੇ ਆ ਵੀ ਇਸ ਚੀਜ਼ ਨਾਲ ਮੇਰਾ ਪ੍ਰੋਬਲਮ ਪੈਂਦਾ। ਡਾਕਟਰ ਇੱਕ ਹੋਰ ਮੈਂ ਤੁਹਾਡਾ ਬ੍ਰੇਨ ਮੈਂ ਤੁਹਾਡਾ ਟੈਸਟ ਨਹੀਂ ਲੈ ਰਿਹਾ ਮੈਂ ਬ੍ਰੇਨ ਪੇ ਲਰਨ ਕਰ ਰਿਹਾ ਨਾ, ਇਸ ਕਰਕੇ ਹੁਣ ਕਿੰਨੀ ਦਫਾ ਕਨਵਰਸੇਸ਼ਨ ਹੁੰਦੀ ਫਰੈਂਡਾਂ ਦੇ ਵਿੱਚ ਆਮ ਹੁੰਦੀ ਹੈ, ਕਈ ਬੰਦੇ ਮੇਰੇ ਵਰਗੇ ਨੇ ਭਾਜੀ ਸਿਸਟਮ ਬਣਾਇਆ, ਮੈਂ 11 ਵਜੇ ਸੁੱਤਾ ਜਾਂ 12 ਵਜੇ ਸੁੱਤਾ, ਮੈਂ 8 ਸਾਢੇ 8 ਵਜੇ ਉੱਠ ਖੜਨਾ ਹੈ, ਮੈਂ ਸਾਰਾ ਦਿਨ ਕੁਛ ਵੀ ਨਹੀਂ ਕਰਨਾ ਲੇਕਿਨ ਮੈਂ ਉੱਠ ਖੜਨਾ ਉਸ ਟਾਈਮ ਦੇ ਉੱਪਰ। ਹੁਣ ਕਈ ਲੋਕ ਕੀ ਕਰਦੇ ਨੇ, ਕਹਿੰਦੇ ਯਾਰ ਮੈਂ ਕੁਛ ਕਰਨਾ ਤੇ ਚਲ ਮੈਂ 11 ਵਜੇ ਉੱਠਾਂਗਾ ਆਰਾਮ ਦੇ ਨਾਲ। ਅੱਛਾ ਉਹ 11 ਵਜੇ ਉੱਠੇ ਕਿਉਂਕਿ ਉਹਨੇ ਇਨਫ ਨੀਂਦ ਲੈ ਲਈ ਇੱਕ ਰਾਤ ਦੇ ਵਿੱਚ, ਦੂਜੀ ਰਾਤ ਉਹਨੇ ਸੌਣਾ ਨਹੀਂ ਕਿਉਂਕਿ ਇੱਕ ਰਾਤ ਨੀਂਦਰ ਪੂਰੀ ਹੋ ਚੁੱਕੀ ਹੈ। ਇਹ ਤੁਸੀਂ ਦੱਸੋ ਬੰਦੇ ਨੂੰ ਆਪਣਾ, ਤੁਸੀਂ ਇਹ ਮੈਂ ਰਿਟਾਇਰ ਬੰਦਿਆਂ ਦੀ ਗੱਲ ਕਰਦਾ ਕਿ ਤੁਸੀਂ ਰਿਟਾਇਰ ਹੈਗੇ ਨਾ, ਪਲੀਜ਼ ਆਪਣੀ ਲਾਈਫ ਦਾ ਨਾ ਸਟਾਈਲ ਰੱਖੋ। ਇਹ ਨਾ ਹੋਵੇ ਕਿ ਤੁਸੀਂ ਕਿਸੇ ਦਿਨ 12 ਵਜੇ ਤੱਕ ਸੁੱਤੇ ਰਹੋ ਤੇ ਕਿਸੇ ਦਿਨ 6 ਵਜੇ ਉੱਠ ਕਰੋ ਵਿਦਆਊਟ ਐਨੀ ਰੀਜ਼ਨ। ਉਹਨੂੰ ਸਿਸਟਮ ਕਰੋ, ਬੋਡੀ ਨੂੰ ਟ੍ਰੇਨ ਕਰੋ ਤਾਂ ਕਿ ਉਹ ਘੰਟਿਆਂ 'ਚ ਉਹ ਗਿੱਝ ਜਾਵੇ। ਇਹਦੇ 'ਚ ਤੁਹਾਡਾ ਕੀ ਖਿਆਲ ਹੈ? ਹਾਂਜੀ ਬਿਲਕੁਲ ਠੀਕ ਆ। ਸੋ ਬੋਡੀ ਦੇ ਸਾਈਕਲ ਹੁੰਦੇ, ਰਿਦਮ ਹੁੰਦੇ ਆ, ਜਿੱਦਾਂ ਤੁਸੀਂ ਸੀਜ਼ਨ ਆ ਨਾ ਉਹਨਾਂ ਦਾ ਸਾਈਕਲ ਆ, ਇੱਦਾਂ ਹੀ ਬੋਡੀ ਦਾ ਵੀ ਸਾਈਕਲ ਆ ਆਪਣਾ। ਤੇ ਜੇ ਤੁਸੀਂ ਉਹਨੂੰ ਖਰਾਬ ਕਰਦੇ ਸਾਈਕਲ ਨੂੰ ਤੇ ਉਹਨਾਂ ਵੀ ਤੁਹਾਡੀ ਸਿਹਤ ਖਰਾਬ ਹੁੰਦੀ ਆ। ਤੋ ਜਿੱਦਾਂ ਤੁਸੀਂ ਕਹਿੰਦੇ ਵੀ ਆਪਣੇ ਨੀਂਦ ਦਾ ਜਿਹੜਾ ਸਾਈਕਲ ਆ ਉਹ ਹੈਗਾ ਵੀ ਜਦੋਂ ਹਨੇਰਾ ਹੋ ਜਾਂਦਾ ਉਦੋਂ ਤੁਸੀਂ ਸੌਣਾ ਆ, ਜਦੋਂ ਸੂਰਜ ਨਿਕਲ ਆਉਂਦਾ ਉਦੋਂ ਤੁਸੀਂ ਉੱਠਣਾ ਹੈ। ਸਾਡੇ ਬਜ਼ੁਰਗ ਇੱਦਾਂ ਹੀ ਕਰਦੇ ਹੁੰਦੇ ਸੀ ਪਿੰਡਾਂ ਵਿੱਚ, ਜਦੋਂ ਉਹਨੇ ਖੇਤੀ ਕਰਨੀ ਸੀਗੀ, ਜਦੋਂ ਸੂਰਜ ਨਿਕਲਦਾ ਸੀ ਉਹ ਉੱਠ ਖੜਦੇ ਸੀ। ਹਾਂਜੀ, ਜਦੋਂ ਸੂਰਜ ਛਿਪ ਜਾਣਾ ਉਹਨੇ ਸੌਂ ਜਾਣਾ। ਹਾਂਜੀ, ਸੋ ਉਹ ਨੋਰਮਲ ਜਿਹਾ ਸਾਈਕਲ ਸੀਗਾ। ਤੇ ਚਲੋ ਹੁਣ ਮਾਡਰਨ ਟਾਈਮਸ ਹੋ ਗਏ, ਹੁਣ ਅਸੀਂ ਥੋੜ੍ਹਾ ਜਿਹਾ ਜ਼ਿਆਦਾ ਜਾਗਦੇ ਰਹੀਦਾ 10-12 ਵਜੇ ਤਾਈਂ, ਹੈ ਨਾ। ਤੇ ਪਰ ਮੈਂ ਦੇਖਿਆ ਬੱਚੇ ਆਪਣਾ ਸਾਈਕਲ ਬਹੁਤ ਜ਼ਿਆਦਾ ਖਰਾਬ ਕਰ ਰਹੇ ਆ, ਉਹ ਬਹੁਤ ਜ਼ਿਆਦਾ ਲੇਟ ਸੌਂਦੇ ਆ ਤੇ ਲੇਟ ਉੱਠਦੇ ਆ। ਹਾਂਜੀ, ਸੋ ਉਹ ਉਹਨਾਂ ਦੀ ਸਿਹਤ ਲਈ ਚੰਗਾ ਨਹੀਂ ਹੈਗਾ ਇੱਦਾਂ। ਬਿਲਕੁਲ, ਕਿਉਂਕਿ ਬੋਡੀ ਨੂੰ ਟਾਈਮ ਨਹੀਂ ਮਿਲਦਾ ਨਾ ਜੋ ਫੰਕਸ਼ਨ ਜੋ ਵੀ ਕਰਨਾ ਉਹਨੇ ਬੋਡੀ ਦੇ ਅੰਦਰ ਆਪਣਾ। ਨੀਂਦ ਵਿੱਚ ਜਿਹੜੇ ਰਿਦਮ ਆ ਜਿਹੜੇ ਉਹ ਚੱਲਣੇ ਚਾਹੀਦੇ ਬੋਡੀ ਦੇ। ਬੈਟਰੀ ਜਿੱਦਾਂ ਰੀਚਾਰਜ ਹੁੰਦੀ ਇੱਦਾਂ ਹੀ ਬੋਡੀ ਵੀ ਰੀਚਾਰਜ ਹੁੰਦੀ ਆ ਨੀਂਦ। ਤੇ ਬੈਸਟ ਟਾਈਮ ਇਹੀ ਆ 12 ਤੋਂ ਪਹਿਲਾਂ ਸੌਣਾ। ਹਾਂਜੀ, ਬੈਸਟ ਟਾਈਮ ਜਿਹੜੇ ਉਹ ਤੁਸੀਂ ਘੰਟੇ ਸੌਂਦੇ ਹੈ ਨਾ, 2 ਘੰਟੇ ਸੌਂਦੇ 12 ਤੋਂ ਪਹਿਲਾਂ, ਕਿ ਉਹ ਬਹੁਤ ਵਧੀਆ ਗਿਣੇ ਜਾਂਦੇ ਆ। ਭਾਜੀ ਅਸੀਂ ਲੋਕ ਨਾ ਮੋਬਾਈਲ ਫੋਨ ਦਾ ਜ਼ਿਆਦਾ ਖਿਆਲ ਰੱਖਦੇ ਆ ਤਾਂ ਕਿ ਉਹਨੂੰ ਪ੍ਰੋਪਰ ਚਾਰਜ ਹੋਵੇ, ਰਾਤੀ ਸੌਂਦੇ ਸੌਂਦੇ ਸੁਬਾਹ ਉੱਠੇ ਤੇ ਫੁੱਲੀ ਚਾਰਜ ਹੋਵੇ, ਲੇਕਿਨ ਬੋਡੀ ਨੂੰ ਧਿਆਨ ਨਹੀਂ ਦੇ ਰਹੇ। ਬੋਡੀ ਨੂੰ ਧਿਆਨ ਨਹੀਂ ਦੇ ਰਹੇ, ਦੇਖੋ ਕਿੱਦਾਂ ਦੀ ਗੱਲ ਹੈ। ਬੋਡੀ ਨੂੰ ਉੱਦਾਂ ਹੀ ਛੱਡਿਆ, ਕੋਈ ਚਾਰਜ ਨਹੀਂ ਕਰਦੇ, ਕੁਛ ਨਹੀਂ ਕਰਨਾ। ਫਿਰ ਮੈਂ ਤਾਂ ਥਕਾਵਟ ਹੋ ਗਈ, ਚਲੋ ਮੈਨੂੰ ਚਾਹ ਬਣਾ ਦੇ ਜਾਂ ਇਹ ਕਰ ਦੇ, ਧੱਕੇ ਖਾ ਕੇ। ਓਨੈਸਟਲੀ ਜਦੋਂ ਤੁਸੀਂ ਰਿਟਾਇਰ ਹੈਗੇ ਨਾ ਆਪਣਾ ਸਿਸਟਮ ਰੱਖੋ ਕਿ ਐਜ਼ ਇਫ ਤੁਸੀਂ ਕੰਮ ਤੇ ਜਾਣਾ। ਬੰਦਾ ਕਹਿੰਦਾ ਲੈ ਫਿਰ ਮੇਰਾ ਰਿਟਾਇਰ ਉਹਦਾ ਫਾਇਦਾ ਕੀ ਜੇ ਮੈਂ 8 ਵਜੇ ਉੱਠਣਾ ਹੈ, ਪਰ ਸਿਸਟਮ ਬੋਡੀ ਨੂੰ ਤਾਂ ਕਰਨਾ ਪਏਗਾ ਨਾ। ਬੋਡੀ ਨੂੰ ਤਾਂ ਕਰਨਾ ਪਏਗਾ, ਦੱਸ ਉਹਨਾਂ ਤੁਸੀਂ ਫਿਟ ਰਹੋਗੇ, ਹੈਲਥੀ ਰਹੋਗੇ। ਬਿਲਕੁਲ ਬਿਲਕੁਲ। ਜੇ ਤੁਸੀਂ ਬੈੱਡ 'ਚ ਪਏ ਰਹੇ ਤਾਂ ਫਾਇਦਾ ਕੀ ਆ। ਲੋਕਡਾਊਨ ਦੇ ਵਿੱਚ ਨਾ ਪਲੀਜ਼ ਡਿਪਰੈਸ਼ਨ ਹੋਣ ਦਾ ਮਤਲਬ ਨਹੀਂ, ਮੈਂ ਬੰਦਾ ਖੁਦ ਵੀ ਕਹਿੰਦਾ, ਬੰਦੇ ਮੈਨੂੰ ਵੀ ਫੀਲ ਹੁੰਦਾ ਕਿ ਕੀ ਕਰਾਂਗੇ, ਲੇਕਿਨ ਤੁਸੀਂ ਸੁਬਾਹ ਉੱਠ ਕੇ ਨਾ ਗੋ ਫॉर ਅ ਲਿਟਲ ਵਾਕ, ਜਿੱਥੇ ਕੱਲਾ ਪਾਰਕ 'ਚ, ਉਹਦੀ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ। ਲੋਕਡਾਊਨ ਨੇ ਤੁਹਾਨੂੰ ਰੋਕਿਆ ਨਹੀਂ ਹੈਗਾ ਕਿ ਤੁਸੀਂ ਬਾਹਰ ਵਾਕ ਕਰ ਸਕਦੇ ਹੋ। ਹਸਬੈਂਡ ਵਾਈਫ ਦੋਨੋਂ ਇਕੱਠੇ ਤੁਸੀਂ ਜਾ ਸਕਦੇ ਹੋ, ਇਕੱਲੇ ਜਾ ਸਕਦੇ ਹੋ। ਜੀ ਡਾਕਟਰ ਸਾਹਿਬ ਹੋਰ ਕੀ ਕਹੋਗੇ ਕੁਝ? ਹਾਂਜੀ, ਸੋ ਆਪਾਂ ਥੋੜ੍ਹਾ ਜਿਹਾ ਕਿਡਨੀ ਦਾ ਹੋਰ ਦੱਸ ਦਈਏ ਵੀ ਆਪਾਂ ਕਰੋਨਿਕ ਕਿਡਨੀ ਫੇਲੀਅਰ ਬਾਰੇ ਦੱਸਿਆ ਵੀ ਉਹਦੇ ਵਿੱਚ ਜਦੋਂ ਕਿਡਨੀ ਫੇਲ ਹੋ ਜਾਂਦੀ ਫਿਰ ਉਹ ਫੰਕਸ਼ਨ ਨਹੀਂ ਕਰਦੀ ਹੈਗੀ ਤੇ ਟੌਕਸਿਨਸ ਵੀ ਵਿੱਚੇ ਰਹਿੰਦੇ ਬਲੱਡ ਦੇ, ਤੇ ਉਹ ਪਾਣੀ ਰੁਕਣ ਲੱਗ ਪੈਂਦਾ ਹੈ ਕਿਉਂਕਿ ਪਾਣੀ ਕੱਢਣਾ ਜਿਹੜਾ ਯੂਰਿਨ ਕੱਢਣਾ ਉਹ ਇਨਫ ਨਹੀਂ ਨਿਕਲਦਾ ਹੈਗਾ। ਫਿਰ ਗਿੱਟਿਆਂ ਵਿੱਚ ਸੋਜ ਵੀ ਪੈ ਸਕਦੀ ਹੈ ਉਹਦੇ ਨਾਲ। ਹਾਂਜੀ, ਦੈਟਸ ਰਾਈਟ। ਫਿਰ ਤੁਹਾਨੂੰ ਡਾਕਟਰ ਦੇਣਗੇ ਡਾਇਰੈਟਿਕਸ, ਫਰੂਜ਼ੀਮਾਈਡ ਜਾਂ ਸਪਰਨਲੈਕਟੋਨ, ਵੀ ਉਹ ਜਿਹੜਾ ਐਕਸਟਰਾ ਫਲੂਇਡ ਆ ਬੋਡੀ 'ਚੋਂ ਨਿਕਲਦਾ ਰਹੇ। ਤੇ ਕਿਸੇ ਵੇਲੇ ਇਹ ਕਰੋਨਿਕ ਕਿਡਨੀ ਫੇਲੀਅਰ ਹੁੰਦਾ। ਫਿਰ ਅਕਿਊਟ ਕਿਡਨੀ ਫੇਲੀਅਰ ਵੀ ਹੋ ਸਕਦਾ, ਉਹ ਹੋ ਜਾਂਦਾ ਸਡਨਲੀ। ਜਿੱਦਾਂ ਕਰੋਨਿਕ ਉਹ ਹੌਲੀ ਹੌਲੀ ਹੁੰਦਾ ਹੈ, ਜਿਹੜਾ ਅਕਿਊਟ ਉਹ ਸਡਨਲੀ ਕਿਡਨੀ ਫੇਲੀਅਰ ਹੋ ਜਾਂਦਾ ਭਾਜੀ। ਤੇ ਇਹ ਵੀ ਪੋਸੀਬਿਲਿਟੀ ਹੈਗੀ ਆ। ਇਹ ਖਾਸ ਹੁੰਦਾ ਹੈਗਾ ਆ ਜੇ ਤੁਸੀਂ ਜਿਹੜੀਆਂ ਦਵਾਈਆਂ ਖਾਂਦੇ ਜੀਪੀ ਤੋਂ ਉਹ ਤੁਸੀਂ ਓਵਰਡੋਜ਼ ਕਰਦੇ ਆ। ਹਾਂਜੀ, ਸੋ ਜੇ ਜ਼ਿਆਦਾ ਐਸਪਰਿਨ ਖਾਂਦੇ, ਤੁਸੀਂ ਜ਼ਿਆਦਾ ਨੈਪਰੋਕਸਨ ਖਾਂਦੇ ਆ, ਜ਼ਿਆਦਾ ਆਈਬੂਪ੍ਰੋਫਨ ਖਾਂਦੇ ਆ, ਉਹ ਵੀ ਕਿਡਨੀ ਨੂੰ ਡੈਮੇਜ ਕਰ ਸਕਦੀ ਹੈ। ਹਾਂਜੀ, ਦੈਟਸ ਰਾਈਟ। ਤੇ ਉਹ ਸਡਨਲੀ ਫਿਰ ਕਿਡਨੀ ਫੇਲ ਹੋ ਜਾਂਦੀ ਹੈ। ਪਰ ਉਹ ਇੰਨਾ ਡੇਂਜਰਸ ਨਹੀਂ ਹੈਗਾ ਜੇ ਤੁਸੀਂ ਸਟ੍ਰੇਟ ਅਵੇ ਹਸਪੀਟਲ ਚਲ ਜਾਓ ਤੇ ਉਹ ਫਿਰ ਤੁਹਾਨੂੰ ਡ੍ਰਿਪ ਵਗੈਰਾ ਲਾ ਦਿੰਦੇ ਆ, ਜਿਹੜੇ ਇਲੈਕਟ੍ਰੋਲਾਈਟਸ ਸਾਲਟਸ ਆ ਉਹ ਦਵਾ ਦਵ ਕਰੈਕਟ ਕਰ ਦਿੰਦੇ ਆ ਤੇ ਉਹਦੇ ਨਾਲ ਕਿਡਨੀ ਰਿਕਵਰ ਹੋ ਜਾਂਦੀ ਹੈ। ਹਾਂਜੀ, ਤੇ ਬਾਕੀ ਹੋ ਸਕਦਾ ਵੀ ਕਈਆਂ ਦੇ ਬਲੈਡਰ 'ਚ ਇਨਫੈਕਸ਼ਨ ਹੋ ਜਾਂਦਾ ਹੈ ਤੇ ਉਹ ਜਦੋਂ ਇਨਫੈਕਸ਼ਨ ਬਲੈਡਰ ਵਿੱਚ ਹੁੰਦਾ ਉਹਦਾ ਥੋੜ੍ਹਾ ਜਿਹਾ ਚਾਂਸ ਹੁੰਦਾ ਵੀ ਉਹ ਜਿੱਦਾਂ ਆਪਾਂ ਨਾੜੀਆਂ ਦਿਖਾ ਲਈਆਂ ਨਾ ਉਹ ਪਿਸ਼ਾਬ ਦੇ ਰਾਹ, ਵੀ ਉਹ ਇਨਫੈਕਸ਼ਨ ਕਿਡਨੀ ਵਿੱਚ ਵੀ ਪਹੁੰਚ ਸਕਦਾ ਹੈ। ਸੋ ਕਿਡਨੀ ਇਨਫੈਕਸ਼ਨ ਵੀ ਹੋ ਸਕਦਾ ਹੈ ਤੇ ਉਹ ਫਿਰ ਥੋੜ੍ਹਾ ਜਿਹਾ ਸੀਰੀਅਸ ਹੋ ਜਾਂਦਾ ਜੀ ਕਿਡਨੀ ਇਨਫੈਕਸ਼ਨ ਹੋਵੇ। ਹਾਂਜੀ, ਕਿਉਂਕਿ ਇਹ ਵਾਈਟਲ ਔਰਗਨ ਆ, ਇਹ ਤੋਂ ਬਿਨਾਂ ਬਾਡੀ ਚੱਲ ਨਹੀਂ ਸਕਦੀ। ਤੇ ਬਲੈਡਰ ਵਿੱਚ ਇਨਫੈਕਸ਼ਨ ਹੋ ਜਾਂਦਾ ਉਹ ਇੰਨਾ ਇੰਪੋਰਟੈਂਟ ਨਹੀਂ ਹੈਗਾ, ਤੁਹਾਨੂੰ ਪਤਾ ਹੀ ਹੈ ਵੀ ਉਹ ਜਲਦੀ ਠੀਕ ਹੋ ਜਾਂਦਾ ਹੈ।
ਤੇ ਜੇ ਕਿਡਨੀ 'ਚ ਹੋ ਜਾਵੇ ਫਿਰ ਚਾਂਸ ਹੈਗਾ ਵੀ ਕਿਡਨੀ ਥੋੜ੍ਹੀ ਜਿਹੀ ਡੈਮੇਜ ਹੋ ਸਕਦੀ ਹੈ। ਤੇ ਯੂ ਹੈਵ ਟੂ ਬੀ ਅਵੇਅਰ ਆਫ ਦਿਸ ਥਿੰਗਸ ਹੈ ਨਾ, ਵੀ ਜੇ ਬਲੱਡ ਇਨਫੈਕਸ਼ਨ ਹੋਇਆ ਉਹਨੂੰ ਇਗਨੋਰ ਨਾ ਕਰੋ, ਤੁਸੀਂ ਉਹਦਾ ਟਰੀਟਮੈਂਟ ਕਰੋ, ਇਲਾਜ ਕਰੋ, ਠੀਕ ਹੋ ਜਾਵੇ ਜਲਦੀ। ਤੇ ਕਈ ਦਵਾਈਆਂ ਹੈਗੀਆਂ ਉਹ ਕਈ ਵਾਰੀ ਨੁਕਸਾਨ ਕਰ ਜਾਂਦੀਆਂ ਭਾਜੀ। ਇੱਦਾਂ ਬਲੱਡ ਇਨਫੈਕਸ਼ਨ ਕਈ ਲੋਕਾਂ ਨੂੰ ਵਾਰ-ਵਾਰ ਹੁੰਦਾ ਰਹਿੰਦਾ ਹੈ, ਤੇ ਉਹ ਫਿਰ ਐਵਰੀ ਟਾਈਮ ਉਹਨਾਂ ਨੂੰ ਕੋਰਸ ਦਿੰਦੇ, ਜਾਂ 3 ਦਿਨ ਦਾ ਜਾਂ 7 ਦਿਨ ਦਾ ਐਂਟੀਬਾਇਓਟਿਕ ਦਾ ਕੋਰਸ ਦਿੰਦੇ GP, ਤੇ ਉਹ ਫਿਰ ਮਹੀਨਾ ਕੁ ਲੰਘਦਾ ਫਿਰ ਦੁਬਾਰਾ ਹੋ ਜਾਂਦੇ ਨੇ। ਫਿਰ GP ਕੀ ਕਰਦੇ ਆ, ਉਹ ਕਹਿੰਦੇ ਦੇਖੋ ਆਹ ਹੈਗਾ ਐਂਟੀਬਾਇਓਟਿਕ, ਇਹਦਾ ਤੁਸੀਂ ਇੱਕ ਗੋਲੀ ਰੋਜ਼ ਦੀ ਖਾਈ ਜਾਓ, ਹਾਂਜੀ, ਪਰਮਾਨੈਂਟ ਕਰ ਦਿੰਦੇ ਆ। ਤੇ ਉਹ ਵੀ ਕੋਈ ਬਾਹਲੀ ਚੰਗੀ ਗੱਲ ਨਹੀਂ ਹੈਗੀ, ਕਿਉਂਕਿ ਉਹ ਵੀ ਐਂਟੀਬਾਇਓਟਿਕ ਕਾਫੀ ਸਟਰੋਂਗ ਹੁੰਦੇ ਆ, ਤੇ ਉਹਨਾਂ ਨਾਲ ਵੀ ਕੋਈ ਨਾ ਕੋਈ ਬੋਡੀ ਦਾ ਅੰਗ ਜਿਹੜਾ ਖਰਾਬ ਹੋ ਸਕਦਾ ਹੈ ਨੈਚੁਰਲੀ। ਡਾਕਟਰ ਸਾਹਿਬ ਮੈਂ ਥੋੜ੍ਹੀ ਜਿਹੀ ਗੱਲ ਕਰਾਂਗਾ, ਜਿਹੜੇ ਭਾਈ ਸਾਹਿਬ ਦਾ ਆਪਣਾ ਡਰਾਬੀ ਤੋਂ ਫੋਨ ਆਇਆ ਸੀਗਾ। ਦੇਖੋ ਉਹਨਾਂ ਨੇ ਦੱਸਿਆ ਕਿ ਉਹਦੀ ਯਾਦਦਾਸ਼ਤ ਫਰਕ ਪੈ ਰਿਹਾ ਥੋੜ੍ਹਾ ਜਿਹਾ, ਤੇ ਹੱਥ ਦਾ ਇੱਦਾਂ ਉਹ ਕਾਫੀ ਟੈਸਟ ਵਗੈਰਾ ਕਰੇ, ਨਹੀਂ ਪਤਾ ਲੱਗਦਾ। ਤੁਸੀਂ 2 ਮਿੰਟ ਦੱਸਿਆ, ਪਤਾ ਨਹੀਂ ਹੁਣ ਰਾਈਟ ਹੈ ਕਿ ਨਹੀਂ, ਜਿੱਦਾਂ ਤੁਸੀਂ ਕੀਤਾ ਡਾਇਗਨੋਸ ਓਵਰ ਦਾ ਫੋਨ। ਇਹ ਕਿੰਨੀ ਇੱਕ ਤਰ੍ਹਾਂ ਦੀ ਬੇਇਨਸਾਫੀ ਹੈਗੀ, ਉਹ ਵਿਚਾਰੇ ਇੱਦਾਂ ਸਫ਼ਰ ਕਰੀ ਜਾ ਰਹੇ ਨੇ, ਅਗਰ ਅਕਾਲ ਚੈਨਲ ਨਾ ਦੇਖਦੇ ਹੁੰਦੇ, ਤੁਹਾਡਾ ਪ੍ਰੋਗਰਾਮ ਨਹੀਂ ਦੇਖਦੇ, ਕੋਈ ਨਾ ਕੋਈ ਰੱਬ ਨੇ ਰਸਤਾ ਦਿਖਾਇਆ ਉਹਨਾਂ ਨੂੰ। ਹਾਂਜੀ ਹਾਂਜੀ ਬਿਲਕੁਲ। ਸੋ ਇਹੀ ਪ੍ਰੋਬਲਮ ਹੈ ਐਲੋਪੈਥਿਕ ਮੈਡੀਸਿਨ ਦਾ ਭਾਜੀ, ਜਦ ਤਾਈਂ ਉਹਨਾਂ ਦੇ ਕੋਈ ਟੈਸਟ ਵਿੱਚ ਨਹੀਂ ਰਿਜ਼ਲਟ ਆਉਂਦਾ, ਉੱਤੇ ਉਹ ਕਹਿੰਦੇ ਦਿਸ ਨਥਿੰਗ ਰੋਂਗ। ਹਾਂਜੀ, ਜਿਹੜਾ ਮਰੀਜ਼ ਹੈ ਉਹਨੂੰ ਖੁਦ ਪਤਾ ਹੁੰਦਾ ਵੀ ਮੈਂ ਠੀਕ ਨਹੀਂ ਹੈਗਾ, ਮੈਨੂੰ ਕੋਈ ਪ੍ਰੋਬਲਮ ਹੈਗਾ ਆ, ਪਰ ਉਹ ਮੰਨਦੇ ਨਹੀਂ ਹੈਗੇ। ਜਦ ਤੱਕ ਉਹਨਾਂ ਦੇ ਬਲੱਡ ਟੈਸਟ ਜਾਂ ਆਵੇ, ਜਾਂ ਐਕਸਰੇ ਆਵੇ, ਜਾਂ ਕੋਈ ਹੋਰ ਟੈਸਟ ਵਿੱਚ ਆਵੇ ਨਾ ਪੋਜ਼ਿਟਿਵ ਰਿਜ਼ਲਟ, ਉੱਤੇ ਹੀ ਨਹੀਂ ਮੰਨਦੇ। ਪਰ ਹੁਣ ਜਿਹੜਾ ਪਾਕਿਸਤਾਨ ਡਿਜ਼ੀਜ਼ ਹੈਗੀ ਹੈ, ਉਹਦਾ ਯਾਦਦਾਸ਼ਤ ਦੇ ਵਿੱਚ ਤੇ ਹੱਥ ਕਮਰੇ, ਉਹਦਾ ਕੀ ਕਨੈਕਸ਼ਨ ਹੈ ਦੋਨਾਂ ਦਾ? ਇੱਦਾਂ ਹੀ ਨਰਵਸ ਸਿਸਟਮ ਜਿਹੜਾ ਹਾਂ, ਜਿਹੜੇ ਫਿਰ ਬ੍ਰੇਨ ਦੇ ਸੈੱਲ ਆ, ਇੱਕ ਪਾਰਟ ਹੁੰਦਾ ਬ੍ਰੇਨ ਵਿੱਚ, ਉਹਨੂੰ ਸਬਸਟੈਂਸ਼ੀਆ ਨਾਈਗਰਾ ਕਹਿੰਦੇ ਆ, ਤੇ ਉਹ ਪਾਰਕਿੰਸਨਸ ਡਿਜ਼ੀਜ਼ ਦੇ ਵਿੱਚ ਉਹ ਸੈੱਲ ਜਿਹੜੇ ਉਹ ਕੰਮ ਤੋਂ ਕਰਨ ਤੋਂ ਹਟ ਜਾਂਦੇ ਆ, ਹਾਂਜੀ, ਮਰਨ ਲੱਗ ਪੈਂਦੇ ਆ। ਤੇ ਉਹ ਜਦੋਂ ਹੁੰਦੇ ਫਿਰ, ਕਿਉਂਕਿ ਬ੍ਰੇਨ ਦਾ ਕਨੈਕਸ਼ਨ ਤੁਹਾਡੇ ਸਾਰੇ ਅੰਗਾਂ ਦੇ ਨਾਲ ਆ, ਤੇ ਉਹ ਫਿਰ ਇੱਦਾਂ ਹਿੱਲਣ ਲੱਗ ਪੈਂਦੇ ਕਈ ਵਾਰੀ ਹੱਥ ਜਿਹੜੇ ਆ, ਹਾਂਜੀ। ਇਹ ਇੱਕ ਸਾਈਨ ਹੁੰਦਾ ਪਾਰਕਿੰਸਨਸ ਡਿਜ਼ੀਜ਼ ਦਾ। ਤੇ ਪਰ ਉਹ ਕਹਿੰਦੇ ਨਹੀਂ ਦਿਸ ਨਥਿੰਗ ਰੋਂਗ। ਇਹਦਾ ਕਾਜ਼ ਕੋਈ ਕਾਜ਼ ਕਹਿ ਨਹੀਂ ਸਕਦੇ ਭਾਜੀ, ਇਹ ਜ਼ਿਆਦਾ ਹੁੰਦਾ, ਇਹ ਓਲਡ ਏਜ ਵਿੱਚ ਹੁੰਦਾ ਹੈ, ਤੇ ਐਗਜ਼ੈਕਟਲੀ ਨਹੀਂ ਕਹਿ ਸਕਦੇ, ਨਾ ਕਿਸੇ ਨੂੰ ਪਤਾ ਹੀ ਹੈ ਵੀ ਇਹਦਾ ਐਗਜ਼ੈਕਟ ਕਾਜ਼ ਕੀ ਹੈ। ਹਾਂਜੀ ਭਾਜੀ, ਟਾਈਮ ਬੜੀ ਫਾਸਟ ਚਲੇ ਗਿਆ, ਮੈਨੂੰ ਲੱਗਦਾ 40 ਸੈਕਿੰਡ ਹੀ ਰਹਿੰਦੇ। ਥੈਂਕ ਯੂ ਸੋ ਮਚ। ਆਪਾਂ ਮੈਨੂੰ ਲੱਗਦਾ ਬਹੁਤ ਇੰਟਰਸਟਿੰਗ ਗੱਲਾਂ ਕੀਤੀਆਂ। ਪਲੀਜ਼ ਮੈਂ ਬੇਸ਼ੱਕ ਕਹਿ ਦਿੰਦਾ, ਤੁਹਾਨੂੰ ਕਿਸ ਚੀਜ਼ ਦੇ ਉੱਪਰ ਤੁਸੀਂ ਚਾਹੁੰਦੇ ਕਿ ਡਾਕਟਰ ਜੀ ਗੱਲ ਕਰਨ, ਉਹ ਸਾਨੂੰ ਫੀਡਬੈਕ ਦਿਆ ਕਰੋ ਜ਼ਰੂਰ। ਪ੍ਰੋਗਰਾਮ ਬਾਰੇ ਦੱਸੋ, ਤੁਹਾਨੂੰ ਕਿੱਦਾਂ ਲੱਗਦਾ, ਨਵਾਂ ਕਿਹੜਾ ਸਬਜੈਕਟ ਤੁਹਾਨੂੰ ਚਾਹੀਦਾ, ਅਸੀਂ ਉਹਦੇ ਬਾਰੇ ਗੱਲ ਕਰਾਂਗੇ। ਆਪਣਾ ਫੋਨ ਨੰਬਰ ਤੁਹਾਨੂੰ ਦਿੱਤਾ ਗਿਆ 0121551001 ਕਾਲ ਕਰਕੇ ਮੰਡੇ, ਟਿਊਜ਼ਡੇ, ਵੈਨਸਡੇ ਬਿਟਵੀਨ 10 and 11 ਤੁਸੀਂ ਡਾਕਟਰ ਜੀ ਨੂੰ ਕਾਲ ਕਰਨਾ। ਹੁਣ ਸਿਸਟਮ ਦੇ ਵਿੱਚ ਯੂ ਹੈਵ ਟੂ ਕਾਲ ਇਟ, ਡਾਕਟਰ ਜੀ ਨੇ ਕਾਲ ਕਰਦੇ, ਤੁਸੀਂ ਕਾਲ ਕਰਕੇ ਡਾਕਟਰ ਨਾਲ ਗੱਲ ਕਰ ਸਕਦੇ ਹੋ। ਹਮੇਸ਼ਾ ਆਪਣੀ ਪ੍ਰੋਫੈਸ਼ਨਲ ਮੈਡੀਕਲ ਟੀਮ ਦੀ ਐਡਵਾਈਸ ਲਵੋ। ਅਗਲੇ ਵੀਕ ਸੇਮ ਟਾਈਮ ਸੇਮ ਪਲੇਸ ਮੁਲਾਕਾਤ ਹੋਏਗੀ। ਆਪਾਂ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।